हाँ जी सਤਿਕਾਰਯੋਗ ਸਾਥੀਓ ਸੰਡੇ ਲਾਈਵ ਲੈ ਕੇ ਆਪਾਂ ਹਾਜ਼ਰ ਹਾਂ ਤੇ ਅੱਜ ਦੇ ਸੰਡੇ ਲਾਈਵ ਦੇ ਵਿੱਚ ਸਾਡੇ ਨਾਲ ਜਿਹੜੇ ਸਤਿਕਾਰਯੋਗ ਸਾਥੀ ਜੁੜੇ ਆ ਔਰ ਜੁੜਨਗੇ ਤੇ ਉਹਨਾਂ ਨੂੰ ਰਿਕੁਐਸਟ ਆ ਕਿ ਪ੍ਰੋਗਰਾਮ ਚੰਗਾ ਲੱਗਾ ਤਾਂ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਜੈ ਭੀਮ ਜੀ। ਸੋ ਆਪਾਂ ਪਿਛਲੇ 2 ਹਫ਼ਤਿਆਂ ਤੋਂ ਜਿਹੜਾ ਸੰਡੇ ਲਾਈਵ ਸੀਗਾ ਉਹਦੇ ਵਿੱਚ ਮੈਂ ਹਾਜ਼ਰ ਨਹੀਂ ਹੋ ਸਕਿਆ ਕਿਉਂਕਿ ਪਿਛਲੇ ਸੰਡੇ ਆਪਾਂ ਜਿਹੜਾ ਇੱਕ ਇਟਲੀ ਪੱਧਰ ਤੇ ਸਾਡੇ ਯੂਰਪ ਟੂਰ ਤੇ ਬਹੁਤ ਹੀ ਸਤਿਕਾਰਯੋਗ ਸਾਥੀ ਸਾਡੇ ਜਿਹੜੇ ਹੈਗੇ ਆ ਡਾਕਟਰ ਰਾਏ ਰਤਨ ਅੰਬੇਦਕਰ ਜੀ ਬਾਬਾ ਸਾਹਿਬ ਜੀ ਦੇ ਪਰਿਵਾਰ ਦੇ ਮੈਂਬਰ ਉਹ ਆਏ ਹੋਏ ਸੀਗੇ ਔਰ ਵੱਖ-ਵੱਖ ਜਿਹੜੀਆਂ ਯੂਰਪ ਟੂਰ ਤੇ ਜਿਹੜੀਆਂ ਸੰਸਥਾਵਾਂ ਆ ਜਾਂ ਗੁਰੂ ਘਰ ਵਾ ਉਹਨਾਂ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਸੀਗੇ ਤੇ ਬਹੁਤ ਹੀ ਵਧੀਆ ਜਿਹੜਾ ਉਹਨਾਂ ਨੂੰ ਰਿਸਪੌਂਸ ਮਿਲਿਆ ਹੈਗਾ ਆ। ਤੇ ਬਾਕੀ ਸਾਥੀਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਵਿਸ਼ੇਸ਼ ਲਾਈਵ ਦੇ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ ਜਿਹੜੀ ਮਨੀਪੁਰ ਦੇ ਵਿੱਚ ਜਿਹੜਾ ਇੱਕ ਕਤਲੇਆਮ ਹੋਇਆ ਹੈਗਾ ਆ ਔਰ ਉੱਥੇ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਜਿਹੜੀਆਂ ਘਟਨਾਵਾਂ ਉੱਥੇ ਵਾਪਰੀਆਂ ਹੈਗੀਆਂ ਉਸ ਸਬੰਧ ਵਿੱਚ ਆਪਾਂ ਗੱਲਬਾਤ ਕਰਾਂਗੇ ਔਰ ਕੁਝ ਕੁ ਗੱਲਾਂ ਜਿਹੜੀਆਂ ਹੈਗੀਆਂ ਆ ਅੱਜ ਦੇ ਵਿਸ਼ੇਸ਼ ਲਾਈਵ ਦੇ ਵਿੱਚ ਥੋੜ੍ਹੇ ਸਮੇਂ ਦੇ ਲਈ ਸਾਡੇ ਨਾਲ ਡਾਕਟਰ ਰਾਏ ਰਤਨ ਅੰਬੇਦਕਰ ਜੀ ਵੀ ਜੁੜਨਗੇ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਕੁਝ ਜਿਹੜੀ ਹੈਗੀ ਆ ਉਹਨਾਂ ਦੇ ਇੱਥੇ ਜਿਹੜਾ ਪ੍ਰੋਗਰਾਮ ਹੋਇਆ ਸੀਗਾ ਇਟਲੀ ਦੇ ਵਿੱਚ ਤੇ ਕੁਝ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਥੋੜ੍ਹੀ ਕਨਫਿਊਜ਼ਨ ਹੋਈ ਸੀਗੀ ਜਿਹੜਾ ਹੈਗਾ ਆ ਆਪਣੇ ਬੁੱਧਿਸਟ ਕੰਟਰੀਆਂ ਦਾ ਜਿਹੜਾ ਇੱਕ ਫਲੈਗ ਹੈਗਾ ਆ ਉਹ 'ਤੇ ਜਿਹੜਾ ਹੈਗਾ ਇੱਕ ਉਹਨਾਂ ਨੇ ਬਿਆਨ ਦਿੱਤਾ ਸੀਗਾ ਉਹਦੇ ਸੰਬੰਧ ਵਿੱਚ ਆਪਾਂ ਉਹਨਾਂ ਤੋਂ ਪੂਰੀ ਜਾਣਕਾਰੀ ਅੱਜ ਦੇ ਲਾਈਵ ਵਿੱਚ ਲਵਾਂਗੇ। ਤਾਂ ਮੈਂ ਸਾਥੀਆਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਅਗਰ ਜਿਹੜੇ ਸਾਥੀ ਪ੍ਰੋਗਰਾਮ ਅੱਜ ਦਾ ਸਾਡਾ ਦੇਖ ਰਹੇ ਹੈਗੇ ਆ ਉਹ ਜ਼ਰੂਰ ਦੱਸਣ ਕਿ ਲਾਈਵ ਜਿਹੜਾ ਹੈਗਾ ਆ ਤੁਹਾਡੇ ਤੱਕ ਆਵਾਜ਼ ਸਹੀ ਆ ਰਹੀ ਹੈਗੀ ਆ। ਤੇ ਅੱਜ ਦੇ ਇਸ ਲਾਈਵ ਦੇ ਵਿੱਚ ਆਪਣਾ ਜਿੱਥੇ ਸਾਡੇ ਨਾਲ ਅਮਰ ਭਾਜੀ ਜੁੜਨਗੇ ਤੇ ਉੱਥੇ ਹੀ ਸਾਡੇ ਨਾਲ ਅੱਜ ਸਾਡੇ ਵਿਸ਼ੇਸ਼ ਮੁੱਖ ਮਹਿਮਾਨ ਡਾਕਟਰ ਰਾਏ ਰਤਨ ਅੰਬੇਦਕਰ ਜੀ ਵੀ ਜੁੜਨਗੇ। ਉਹਨਾਂ ਤੋਂ ਵੀ ਆਪਾਂ ਅੱਜ ਦੇ ਸੰਬੰਧ ਜਿਹੜਾ ਹੈਗਾ ਆ ਵਿਚਾਰ ਚਰਚਾ ਕਰਾਂਗੇ। ਮਣੀਪੁਰ ਦੀ ਘਟਨਾ ਜਿਹੜੀ ਅੱਜ ਦੀ ਆਪਾਂ ਵਿਸ਼ੇਸ਼ ਆਪਾਂ ਸਾਰਿਆਂ ਨੇ ਵੀਡੀਓ ਦੇਖੀ ਹੈਗੀ ਆ ਤੇ ਉਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਆਪਾਂ ਗੱਲਬਾਤ ਕਰਾਂਗੇ। ਸੋ ਸਾਥੀਆਂ ਨੂੰ ਬੇਨਤੀ ਆ ਕਿ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਜਿਹੜੇ ਸੁਝਾਅ ਆ ਉਹ ਕਮੈਂਟਾਂ ਵਿੱਚ ਜ਼ਰੂਰ ਦਿਓ। ਅੱਜ ਜਿਹੜਾ ਹੈਗਾ ਆ ਸਾਥੀਆਂ ਨੂੰ ਰਿਕੁਐਸਟ ਆ ਕਿ ਫੋਨ ਕਾਲ ਜਿਨ੍ਹਾਂ ਤੋਂ ਨੰਬਰ ਹੈਗੇ ਆ ਮੇਰੇ ਨੰਬਰ 'ਤੇ ਸਾਥੀ ਨਾ ਕਾਲ ਕਰਨ ਔਰ ਜਿਹੜਾ ਇੱਕ ਆਪਾਂ ਫੋਨ ਕਾਲ ਜਿਹੜੀ ਹੈਗੀ ਆ ਜਿੱਥੇ ਆਪਾਂ ਅਕਸਰ ਫੋਨ ਕਾਲਾਂ ਲੈਂਦੇ ਹੀ ਆ ਉਹ 'ਤੇ ਅਗਰ ਅੱਜ ਆਪਾਂ ਉਹ ਸ਼ੇਅਰ ਨਹੀਂ ਕੀਤਾ ਹੈਗਾ ਫਿਰ ਵੀ ਜਿਹੜਾ ਸਾਥੀਆਂ ਤੋਂ ਫੋਨ ਹੈਗਾ ਆ ਉਹ ਰਾਏ ਰਤਨ ਤੋਂ ਸਰ ਤੋਂ ਬਾਅਦ 'ਚ ਆਪਣੇ ਸੁਝਾਅ ਦੇਣਾ ਚਾਹੁੰਦੇ ਹੈਗੇ ਤੇ ਉਹ ਉੱਤੇ ਕਾਲ ਕਰਕੇ ਆਪਣੇ ਸੁਝਾਅ ਵੀ ਦੇ ਸਕਦੇ ਹੈਗੇ ਆ। ਤੇ ਅੱਜ ਜਿਹੜੀ ਘਟਨਾ ਆਪਾਂ ਪਿਛਲੇ ਦੇਖ ਲਓ ਵੀ ਮਈ ਦੇ ਵਿੱਚ ਉਹ ਘਟਨਾ ਵਾਪਰੀ ਹੈਗੀ ਆ ਤੇ ਉਸ ਸੰਬੰਧ ਵਿੱਚ ਗੱਲਬਾਤ ਕਰਾਂਗੇ। ਤਾਂ ਪਹਿਲਾਂ ਅੱਜ ਆਪਾਂ ਅਮਰ ਸਾਡੇ ਵੀਰ ਹੈਗੇ ਆ ਇਟਲੀ ਤੋਂ ਆਪਣੇ ਨਾਲ ਪ੍ਰੋਗਰਾਮ ਕਰਦੇ ਹੈਗੇ ਆ ਅਮਰ ਭਾਜੀ ਉਹਨਾਂ ਨੂੰ ਨਾਲ ਲੈ ਲੈਂਦੇ ਆ। ਤੇ ਅਮਰ ਭਾਜੀ ਜੈ ਭੀਮ ਜੀ। ਜੈ ਭਾਰਤ ਜੀ। ਤੇ ਅੱਜ ਦਾ ਆਪਣਾ ਭਾਈ ਲਾਈਵ ਹੈਗਾ ਸਟਾਰਟ ਹੈਗਾ ਆ ਤੇ ਅੱਜ ਦੇ ਲਾਈਵ ਦੇ ਵਿੱਚ ਆਪਾਂ ਜਿਹੜਾ ਆਪਣਾ ਵਿਸ਼ਾ ਵੀ ਹੈਗਾ ਮੇਨ ਜਿਹੜਾ ਵਿਸ਼ਾ ਰੱਖਿਆ ਹੈਗਾ ਵੀ ਮਣੀਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈਗੀ ਆ ਤੇ ਅਕਸਰ ਮਈ ਮਹੀਨੇ ਦੇ ਵਿੱਚ ਉਹ ਘਟਨਾ ਵਾਪਰੀ ਹੈਗੀ ਆ ਉਹਦੇ ਸੰਬੰਧ 'ਚ ਵੀ ਗੱਲਬਾਤ ਕਰਾਂਗੇ। ਤੇ ਜਿਹੜਾ ਇੱਕ ਜਿਹੜੀ ਕੇਂਦਰ ਸਰਕਾਰ ਜਿਹੜੀ ਭਾਰਤ ਦੇ ਵਿੱਚ ਕੇਂਦਰ ਸਰਕਾਰ ਜਿਹੜੀ ਚੱਲ ਰਹੀ ਹੈਗੀ ਆ ਉਹਦੀਆਂ ਜਿਹੜੀਆਂ ਹੁਣ ਦੇ ਤੱਕ ਜਿਹੜੀਆਂ ਵੀਡੀਓ ਆਪਾਂ ਪੰਜਾਬ ਦੇ ਵਿੱਚ ਜੇ ਦੇਖੀਏ ਪੰਜਾਬ ਦੇ ਵਿੱਚ ਜਿਹੜਾ ਇੱਕ ਉਹ ਸਮਾਜ ਜਿਹਨੂੰ ਦਬਾਇਆ ਜਾਂਦਾ ਆਪਾਂ ਡਿਪਰੈਸਿਸ ਕਲਾਸਾਂ ਜਿਹਨੂੰ ਜਾਂ ਸ਼ਡਿਊਲ ਕਾਸਟ ਜਾਂ ਡਿਪਰੈਸਿਸ ਕਲਾਸਾਂ ਜਿਹੜੀਆਂ ਆਉਂਦੀਆਂ ਹੈਗੀਆਂ ਉਹਨਾਂ ਦੇ ਜਿਹੜਾ ਹੈਗਾ ਆ ਜ਼ੁਲਮ ਭਾਰਤ ਦੇਖੋ 1950 ਦੇ ਵਿੱਚ 26 ਜਨਵਰੀ 1950 ਨੂੰ ਸੰਵਿਧਾਨ ਜਿਹੜਾ ਲਾਗੂ ਹੋ ਜਾਂਦਾ ਹੈਗਾ ਆ। ਉਸ ਤੋਂ ਬਾਅਦ ਵਿੱਚ ਅੱਜ ਜਿਹੜਾ ਹੈਗਾ 2023 ਦੇ ਵਿੱਚ ਆਪਾਂ ਜੁਲਾਈ ਮਹੀਨੇ ਦੇ ਵਿੱਚ ਬੈਠੇ ਹੈਗੇ ਆ। ਦੇਖੋ ਵੀ ਕਿੰਨੇ ਸਾਲ ਜਿਹੜੇ ਹੈਗੇ ਆ ਉਹ ਬੀਤ ਜਾਣ ਤੋਂ ਬਾਅਦ ਵੀ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਸ਼ਰਮਸਾਰ ਕਰਨ ਵਾਲੀਆਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਹੈਗੀਆਂ ਤੇ ਉਹਨਾਂ ਦੇ ਉੱਪਰ ਜਿਹੜਾ ਅੱਜ ਸਾਨੂੰ ਵਿਦੇਸ਼ਾਂ ਵਿੱਚ ਬਹਿ ਕੇ ਗੱਲਬਾਤ ਜਿਹੜੀ ਕਰਨੀ ਪੈ ਰਹੀ ਹੈਗੀ ਆ ਤੇ ਜਿਹੜਾ ਬਹੁਤ ਜਿਨ੍ਹਾਂ ਨੇ ਉਹ ਵੀਡੀਓ ਦੇਖੀਆਂ ਹੈਗੀਆਂ ਆ ਉੱਥੇ ਕਿਉਂਕਿ 3 ਮਹੀਨੇ ਜਿਹੜਾ ਮਣੀਪੁਰ ਦੇ ਵਿੱਚ ਇੰਟਰਨੈਟ ਜਿਹੜਾ ਬੰਦ ਰਿਹਾ ਹੈਗਾ ਆ ਤੇ ਉਸ ਤੋਂ ਬਾਅਦ ਵਿੱਚ ਇਹ ਜਿਹੜੀ ਹੁਣ ਜਦੋਂ ਇੰਟਰਨੈਟ ਸੇਵਾਵਾਂ ਚੱਲੀਆਂ ਹੈਗੀਆਂ ਆ ਤੇ ਉਦੋਂ ਬਾਅਦ ਵਿੱਚ ਉੱਥੇ ਜਿਹੜੀਆਂ ਇਹ ਵੀਡੀਓ ਜਿਹੜੀਆਂ ਹੁਣ ਸੋਸ਼ਲ ਮੀਡੀਆ 'ਤੇ ਅੱਗ ਵਾਂਗੂ ਫੈਲ ਰਹੀਆਂ ਹੈਗੀਆਂ ਆ ਤੇ ਉੱਥੇ ਆਪਾਂ ਉਹ ਜਿਹੜੀਆਂ 2 ਔਰਤਾਂ ਹੈਗੀਆਂ ਉਹਨਾਂ ਨੂੰ ਨੰਗਿਆ ਕਰਕੇ ਪਿੰਡ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਬੰਦੇ ਹੈਗੇ ਆ ਉਹ ਘੁਮਾ ਰਹੇ ਹੈਗੇ ਆ ਤੇ ਉਹਨਾਂ ਨਾਲ ਬਹੁਤ ਜ਼ਿਆਦਾ ਮਾੜਾ ਜਿਹੜਾ ਹੈਗਾ ਸਲੂਕ ਕਰ ਰਹੇ ਹੈਗੇ ਆ। ਔਰ ਆਪਾਂ ਉਹ ਵੀ ਵੀਡੀਓ ਦੇਖੀ ਵੀ ਜਿੱਥੇ ਉਹਨਾਂ ਇੱਕ ਔਰਤ ਨੂੰ
ਵਿੱਚ ਸੜਕ ਦੇ ਬਿਠਾਲ ਕੇ ਉਹਨਾਂ ਕੁੱਟਮਾਰ ਕੀਤੀ ਜਾਂਦੀ ਹੈ ਤੇ ਬਾਅਦ ਵਿੱਚ ਉਹਦਾ ਜਿਹੜਾ ਹੈਗਾ ਆ ਗੋਲੀ ਮਾਰ ਦਿੱਤੀ ਜਾਂਦੀ ਹੈ ਔਰ ਬੜੀ ਜਿਹੜਾ ਹੈਗਾ ਦਰਿੰਦਗੀ ਦੇ ਨਾਲ ਉਹਦਾ ਕਤਲ ਕੀਤਾ ਜਾਂਦਾ। ਉਹ ਵੀਡੀਓ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਅੱਜ ਇਸ ਲਾਈਵ ਦੇ ਵਿੱਚ ਉਹ ਵੀਡੀਓ ਵੀ ਨਾਲ ਸ਼ੇਅਰ ਕਰਾਂਗੇ। ਕੁਝ ਵੀਡੀਓ ਜਿਹੜੀਆਂ ਦੋ ਕਾਈਆਂ ਹੈਗੀਆਂ, ਫਿਰ ਘਟਨਾ ਜਿਹੜੀਆਂ ਵਾਪਰਦੀਆਂ ਹੈਗੀਆਂ ਅਮਰ ਭਾਜੀ, ਉਹ ਜਿਹੜੀਆਂ ਘਟਨਾ ਵਾਪਰਦੀਆਂ ਹੈਗੀਆਂ ਉਹ ਇਨਸਾਨ ਜਿਹੜੇ ਉਸ ਘਟਨਾ ਨੂੰ ਅੰਜਾਮ ਦੇ ਰਹੇ ਹੈਗੇ ਆ ਔਰ ਵੀਡੀਓ ਵੀ ਉਹੀ ਲੋਕ ਜਿਹੜੇ ਹੈਗੇ ਆ ਵੀਡੀਓ ਬਣਾ ਰਹੇ ਹੈਗੇ ਆ। ਤੇ ਇਹ ਇੱਕ ਕੁਝ ਪ੍ਰੀ ਪਲਾਨ ਜਿਹੜਾ ਮੈਨੂੰ ਲੱਗਦਾ ਕੁਛ ਨਾ ਕੁਛ ਹੋ ਰਿਹਾ ਹੈਗਾ ਆ। ਜਦੋਂ ਜਿਹੜਾ ਬੰਦਾ ਜ਼ੁਲਮ ਕਰ ਰਿਹਾ ਹੈਗਾ ਆ ਉਹੀ ਇਨਸਾਨ ਵੀਡੀਓ ਬਣਾ ਰਿਹਾ ਹੈਗਾ ਆ, ਤੇ ਇਹਦਾ ਮਤਲਬ ਕੁਛ ਇਹ ਹੈਗਾ ਵੀ ਉਹ ਜਿੰਨਾ ਦਰਿੰਦਗੀ ਭਰੀ ਜਿਹੜੀ ਵੀਡੀਓ, ਜੋ ਦਰਿੰਦਗੀ ਭਰਿਆ ਸਲੂਕ ਉਹ ਇੱਕ ਇਨਸਾਨ ਨਾਲ ਕਰ ਰਿਹਾ ਹੈਗਾ ਆ, ਉਸ ਤੋਂ ਬਾਅਦ ਵਿੱਚ ਉਹ ਵੀਡੀਓ ਬਣਾ ਕੇ ਉਹ ਬਾਕੀਆਂ ਦੇ ਦਿਲ ਵਿੱਚ ਵੀ ਦਹਿਲ ਪਾ ਰਿਹਾ ਹੈਗਾ ਆ ਕਿ ਅਸੀਂ ਇਸ ਤਰੀਕੇ ਦੇ ਨਾਲ ਕਰਾਂਗੇ। ਜਿਹੜੀ ਆਪਾਂ ਜਾਣਦੇ ਹੈਗੇ ਆ ਮਣੀਪੁਰ ਦੀ ਘਟਨਾ, ਉਸ ਤੋਂ ਪਹਿਲਾਂ ਜਿਹੜੀ ਦੇਖੋ ਘਟਨਾ ਇੱਕ ਵਾਪਰੀ ਸੀਗੀ, ਉਹ ਇੱਕ ਬੀਜੇਪੀ ਦਾ ਜਿਹੜਾ ਹੈਗਾ ਆ ਸਪੋਰਟਰ ਕਹਿ ਲਓ ਜਾਂ ਉਹਨਾਂ ਦਾ ਵਿਧਾਇਕ ਜਾਂ ਫਿਰ ਉਹਨਾਂ ਦੇ ਨਾਲ ਅਟੈਚ ਹੈਗਾ ਬੀਜੇਪੀ ਦਾ, ਉਹ ਸ਼ੁਕਲਾ, ਉਹ ਇੱਕ ਲੜਕੇ ਦੇ ਮੂੰਹ ਦੇ ਉੱਪਰ ਪਿਸ਼ਾਬ ਕਰ ਰਿਹਾ ਹੈਗਾ ਆ ਮੱਧ ਪ੍ਰਦੇਸ਼ ਦੇ ਵਿੱਚ ਆਪਾਂ ਘਟਨਾ, ਪਰ ਉਹਦੀ ਪਿਸ਼ਾਬ ਕਰਦੇ ਦੀ ਵੀਡੀਓ ਵੀ ਖੁਦ ਹੀ ਉਹ ਵੀਡੀਓ ਬਣਾ ਰਿਹਾ ਹੈਗਾ। ਉਸ ਤੋਂ ਬਾਅਦ ਵਿੱਚ ਥੋੜੇ ਦਿਨ ਪਹਿਲਾਂ ਇੱਕ ਹੋਰ ਵੀਡੀਓ ਆਈ ਹੈਗੀ ਆ ਤੇ ਉੱਥੇ ਇੱਕ ਇਨਸਾਨ ਜਿਹੜਾ ਹੈਗਾ ਆ, ਇਨਸਾਨ ਕਾਹਨੂੰ ਵੀ ਉਹ ਇਨਸਾਨ ਦੀ ਸ਼ਕਲ ਦੇ ਵਿੱਚ ਜਿਹੜੇ ਜਾਨਵਰ ਹੈਗੇ ਆ, ਉਹ ਜੁੱਤੀ ਦੇ ਵਿੱਚ ਪਾਣੀ ਪਾ ਕੇ ਤੇ ਉਹ ਇੱਕ ਮਜਬੂਰ ਕਰ ਰਿਹਾ ਹੈ ਇੱਕ ਇਨਸਾਨ ਨੂੰ ਪੀਣ ਲਈ, ਤੇ ਉਹ ਇਨਸਾਨ ਉਸ ਪਾਣੀ ਜਿਹੜਾ ਜੁੱਤੀ ਵਿੱਚ ਪਾਣੀ ਪੀ ਰਿਹਾ ਹੈਗਾ ਆ। ਤੇ ਇਹ ਉਹ ਹਾਲਾਤ ਉਹ ਵਾਪਰ ਰਹੇ ਹੈਗੇ ਆ ਜਿਹੜੇ ਕਦੀ ਜਿਹੜੇ ਆਪਾਂ ਜਦੋਂ ਗੱਲ ਕਰਦੇ ਹੈਗੇ ਆ ਸਤਿਗੁਰੂ ਕਬੀਰ ਸਾਹਿਬ ਦੀ, ਨਾਮਦੇਵ ਜੀ ਦੀ, ਸਤਿਗੁਰੂ ਰਵਿਦਾਸ ਮਹਾਰਾਜ ਦੀ, ਉਸ ਜ਼ਮਾਨੇ ਦੀਆਂ ਜਿਹੜੀਆਂ ਗੱਲਾਂ ਆ ਉਹ ਭਾਰਤ ਦੇ ਅੱਜ ਲੋਕਤੰਤਰੀ ਢਾਂਚੇ ਦੇ ਵਿੱਚ ਹੋ ਰਹੀਆਂ ਹੈਗੀਆਂ, ਰੁਕ ਨਹੀਂ ਰਹੀਆਂ ਹੈਗੀਆਂ ਔਰ ਉਹਨਾਂ ਦੇ ਉੱਪਰ ਵੀਡੀਓ ਆਉਣ ਤੇ ਵੀ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ। ਤੇ ਇਹ ਸਾਰੀਆਂ ਘਟਨਾਵਾਂ ਤੇ ਆਪਾਂ ਗੱਲਬਾਤ ਕਰਾਂਗੇ। ਮੈਂ ਕਹਿੰਦਾ ਪਰ ਸਟਾਰਟਿੰਗ ਦੇ ਵਿੱਚ ਆਪਾਂ ਥੋੜੀ ਜਿਹੀ ਗੱਲ, ਅਗਰ ਤੁਸੀਂ ਚਾਹੋ ਵੀ ਆਪਾਂ ਜਿਹੜਾ ਪ੍ਰੋਗਰਾਮ ਹੋਇਆ ਸੀ ਇਟਲੀ ਦੇ ਵਿੱਚ, ਆਪਾਂ ਜਿੱਦਾਂ ਲਿਖ ਕੇ ਵੀ ਪਾਇਆ ਸੀਗਾ ਵੀ ਅੱਜ ਦੇ ਉਸ ਸੰਬੰਧ ਵਿੱਚ ਆਪਾਂ ਗੱਲਬਾਤ ਕਰਨੀ ਹੈਗੀ ਆ। ਇਹ ਜਿਹੜੀਆਂ ਗੱਲਾਂ ਮੈਂ ਕੀਤੀਆਂ ਹੈਗੀਆਂ ਸਟਾਰਟਿੰਗ ਤੋਂ, ਇਹਨੂੰ ਆਪਾਂ ਬਾਅਦ ਵਿੱਚ ਇਹਨਾਂ ਗੱਲਾਂ ਤੇ ਜਿਹੜਾ ਹੈਗਾ ਆ ਗੱਲਬਾਤ ਕਰਾਂਗੇ। ਸਟਾਰਟਿੰਗ ਦੇ ਵਿੱਚ ਇੱਕ ਜਿਹੜਾ ਹੈਗਾ ਆ ਵੀ ਡਾਕਟਰ ਰਾਜ ਰਤਨ ਅੰਬੇਦਕਰ ਜੀ ਜਿਹੜੇ ਯੂਰਪ ਟੂਰ ਤੇ ਆਏ ਸੀਗੇ, ਉਹ ਗੁਰੂ ਰਵਿਦਾਸ ਸਭਾਵਾਂ ਔਰ ਜਿਹੜੀ ਭਾਰਤ ਦੀ ਆਪਣੇ ਇਟਲੀ ਦੀ ਸਰਮੌਰ ਸੰਸਥਾ ਹੈਗੀ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਵੈਲਫੇਅਰ ਰਜਿਸਟਰ ਇਟਲੀ ਜਿਹੜੀ ਸੰਸਥਾ ਹੈਗੀ ਆ, ਉਹਨਾਂ ਨੇ ਮਿਲ ਕੇ ਡਾਕਟਰ ਰਾਜ ਰਤਨ ਅੰਬੇਦਕਰ ਜੀ ਨੂੰ ਇੱਥੇ ਸੱਦਾ ਦਿੱਤਾ ਸੀਗਾ ਤੇ ਇਨਵਾਈਟ ਕੀਤਾ ਸੀ। ਉਹ ਆਪਣੇ ਇਟਲੀ ਵਿੱਚ ਆਏ ਔਰ ਉਹਨਾਂ ਦੀ ਜਿਹੜੀ ਹੈਗੀ ਆ ਪੂਰੇ ਯੂਰਪ ਦੇ ਵਿੱਚ ਉਹਨਾਂ ਨੇ ਬਾਅਦ ਵਿੱਚ ਉਹ ਲਗਭਗ ਜਿਹੜੇ ਯੂਰਪ ਦੀਆਂ ਥੋੜ੍ਹੇ ਹੀ ਸਮੇਂ ਦੇ ਵਿੱਚ 20 ਦਿਨਾਂ ਦੇ ਵਿੱਚ ਜਿਹੜਾ ਯੂਰਪ ਦੀਆਂ ਕਈ ਕੰਟਰੀਆਂ ਦੇ ਵਿੱਚ ਉਹਨਾਂ ਨੇ ਜਾ ਕੇ ਗੁਰੂ ਰਵਿਦਾਸ ਸਭਾਵਾਂ ਦੇ ਨਾਲ ਉੱਥੇ ਜਿਹੜੇ ਗੁਰੂ ਘਰ ਬਣੇ ਹੈਗੇ ਆ, ਟੈਂਪਲ ਬਣੇ ਹੈਗੇ ਆ, ਉੱਥੇ ਜਾ ਕੇ ਆਪਣੀ ਉਹਨੀ ਗੱਲ ਰੱਖੀ ਹੈਗੀ ਆ ਔਰ ਬਹੁਤ ਸਾਰਾ ਜਿਹੜਾ ਮਾਣ ਸਨਮਾਨ ਉਹਨਾਂ ਨੂੰ ਮਿਲਿਆ ਹੈਗਾ ਆ। ਤੇ ਉਹਦੇ ਵਿੱਚ ਪਰ ਥੋੜੇ ਕੁਝ ਕੁ ਲੋਕ ਸੀਗੇ, ਉਹਨਾਂ ਦੇ ਮੈਂ ਨਾਮ ਵੀ ਨੋਟ ਕੀਤੇ ਹੈਗੇ ਆ, ਜਿਨ੍ਹਾਂ ਵਿੱਚੋਂ ਪਹਿਲੇ ਨੰਬਰ ਤੇ ਨਾਮ ਹੈਗਾ ਕੈਨੇਡਾ ਦੇ ਵਿੱਚ ਰਹਿ ਰਿਹਾ ਇੱਕ ਸ਼ਖਸ ਨਰਿੰਦਰ ਖੇੜਾ। ਨਰਿੰਦਰ ਖੇੜੇ ਦੀ ਜਿਹੜੀ ਬਾਕੀ ਸਾਰੀ ਜਿਹੜੀ ਜੁੰਡਲੀ ਹੈਗੀ ਆ, ਉਹ ਜੁੰਡਲੀ ਜਿਹੜੀ ਹੈਗੀ ਆ, ਉਹਨਾਂ ਦੇ ਜਿਹੜੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਹੈਗੇ ਆ ਵੀ ਇੱਕ ਬੋਧੀ ਨੂੰ ਤੁਸੀਂ ਆਪਣੇ ਗੁਰੂ ਰਵਿਦਾਸ ਜਿਹੜੀਆਂ ਹੈਗੀਆਂ ਨਾਮਦੇਵ ਜਿਹੜੀਆਂ ਸੰਸਥਾਵਾਂ ਹੈਗੀਆਂ ਗੁਰੂ ਘਰਾਂ ਦੇ ਵਿੱਚ ਬੁਲਾਉਣਾ, ਉਹਨਾਂ ਦੇ ਜਿਹੜੇ ਭੱਦੇ ਤੋਂ ਭੱਦੇ ਕਮੈਂਟ ਜਿਹੜੇ ਆਏ ਹੈਗੇ ਆ। ਜਿੱਦਾਂ ਆਪਾਂ ਮੈਂ ਨਾਂ ਲੈ ਦੇਵਾਂ ਥੋੜੇ ਜਿਹੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਅੱਤ ਚੱਕੀ ਸੀ, ਨਰਿੰਦਰ ਖੇੜਾ ਕੈਨੇਡਾ ਤੋਂ, ਤੇ ਇੱਕ ਆਈਡੀ ਹੈਗੀ ਆ ਫੇਕ ਆਈਡੀ ਗੁਰਪੁਰਬ ਗੁਰਾਂ ਦਾ ਆਇਆ, ਮਨਦੀਪ ਨਰ, ਹੁਣ ਪਤਾ ਨਹੀਂ ਇਹ ਵੀਰ ਨਾਰਾ ਕਨਾਰੀ ਆ, ਤੇ ਰਵਿਦਾਸੀਆ ਜਿਹੜਾ ਨਾਲ ਲਾਇਆ ਹੋਇਆ ਇਹਨੇ, ਇੱਕ ਹੈਗਾ ਮਨਦੀਪ ਨਰ ਤੇ ਰਵਿਦਾਸੀਆ ਰਾਇਲ ਨਾਂ ਤੇ ਆਈਡੀ ਬਣੀ ਹੋਈ ਆ। ਫਿਰ ਇੱਕ ਸੋਨੂ ਮਦਨ ਰਵਿਦਾਸੀਆ, ਰਾਜਵੀਰ ਜਲੰਧਰ ਤੋਂ, ਜਸਪਾਲ ਬੱਦਣ, ਤੇ ਇੱਕ ਆਈਡੀ ਹੈਗੀ ਆ ਬਾਬਾ ਅਮਰਜੀਤ ਕੁਮਾਰ ਰਵਿਦਾਸੀਆ। ਦੇਖੋ ਇਹਨਾਂ ਦੇ ਨਾਮ ਦੇ ਨਾਲ ਰਵਿਦਾਸੀਆ ਲੱਗੇ ਹੋਏ ਹੈਗੇ ਆ। ਤੇ ਇਹਨਾਂ ਨੇ ਜਿਹੜੀ ਪੂਰੀ ਅੱਤ ਚੱਕੀ ਸੀਗੀ ਸੋਸ਼ਲ ਮੀਡੀਆ ਦੇ ਉੱਪਰ, ਜਦੋਂ ਡਾਕਟਰ ਰਾਜ ਰਤਨ ਅੰਬੇਦਕਰ ਜੀ ਨੂੰ ਇਨਵਾਈਟ ਕੀਤਾ ਗਿਆ, ਪਤਾ ਲੱਗਾ ਕਿ ਉਹਨਾਂ ਨੇ ਇੱਥੇ ਗੁਰੂ ਘਰਾਂ ਵਿੱਚ ਆਉਣਾ ਹੈਗਾ ਆ। ਦੇਖੋ ਇਨਵਾਈਟ ਕਰਨ ਵਾਲੀ ਜਿਹੜੀ ਹੈਗੀ ਆ ਇੱਥੇ ਉਹ ਸੀਗੇ, ਉਹ ਆਪਣੇ ਇਟਲੀ ਵਿੱਚ ਆਏ ਹੈਗੇ ਆ, ਤੇ ਉਸ ਤੋਂ ਬਾਅਦ ਗਰੀਸ ਉਹਨਾਂ ਦਾ ਪ੍ਰੋਗਰਾਮ ਹੁੰਦਾ ਹੈਗਾ ਆ, ਫਿਰ ਆਸਟਰੀਆ ਵਿੱਚ ਹੁੰਦਾ ਹੈਗਾ ਆ, ਬਾਅਦ ਵਿੱਚ ਫਿਰ ਇਟਲੀ ਦੇ ਵਿੱਚ ਪ੍ਰੋਗਰਾਮ ਉਹਨਾਂ ਦੇ ਰੱਖੇ ਜਾਂਦੇ ਹੈਗੇ ਆ, ਫਿਰ ਫਰਾਂਸ ਵਿੱਚ ਪ੍ਰੋਗਰਾਮ ਹੁੰਦੇ ਹੈਗੇ ਆ, ਬੈਲਜੀਅਮ ਵਿੱਚ, ਹਾਲੈਂਡ ਦੇ ਵਿੱਚ, ਜਾਣੀ ਕਿ ਜਿੰਨੀਆਂ ਵੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਬਣੇ ਜਿਹੜੇ ਟੈਂਪਲ ਹੈਗੇ ਆ, ਗੁਰੂ ਘਰ ਹੈਗੇ ਆ, ਉਹਨਾਂ ਦੇ ਵਿੱਚ ਪ੍ਰੋਗਰਾਮ ਹੁੰਦਾ ਹੈਗਾ। ਤੇ ਇਟਲੀ ਵਿੱਚ ਤਾਂ ਜਿਹੜਾ ਕਰਮੂਨਾ ਸ਼ਹਿਰ ਹੈ ਇਟਲੀ ਦਾ, ਉੱਥੇ ਉਹਨਾਂ ਨੂੰ 골ਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਜਾਂਦਾ ਹੈਗਾ ਆ।
ਦੇਖੋ ਇਹ ਸਾਰੀ ਜਿਹੜੀ ਕਮਿਊਨਿਟੀ ਆ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਹੈਗੇ ਆ ਤੇ ਉਹਨਾਂ ਨੇ ਸਾਰਿਆਂ ਨੇ ਬਈ ਉਹਨਾਂ ਦੀ ਸਪੀਚ ਨੂੰ ਪ੍ਰਵਾਨ ਕੀਤਾ ਹੈਗਾ ਆ ਤੇ ਕੋਈ ਵੀ ਜਿਹੜਾ ਕਿਤੇ ਵੀ ਕੋਈ ਇਦਾਂ ਦੀ ਗੱਲ ਨਹੀਂ ਹੋਈ ਹੈਗੀ। ਤਾਂ ਫਿਰ ਜਿਹੜੀ ਇੱਥੇ ਆਪਣੇ ਬਚੈਂਸੇ ਗੁਰੂ ਘਰ ਦੇ ਵਿਖੇ ਮੀਟਿੰਗ ਹੋਈ ਹੈਗੀ ਆ, ਇਟਲੀ ਦੇ ਜਿੰਨੇ ਵੀ ਗੁਰੂ ਘਰ ਹੈਗੇ ਆ ਉੱਥੇ ਲਗਭਗ ਸਾਰੀ ਕਮੇਟੀ ਮੈਂਬਰ ਪਹੁੰਚੇ ਹੈਗੇ ਆ। ਉਹਨਾਂ ਨੇ ਮਤਾ ਪਾਸ ਕੀਤਾ ਹੈਗਾ ਆ ਕਿ ਜਿਹੜੇ ਲੋਕ ਇਹ ਜਿਹੜੇ ਮੈਂ ਨਾਮ ਲਏ ਹੈਗੇ ਆ ਜਾਂ ਹੋਰ ਵੀ ਕੁਝ ਨਾਮ ਰਹਿ ਗਏ ਹੋਣਗੇ, ਇਹ ਜਿਹੜੇ ਲੋਕ ਕੁਝ ਕੁ ਲੋਕ ਹੈਗੇ ਆ, ਇਹ ਲੋਕ ਨਾਮ ਦੇ ਮਗਰ ਰਵਿਦਾਸੀਆ ਲਾ ਕੇ ਰਵਿਦਾਸੀਆ ਕਮਿਊਨਿਟੀ ਦਾ ਨਾਮ ਖਰਾਬ ਕਰ ਰਹੇ ਹੈਗੇ ਆ ਔਰ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕਰਨ ਲਈ ਤਿਆਰ ਹੈਗੇ ਆ ਵੀ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈਗੀ ਆ ਜੇ ਇਹ ਚੁੱਪ ਕਰਕੇ ਨਾ ਬੈਠੇ। ਹੋ ਸਕਦਾ ਉਹ ਕਰਨਗੇ ਵੀ, ਉਹ ਆਪਾਂ ਦੇਖੀ ਹੈਗੀ ਵੀਡੀਓ ਮਤਾ ਆਇਆ ਹੈਗਾ, ਉਹਨਾਂ ਨੇ ਆਪਣੇ ਫੇਸਬੁੱਕ ਦੇ ਜਿਹੜੇ ਉਹਨਾਂ ਦੇ ਪੇਜ ਹੈਗੇ ਉਹਨਾਂ ਤੇ ਪਾ ਵੀ ਦਿੱਤਾ ਗਿਆ ਹੈਗਾ ਔਰ ਸੋਸ਼ਲ ਮੀਡੀਆ ਤੇ ਉਹ ਵੀਡੀਓ ਘੁੰਮ ਰਹੀ ਹੈਗੀ ਉਹਨਾਂ ਦੀ। ਕਹਿਣ ਦਾ ਕੀ ਭਾਵ ਆ, ਯੂਰਪ ਦੇ ਵਿੱਚ ਉਹ ਘੁੰਮੇ ਹੈਗੇ ਆ, ਉਹਨਾਂ ਨੇ ਸਪੀਚ ਦਿੱਤੀ ਹੈਗੀ ਆ ਔਰ ਉਹਨਾਂ ਦੀ ਬਹੁਤ ਸਾਰੀ ਜਿਹੜੀ ਪ੍ਰਵਾਨਗੀ ਕੀਤੀ ਹੈਗੀ ਆ। ਉਹਨਾਂ ਨੇ ਇੱਕ ਟੁੱਟ ਰਿਹਾ ਸਮਾਜ ਜਿਹੜਾ ਜੋੜਨ ਦੀ ਗੱਲ ਕੀਤੀ ਆ ਤੇ ਪਰ ਜਿਹੜੇ ਕੁਝ ਕੁ ਲੋਕ ਹੈਗੇ ਆ ਇਹਨਾਂ ਵੀਰਾਂ ਨੂੰ ਸਵਾਲ ਵਾ, ਇਹ ਕੋਈ ਵੱਖਰੀ ਕਮਿਊਨਿਟੀ ਦੇ ਵੱਖਰੇ ਲੋਕ ਨਹੀਂ ਹੈਗੇ, ਇੱਕ ਜਾਤ ਨਾਲ ਵੱਜ ਕੇ ਕੰਮ ਕਰਨ ਵਾਲੇ ਲੋਕ ਹੈਗੇ ਆ। ਪਰ ਜਿਹੜਾ ਇੱਕ ਸ਼ਡਿਊਲ ਕਾਸਟ ਜਾਂ ਫਿਰ ਡਿਪਰੈਸਿਸ ਕਲਾਸਾਂ ਜਿਹੜੀਆਂ ਅੱਜ ਵੀ ਦੇਖੋ ਦਬਾਈਆਂ ਗਈਆਂ ਆ, ਇਹਨਾਂ ਤੇ ਆਪਾਂ ਖੁੱਲ ਕੇ ਗੱਲ ਕਰਾਂਗੇ। ਮੈਂ ਚਾਹੁੰਦਾ ਹਾਂ ਵੀ ਜਿਹੜੀ ਇੱਕ ਆਪਣੇ ਹੀ ਸਾਡੇ ਜਿਹੜੇ ਸਾਥੀ ਸੀਗੇ ਜਿਹੜੇ ਤਥਾਗਤ ਬੁੱਧ ਨੂੰ ਔਰ ਗੁਰੂ ਰਵਿਦਾਸ ਨੂੰ, ਸਤਿਗੁਰੂ ਕਬੀਰ ਜੀ ਨੂੰ, ਉਹ ਪੂਰੀ ਇੱਕ ਲਹਿਰ ਨੂੰ ਮੰਨਣ ਵਾਲੇ ਸਾਥੀ ਜਿਹੜੇ ਹੈਗੇ ਆ, ਉਹਨਾਂ ਨੂੰ ਆਪਾਂ ਇੱਕ ਜਿਹੜਾ ਹੈਗਾ ਕਨਫਿਊਜ਼ਨ ਹੋਈ ਸੀ, ਆਪਾਂ ਉਹ ਦੂਰ ਕਰਨੀ ਚਾਹੁੰਦੇ ਹੈਗੇ ਆ। ਤੇ ਜੇ ਤੁਸੀਂ ਚਾਹੋ ਤੇ ਹੁਣ ਆਪਾਂ ਪਹਿਲਾਂ ਰਾਜ ਸਰ ਨੂੰ, ਡਾਕਟਰ ਰਾਜ ਰਤਨ ਸਰ ਨੂੰ ਲਾਈਨ ਤੇ ਲੈ ਕੇ ਆਪਾਂ ਉੱਤੇ ਗੱਲ ਕਰ ਲਈਏ ਕਿ ਤੁਸੀਂ 2 ਮਿੰਟ ਆਪਣੇ ਵਿਚਾਰ ਦਿਓ ਜੀ। ਪਹਿਲਾਂ ਕੋਈ ਗੱਲ ਨਹੀਂ ਜੀ, ਜੈ ਭੀਮਾ ਜੀ, ਸਾਰੇ ਰਿਸਪੈਕਟਡ ਸਤਿਕਾਰਯੋਗ ਸਾਥੀਆਂ ਨੂੰ ਜੀ। ਪਹਿਲਾਂ ਤੁਸੀਂ ਰਾਜ ਸਾਹਿਬ ਉਹਨਾਂ ਨੂੰ ਕਾਲ ਲਓ ਭਾਜੀ ਇੰਡੀਆ ਤੋਂ, ਤੁਸੀਂ ਬਾਕੀ ਆਪਾਂ ਫਿਰ ਕਰਦੇ ਹਾਂ ਸਾਰੀ ਲੰਬੀ ਡਿਸਕਸ਼ਨ ਸਾਰੇ ਮਸਲੇ। ਤੁਸੀਂ ਲਾਓਗੇ ਕਾਲ ਕਿ ਮੈਂ ਲਾਵਾਂ ਉਹਨਾਂ ਨੂੰ? ਤੁਸੀਂ ਲਾਓ ਇਧਰੋਂ ਕਾਲ। ਤੁਸੀਂ ਲਾ ਲਓ ਭਾਜੀ ਇਧਰੋਂ। ਓਕੇ ਸਾਥੀਓ, ਮੈਂ ਫੇਰ ਰਿਕੁਐਸਟ ਕਰ ਦਵਾਂ ਕਿ ਏਦਾਂ ਹੀ ਕਾਲ ਲਾ ਲਵਾਂ ਨਾਲ ਉਹਨਾਂ ਨੂੰ। ਜੀ ਨਹੀਂ ਅਮਰ ਭਾਈ ਤੁਸੀਂ ਲਾਓ, ਮੇਰੇ ਇਸ ਫੋਨ 'ਚ ਉਹਨਾਂ ਦਾ ਨੰਬਰ ਐਡ ਨਹੀਂ, ਸੌਰੀ ਆ, ਤੁਹਾਨੂੰ ਕਾਲ ਲਾਉਣੇ ਪੈਣੀ ਇਧਰੋਂ, ਸੌਰੀ ਆ। ਹਾਂਜੀ ਤੁਸੀਂ ਲਾ ਲਓ ਮੇਰੇ, ਕਿਉਂਕਿ ਇਸ ਨੰਬਰ 'ਚ ਮੇਰਾ ਉਹਨਾਂ ਦਾ ਨੰਬਰ ਨਹੀਂ ਐਡ ਹੈਗਾ, ਦੂਸਰੇ ਜੋ ਤੋਂ ਲਾਈਵ ਕੀਤਾ ਉਹ 'ਚ ਐਡ ਹੈਗਾ। ਸਾਥੀਓ ਰਿਕੁਐਸਟ ਆ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਜਰੂਰ ਸ਼ੇਅਰ ਕਰਿਓ, ਕਿਉਂਕਿ ਸਾਡਾ ਜਿਹੜਾ ਹੈਗਾ ਮੀਡੀਆ, ਉਹ ਮੀਡੀਆ ਸਾਡੇ ਕੋਲ ਆਹੀ ਮੀਡੀਆ ਹੈਗਾ ਆ। ਕਿਉਂਕਿ ਆਪਾਂ ਦੇਖਦੇ ਹੈਗੇ ਨੈਸ਼ਨਲ ਮੀਡੀਆ, ਗੋਦੀ ਮੀਡੀਆ ਜਿਹੜਾ ਹੈਗਾ, ਭਾਵੇਂ ਉਹ ਪੰਜਾਬ ਦਾ ਹੋਵੇ ਤੇ ਜਿਹੜਾ ਭਾਵੇਂ ਉਹ ਭਾਰਤ ਦੇ ਵਿੱਚ ਜਿਹੜਾ ਹੈਗਾ ਆ ਉਹ ਮੀਡੀਆ ਹੋਵੇ, ਉਹਨਾਂ ਨੂੰ ਇੱਕ ਹਿੰਦੂ ਰਾਸ਼ਟਰ ਦੇ ਨਾਂ ਤੇ ਜਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਇੱਕ ਧਿਰ ਦਾ ਮੀਡੀਆ ਹੈਗਾ ਆ, ਉਹ ਜਿਹੜਾ ਡਿਪਰੈਸਿਸ ਕਲਾਸ ਹੈਗੀ ਆ, ਸ਼ਡਿਊਲ ਕਾਸਟ ਹੈਗਾ ਆ, ਉਹਦੇ ਲਈ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਹੈਗੀ ਉਸ ਮੀਡੀਆ ਦੀ। ਉਹਨਾਂ ਦੀਆਂ ਖਬਰਾਂ ਦੇਣੀਆਂ ਉਹਨਾਂ ਨੂੰ ਕੋਈ ਵੀ ਜਿਹੜਾ ਹੈਗਾ ਇੱਕ ਅੱਜ ਵੀ ਇਸ ਸਮਾਜ ਨੂੰ ਬਿਲਕੁਲ ਦਬਾ ਕੇ ਰੱਖਿਆ ਜਾਂਦਾ। ਇਹਨਾਂ ਦੀਆਂ ਖਬਰਾਂ ਨੂੰ ਉਸ ਪੱਧਰ ਤੇ ਦਿਖਾਇਆ ਨਹੀਂ ਜਾਂਦਾ ਹੈਗਾ। ਤੇ ਬਹੁਤ ਸਾਰਾ ਜਿਹੜਾ ਨੈਸ਼ਨਲ ਮੀਡੀਆ ਤੇ ਆਪਾਂ ਦੇਖਦੇ ਹੈਗੇ, ਜਿਹੜਾ ਨੈਸ਼ਨਲ ਮੀਡੀਆ ਦੇ ਉੱਪਰ ਉਹ ਜਿਨ੍ਹਾਂ ਕੁੜੀਆਂ ਨੂੰ, ਜਿਨ੍ਹਾਂ ਔਰਤਾਂ ਨੂੰ ਨੰਗਿਆਂ ਕਰਕੇ ਘੁਮਾਇਆ ਗਿਆ, ਉਹਨਾਂ ਵਿੱਚੋਂ ਇੱਕ ਦਾ ਜਿਹੜਾ ਹੈਗਾ ਆ ਹਸਬੈਂਡ ਹੈਗਾ ਆ, ਉਹਨਾਂ ਦਾ ਬਿਆਨ ਆਉਂਦਾ ਹੈਗਾ ਕਿ ਉਹ ਇੱਕ ਫੌਜ ਵਿੱਚ ਸੀਗੇ ਔਰ ਕਾਰਗਿਲ ਦੀ ਜਿਹੜੀ ਜੰਗ ਸੀਗੀ ਉਹਦੇ ਵਿੱਚ ਉਹਨਾਂ ਨੇ ਉਹ ਜੰਗ ਲੜੀ। ਤੇ ਉਹਨਾਂ ਦਾ ਜਿਹੜਾ ਹੈਗਾ ਬਿਆਨ ਆਉਂਦਾ ਹੈ ਕਿ ਮੈਂ ਦੇਸ਼ ਦੇ ਲਈ ਕਾਰਗਿਲ ਦੀ ਜੰਗ ਲੜੀ, ਪਰ ਮੈਂ ਆਪਣੀ ਜਿਹੜੀ ਹੈਗੀ ਆ, ਉਹਨਾਂ ਦੀ ਵਾਈਫ ਹੈਗੀ ਆ, ਉਹਨਾਂ ਦੀ ਔਰਤ ਹੈਗੀ ਆ, ਉਹਨਾਂ ਦੀ ਲਾਈਫ ਪਾਰਟਨਰ ਹੈਗੀ, ਪਰ ਉਹਦੀ ਜਿਹੜੀ ਇੱਜ਼ਤ ਨੂੰ ਸ਼ਰਮਸ਼ਾਰ ਹੋਣ ਤੋਂ ਬਚਾ ਨਹੀਂ ਸਕਿਆ। ਤਾਂ ਹਾਂਜੀ ਅਮਰ ਭਾਜੀ, ਇੱਕ ਮਿੰਟ ਜੀ। ਤੇ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਹੈਗੀਆਂ, ਦੇਖੋ ਆਪਾਂ ਦੇਖਦੇ ਹੈਗੇ ਆ ਵੀ ਇੱਕ ਨਾਰਾ ਦਿੱਤਾ ਸੀ, ਜੈ ਜਵਾਨ ਜੈ ਕਿਸਾਨ, ਪਰ ਉਸ ਜਵਾਨ ਦੀ ਜਿਹੜਾ ਸਾਡੇ ਲਈ ਕਾਰਗਿਲ ਦੀ ਜਿਹਨੇ ਜੰਗ ਲੜੀ ਹੈਗੀ ਆ, ਬਾਰਡਰ ਤੇ ਜਿਹਨੇ ਉਹ ਜਾਣੀ ਕਿ ਆਪਣੀ ਪੂਰੀ ਜਿਹੜਾ ਹੈਗਾ ਦੇਸ਼ ਨੂੰ ਬਚਾਉਣ ਦੇ ਲਈ ਆਪਣੀ ਜਾਨ ਦੀ ਬਾਜੀ ਵੀ ਲਾ ਦਿੱਤੀ, ਪਰਵਾਹ ਨਹੀਂ ਕੀਤੀ। ਪਰ ਜਦੋਂ ਉਹਦੇ ਪਿੰਡ ਵਿੱਚ ਹੀ ਉਹਦੀ ਕੋਈ ਰਿਸਪੈਕਟ ਨਹੀਂ ਸੀਗੀ। ਕਿਉਂਕਿ ਜਿਹੜਾ ਆਪਾਂ ਉੱਥੇ ਦੇਖਦੇ ਹੈਗੇ ਆ, 2 ਤਰ੍ਹਾਂ ਦੇ ਸਮਾਜ ਹੈਗੇ ਆ। ਇੱਕ ਉੱਚੀ ਜਾਤ ਵਾਲੇ ਲੋਕ ਹੈਗੇ ਆ, ਜਿਹੜੇ ਇੱਕ ਜਿਹੜਾ ਦੱਬਿਆ ਕੁਚਲਿਆ ਸਮਾਜ ਜਿਹੜਾ ਉੱਥੇ ਵੀ ਹੈਗਾ, ਉਹੀ ਜਾਤ ਦਾ ਵੀ ਰੌਲਾ ਹੈਗਾ ਉੱਥੇ। ਤੇ ਪਰ ਉਹ ਜੇ ਆਪਾਂ ਇਹਨੂੰ ਜਾਤ ਪਾਤ ਤੋਂ ਵੱਖਰਾ ਕਰਕੇ ਜਾਂ ਉੱਚੇ ਨੀਵੇਂ ਨੂੰ ਵੱਖਰਾ ਛੱਡ ਕੇ ਆਪਾਂ ਅਗਰ ਇਹ ਤੇ ਇੱਦਾਂ ਵੀ ਗੱਲ ਕਰੀਏ ਕਿ ਮੈਨੂੰ ਲੱਗਦਾ ਹੈਗਾ ਵੀ ਜਦੋਂ ਵੀ ਕਿਤੇ ਵੀ ਧਿਰ ਦੀ ਲੜਾਈ ਹੁੰਦੀ ਹੈਗੀ ਆ, ਤਾਂ ਉਸ ਧਿਰ ਦੀ ਲੜਾਈ ਦੇ ਵਿੱਚ ਹਮੇਸ਼ਾ ਹੀ ਜਿਹੜਾ ਸ਼ਾਇਦ ਮਰਦ ਪ੍ਰਧਾਨ ਜਾਂ ਸਟੇਟਾਂ ਜਾਂ ਦੇਸ਼ ਜਿਹੜੇ ਜਿੱਤ ਜਾਂਦੇ ਹੋਣਗੇ, ਪਰ ਜਿਹੜੀਆਂ ਉੱਥੇ ਦੀਆਂ ਔਰਤਾਂ ਆ ਉਹ ਹਮੇਸ਼ਾ ਹਾਰ ਜਾਂਦੀਆਂ ਆ। ਔਰਤਾਂ ਹਮੇਸ਼ਾ ਹਾਰ ਜਾਂਦੀਆਂ ਹੈਗੀਆਂ ਆ। ਇਹ ਆਪਾਂ ਹਿਸਟਰੀ ਕੱਢ ਕੇ ਦੇਖ ਲਈਏ, ਭਾਵੇਂ ਉਹ ਵਰਲਡ ਵਾਰ ਹੋਵੇ, ਆਪਾਂ ਯੂਕਰੇਨ ਦੀ ਤੇ ਰਸ਼ੀਆ ਦੀ ਜਿਹੜੀ ਹੈਗੀ ਆ ਜੰਗ, ਜਿਹੜੀ ਅੱਜ ਵੀ ਲੱਗੀ ਹੋਈ ਹੈਗੀ ਆ, ਉਹਦਾ ਉਦਾਹਰਣ ਅੱਜ ਦੇ ਸਮੇਂ ਲੈ ਲਈਏ।
ਉੱਥੇ ਔਰਤਾਂ ਦੇ ਨਾਲ ਜਿਹੜਾ ਇੱਕ ਬਦਸਲੂਕੀ ਕੀਤੀ ਜਾਂਦੀ ਹੈ। ਉਹ ਜਿਹੜੇ ਲੋਕ ਜਦੋਂ ਇਸ ਜੰਗਾਂ ਦੇ ਵਿੱਚ ਜਿਹੜੀਆਂ ਔਰਤਾਂ ਦੇ ਕੱਪੜੇ ਲਾ ਕੇ ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਆ, ਉਹ ਔਰਤਾਂ ਜਿਹੜੀਆਂ ਹੈਗੀਆਂ ਆ, ਭਾਵੇਂ ਹੀ ਰਸ਼ੀਆ ਜਿੱਤ ਜਾਵੇ, ਯੂਕਰੇਨ ਜਿੱਤ ਜਾਵੇ, ਉੱਥੇ ਭਾਵੇਂ ਉਹ ਜਿਹੜਾ ਕਬੀਲਾ ਪਹਾੜਾਂ ਤੇ ਰਹਿੰਦਾ ਆ ਉਹ ਲੋਕ ਜਿੱਤ ਜਾਣ ਜਾਂ ਆਪਣੇ ਮੈਦਾਨੀ ਪੱਧਰ ਵਾਲੇ ਜਿੱਤ ਜਾਣ, ਤੇ ਉੱਥੇ ਜਾ ਕੇ ਪਰ ਜਿਹੜੀਆਂ ਔਰਤਾਂ ਹੈਗੀਆਂ ਉਹ ਹਰ ਸਮਾਜ ਦੀਆਂ ਹਾਰ ਜਾਂਦੀਆਂ ਆ। ਕਿਉਂਕਿ ਜਦੋਂ ਵੀ ਕਿਤੇ ਜੰਗ ਲੱਗਦੀ ਆ, ਲੜਾਈਆਂ ਲੱਗਦੀਆਂ ਹੈਗੀਆਂ ਆ, ਉੱਥੇ ਔਰਤਾਂ ਜਿਹੜੀਆਂ ਹਮੇਸ਼ਾ ਹਾਰਦੀਆਂ ਹੈਗੀਆਂ, ਕਿਉਂਕਿ ਉਹਨਾਂ ਦੀ ਇੱਜ਼ਤ ਨੂੰ ਹੱਥ ਪਾਈ ਜਾਂਦੀ ਹੈਗੀ ਆ। 84 ਦੇ ਜਿਹੜੇ ਹੈਗੇ ਆ ਕਤਲੇਆਮ ਹੋਇਆ ਹੈਗਾ ਆ। ਫਿਰ ਜਿਹੜਾ ਇੱਕ ਆਪਣਾ ਗੁਜਰਾਤ ਦੇ ਵਿੱਚ ਕਤਲੇਆਮ ਜਿਹੜਾ ਹੈਗਾ ਕੀਤਾ ਜਾਂਦਾ ਹੈਗਾ, ਜਿਹੜਾ ਹਿੰਦੂਆਂ ਵੱਲੋਂ ਉੱਥੇ ਕੀਤਾ ਗਿਆ। ਉੱਥੇ ਵੀ ਜਦੋਂ ਆਪਾਂ ਦੇਖਦੇ ਹੈਗੇ ਆ, ਉੱਥੇ ਜਿਹੜੀਆਂ ਆਪਾਂ ਬਿਲਕਿਸ ਬਾਨੋ ਦਾ ਆਪਾਂ ਦੇਖੋ, ਉਹਦੀ ਜਿਹੜਾ ਸੰਘਰਸ਼ ਕੀਤਾ, ਉਹਦੇ ਪਰਿਵਾਰ ਨੂੰ ਕਿੱਦਾਂ ਮਾਰਿਆ ਗਿਆ। ਯਾਨੀ ਕਿ ਉੱਥੇ ਔਰਤਾਂ ਜਿਹੜੀਆਂ ਹੈਗੀਆਂ ਉਹ ਹਾਰ ਜਾਂਦੀਆਂ ਹੈਗੀਆਂ, ਭਾਵੇਂ ਉਹਨਾਂ ਨੂੰ ਇਨਸਾਫ ਦੇ ਨਾਂ ਤੇ ਉੱਪਰ ਜਿਹੜਾ ਬਾਅਦ ਵਿੱਚ ਮੰਨ ਲਓ ਵੀ ਉਹਨਾਂ ਦੇ ਜਿਹੜੇ ਜਿਨ੍ਹਾਂ ਨਾਲ ਉਹਨਾਂ ਨੇ ਬਦਸਲੂਕੀ ਕੀਤੀ ਹੈਗੀ ਆ ਉਹਨਾਂ ਨੂੰ ਸਜ਼ਾ ਵੀ ਮਿਲ ਜਾਵੇ, ਪਰ ਜਿਹੜੀਆਂ ਉਹ ਔਰਤਾਂ ਜਿਹੜੀਆਂ ਜਿਨ੍ਹਾਂ ਨੂੰ ਦਰੜਿਆ ਗਿਆ, ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਕੱਪੜੇ ਉਤਾਰੇ ਗਏ ਔਰ ਜਿਨ੍ਹਾਂ ਦੇ ਬੱਚਿਆਂ ਨੂੰ, ਪਰਿਵਾਰ ਨੂੰ ਉਹਨਾਂ ਦੇ ਸਾਹਮਣੇ ਮਾਰ ਦਿੱਤਾ ਗਿਆ, ਉਹ ਔਰਤਾਂ ਕਿੱਦਾਂ ਜੰਗ ਜਿੱਤੀਆਂ? ਉਹ ਤਾਂ ਬਿਲਕੁਲ ਟੁੱਟ ਗਈਆਂ ਨਾ। ਇਸ ਲਈ ਮੈਂ ਕਹਿੰਦਾ ਕਿ ਪੂਰੇ ਆਪਾਂ ਵਰਲਡ ਦੀ ਹਿਸਟਰੀ ਚੱਕ ਲਈਏ, ਹੋ ਸਕਦਾ ਕਈ ਦੇਸ਼ ਜਿੱਤ ਜਾਂਦੇ, ਹੁਣ ਮਰਦ ਪ੍ਰਧਾਨ ਜਿੱਤ ਜਾਂਦਾ ਹੋਵੇ, ਪਰ ਜਿਹੜੀਆਂ ਔਰਤਾਂ ਹਮੇਸ਼ਾ ਜੰਗਾਂ ਦੇ ਵਿੱਚ ਹਾਰਦੀਆਂ ਨਜ਼ਰ ਆਈਆਂ ਆ। ਤੇ ਅੱਜ ਨੈਸ਼ਨਲ ਮੀਡੀਆ ਦੇ ਉੱਪਰ ਜਿਹੜਾ ਹੈਗਾ ਆ ਇਹਨੂੰ ਬੜਾ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈਗਾ ਆ, ਔਰ ਜਿਹੜਾ ਟ੍ਰੈਂਡ ਚਲਾਇਆ ਜਾ ਰਿਹਾ ਹੈਗਾ ਆ, ਮੋਦੀ ਭਗਤ ਜਿਹੜੇ ਬੀਜੇਪੀ ਭਗਤ ਹੈਗੇ ਆ, ਉਹਨੂੰ ਇੱਕ ਦੇਸ਼ ਭਗਤੀ ਦੀ ਰੰਗਤ ਦੇ ਨਾਲ ਉਹ ਸਾਰੇ ਦੇ ਸਾਰੇ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਔਰ ਪਰ ਜਿਹੜਾ ਇੱਕ ਇੰਟਰਨੈਸ਼ਨਲ ਮੀਡੀਆ ਹੈਗਾ ਆ, ਭਾਵੇਂ ਜਿਹੜਾ ਇੰਟਰਨੈਸ਼ਨਲ ਕੋਈ ਵੀ ਕੰਟਰੀ ਆਪਾਂ ਲੈ ਲਈਏ, ਤੇ ਉਹਨਾਂ ਨੇ ਜਿਹੜਾ ਹੈਗਾ ਇਸ ਖਬਰ ਨੂੰ ਬੜੇ ਵੱਡੇ ਪੱਧਰ ਤੇ ਉਛਾਲਿਆ ਹੈਗਾ, ਭਾਵੇਂ ਅਖਬਾਰਾਂ ਹੈਗੀਆਂ, ਤੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਆ ਸਾਡੇ ਪੂਰੇ ਭਾਰਤ ਦੇਸ਼ ਦਾ ਜਿਹੜਾ ਹੈਗਾ ਨਾਮ ਜਿਹੜਾ ਬਿਲਕੁਲ ਖਰਾਬ ਹੋਇਆ ਹੈਗਾ ਤੇ ਸ਼ਰਮਸਾਰ ਹੈਗਾ ਭਾਰਤ ਉਸ ਜਿਹੜੀ ਹੈਗੀ ਹੋਇਆ ਹੈਗਾ ਉਸ ਘਟਨਾਵਾਂ ਨੂੰ ਲੈ ਕੇ। ਤੇ ਅੱਜ ਦੇ ਇਸ ਲਾਈਵ ਦੇ ਵਿੱਚ ਆਪਾਂ ਇਹ ਗੱਲਾਂ ਬਾਤਾਂ ਵੀ ਕਰਾਂਗੇ। ਤੇ ਮੈਂ ਪਹਿਲਾਂ ਜਿੱਦਾਂ ਆਪਾਂ ਗੱਲ ਕਰਦੇ ਸ਼ੁਰੂ ਦੇ ਵਿੱਚ ਜਿਹੜੀ ਮੈਂ ਗੱਲ ਕਰਨਾ ਚਾਹੂੰਗਾ ਵੀ ਜਿਹੜਾ ਆਪਣੇ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਦੇ ਵਿੱਚ ਜਿਹੜਾ ਆਪਣੇ ਰਾਜ ਰਤਨ ਸਰ ਦੇ ਨਾਲ ਜਦੋਂ ਇਟਲੀ ਦੇ ਵਿੱਚ ਆਏ ਹੈਗੇ ਆ, ਤੇ ਉਹਨਾਂ ਦੇ ਨਾਲ ਜਿਹੜਾ ਇੱਥੇ ਆ ਕੇ, ਹਾਂਜੀ ਅਮਰ ਭਾਜੀ ਆਪਣੇ ਨਾਲ ਸਰੋਂ ਨਹੀਂ ਜੁੜੇ ਨਹੀਂ, ਤੇ ਮੈਂ ਟਰਾਈ ਕਰ ਰਿਹਾ ਉਹਨਾਂ ਨੂੰ ਜੀ। ਇੱਕ ਮਿੰਟ ਵੇਟ ਕਰੋ, ਫਿਰ ਕਰ ਦਿਓ ਨਾ ਸੈਟਿੰਗ। ਸਿਰਫ ਇੱਕ ਮਿੰਟ। ਓਕੇ, ਮੈਂ ਕਾਲ ਕੱਟਾ ਇੱਧਰੋਂ। ਹਾਂਜੀ ਤਾਂ ਆਪਾਂ ਸਾਥੀਓ ਵੇਖਦਾ ਜਿਹੜੀਆਂ ਇਹ ਘਟਨਾਵਾਂ ਵਾਪਰਦੀਆਂ ਆ, ਔਰ ਇਹਨਾਂ ਦੀ ਘਟਨਾਵਾਂ ਦੇ ਵਾਪਰਨ ਵਾਲੇ ਜਿਹੜੇ ਇਹ ਲੋਕ ਹੈਗੇ ਆ, ਉਹ ਜਦੋਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਉਹ ਆਪ ਹੀ ਖੁਦ ਹੀ ਵੀਡੀਓ ਬਣਾਉਂਦੇ ਹੈਗੇ ਆ। ਤੇ ਆਪਾਂ ਇੱਥੇ ਗੱਲ ਬਾਤ ਕਰਾਂਗੇ, ਪਰ ਜਿਹੜੀ ਇੱਕ ਮੈਂ ਗੱਲ ਕਰਨੀ ਚਾਹੂੰਗਾ ਕਿ ਜਿਹੜੀ ਆਪਾਂ ਜਿਹੜੀ ਘਟਨਾ ਇੱਕ ਆਪਣੇ ਇਟਲੀ ਦੇ ਵਿੱਚ ਜਾਂ ਯੂਰਪ ਦੇ ਵਿੱਚ ਰਾਜ ਰਤਨ ਸਰ ਨੂੰ ਲੈ ਕੇ ਹੋਈ ਹੈਗੀ ਆ। ਦੇਖੋ, ਰਾਜ ਰਤਨ ਸਰ ਨੇ ਆਪਣੀ ਜਿਹੜੀ ਗੱਲ ਬੜੇ ਵਧੀਆ ਸ਼ਬਦਾਂ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਜਿਹੜੇ ਟੈਂਪਲ ਬਣੇ ਹੈਗੇ ਆ ਇੱਥੇ, ਉੱਥੇ ਜਾ ਕੇ ਉਹਨਾਂ ਨੇ ਰੱਖੀ ਹੈਗੀ ਆ, ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਲੋਕ ਉੱਥੇ ਉਹਨਾਂ ਗੁਰੂ ਘਰਾਂ ਵਿੱਚ ਪਹੁੰਚੇ ਹੈਗੇ ਆ। ਔਰ ਜਿਹੜਾ ਇੱਕ ਪਾੜ ਪਾਇਆ ਜਾ ਰਿਹਾ ਸੀਗਾ ਵੀ ਇੱਕ ਜਿਹੜੇ ਕੁਝ ਕੁ ਲੋਕ ਸੀ, ਜਿੱਦਾਂ ਮੈਂ ਨਾਮ ਲਏ ਹੈਗੇ ਆ, ਅਗਰ ਮੈਂ ਉਹਨਾਂ ਦੀਆਂ ਤੁਹਾਨੂੰ ਖਬਰਾਂ ਦੱਸਾਂ ਵੀ ਉਹਨਾਂ ਨੇ ਕੀ ਜਿਹੜਾ ਹੈਗੇ ਇਲਜ਼ਾਮ ਲਾਏ ਹੈਗੇ ਆ, ਤੇ ਉਹਨਾਂ ਦੀ ਜਿਹੜੀ ਭਾਸ਼ਾ ਹੈਗੀ ਆ, ਨਾਮ ਦੇ ਨਾਲ ਉਹਨਾਂ ਨੇ ਆਪਣੇ ਰਵਿਦਾਸੀਆ ਜ਼ਰੂਰ ਲਾਇਆ ਹੈਗਾ ਆ, ਪਰ ਜਿਹੜੀ ਉਹਨਾਂ ਦੀ ਭਾਸ਼ਾ ਹੈਗੀ ਆ ਉਹ ਬੜੀ ਇੱਕ ਰਫ ਭਾਸ਼ਾ ਹੈਗੀ ਆ। ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਵੀ ਮਨੂਵਾਦੀ ਲੋਕ ਜਿਹੜੇ ਹੈਗੇ ਆ, ਉਹਨਾਂ ਦੀ ਜਿਹੜੀ ਸੋਚ ਹੁੰਦੀ ਹੈਗੀ ਆ, ਤੇ ਇੱਕ ਆਪਣੇ ਉਹ ਸੀਗਾ ਵੀ ਜਿਹੜਾ ਇੱਕ ਜਾਤ ਨੂੰ ਪ੍ਰਮੋਟ ਕਰਨਾ, ਜਿਹਨੂੰ ਗੁਰੂ ਰਵਿਦਾਸ ਮਹਾਰਾਜ ਬਿਲਕੁਲ ਰੱਦ ਕਰਦੇ ਹੈਗੇ ਆ। ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ, ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਕਿ ਉਹਨਾਂ ਨੇ ਉਸ ਜਾਤ ਨੂੰ, ਖਲਾਸ ਦਾ ਮਤਲਬ ਜਿਹੜਾ ਹੈਗਾ ਖਤਮ ਕਰਨਾ ਹੁੰਦਾ ਹੈਗਾ। ਖਲਾਸ ਦਾ ਮਤਲਬ ਖਾਲਸ ਨਹੀਂ ਹੁੰਦਾ ਹੈਗਾ, ਪਿਓਰ ਨਹੀਂ ਹੁੰਦਾ ਹੈਗਾ। ਜਿੱਦਾਂ ਵੀ ਅਕਸਰ ਸਟੇਜਾਂ ਦੇ ਉੱਪਰ ਦੇਖੋ, ਜਦੋਂ ਤੁਸੀਂ ਡਿਕਸ਼ਨਰੀ ਜਿਹੜੀ ਚੱਕਦੇ ਹੈਗੇ ਆ, ਉਦੋਂ ਜਿਹੜੇ ਹੈਗਾ ਆ ਮੁਗਲਾਂ ਦਾ ਰਾਜ ਸੀਗਾ, ਤੇ ਉਹ ਜਿਹੜੀ ਭਾਸ਼ਾ ਚੱਲ ਰਹੀ ਸੀਗੀ ਉਹਦੇ ਸ਼ਬਦ ਦਾ ਜਦੋਂ ਤੁਸੀਂ ਕਰੋਗੇ ਫਾਰਸੀ ਭਾਸ਼ਾ ਦਾ, ਤੇ ਉਹਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਦਾ ਬਿਲਕੁਲ ਕਲੀਅਰ ਹੈਗਾ ਆ। ਤੇ
ਉਹਦੇ ਵਿੱਚ ਜਿਹੜਾ ਹੈਗਾ ਵੀ ਉਹ ਬਿਲਕੁਲ ਕਲੀਅਰ ਕਰਦੇ ਹੈਗੇ ਆ ਗੱਲ ਨੂੰ ਕਿ ਬਿਲਕੁਲ ਕਲੀਅਰ ਕਰਦੇ ਹੈਗੇ ਆ ਵੀ ਜਿਹੜਾ ਹੈਗਾ ਆ ਖਲਾਸ ਇਸ ਜਾਤ ਨੂੰ ਚਮਾਰ ਨੂੰ ਖਲਾਸ ਕਰਦੇ ਹੈਗੇ ਆ, ਖਤਮ ਕਰਦੇ ਹੈਗੇ ਆ, ਪਰ ਇਹਦੇ ਅਰਥ ਕੁਝ ਹੋਰ ਕਰ ਦਿੱਤੇ ਜਾਂਦੇ ਆ। ਪਰ ਕੁਝ ਲੋਕ ਜਦੋਂ ਗੁਰਦਾਸ ਮਹਾਰਾਜ ਆਪਣੀ ਅੰਮ੍ਰਿਤ ਬਾਣੀ ਦੇ ਵਿੱਚ ਸਾਫ਼-ਸਾਫ਼ ਦੱਸਦੇ ਹੈਗੇ ਆ, ਜਾਤ ਪਾਤ ਕੇ ਫੇਰ ਮੈਂ ਉਲਝ ਗਏ ਸਭ ਲੋਕ ਨਾ, ਉਹ ਬਿਆਨ ਕਰਦੇ ਹੈਗੇ ਆ। ਤੇ ਉਹਦੇ ਵਿੱਚ ਜਾਤ ਨੂੰ ਪ੍ਰਮੋਟ ਕਰਨ ਵਾਲੇ ਜਿਹੜੇ ਲੋਕ ਹੈਗੇ ਆ, ਜਿਹੜੇ ਲੋਕ ਜਾਤੀ ਵਿਵਸਥਾ ਨੂੰ ਬਣਾਈ ਰੱਖਣ ਵਾਲੇ ਹੈਗੇ, ਗੁਰਦਾਸ ਮਹਾਰਾਜ ਜਾਤ ਨੂੰ ਖਤਮ ਕਰਦੇ ਹੈਗੇ ਆ। ਪਰ ਜਿਹੜੇ ਲੋਕ ਇੱਕ ਜਾਤ ਨਾਲ ਵੱਜ ਕੇ ਚਾਹੁੰਦੇ ਹੈਗੇ ਵੀ ਅਸੀਂ ਗਾਂਹ ਵਧਣਾ ਹੈਗਾ ਆ, ਉਹ ਲੋਕਾਂ ਨੇ ਹੀ ਇਹ ਜਿਹੜੀਆਂ ਸਾਡੇ ਡਾਕਟਰ ਰਾਜ ਰਤਨ ਅੰਬੇਦਕਰ ਸਾਹਿਬ ਜੀ ਦੇ ਖਿਲਾਫ ਪੋਸਟਾਂ ਪਾ ਕੇ ਉਹਨਾਂ ਦਾ ਇੱਥੇ ਆਉਣ ਤੇ ਵਿਰੋਧ ਕੀਤਾ। ਪਰ ਮੈਂ ਕਹਿੰਦਾ ਆ ਸਲੂਟ ਆ ਜਿਹੜੀਆਂ ਇੱਥੇ ਦੀਆਂ ਜਥੇਬੰਦੀਆਂ ਆ, ਜਿਹੜੇ ਗੁਰੂ ਘਰਾਂ ਦੀਆਂ ਸਭਾਵਾਂ ਹੈਗੀਆਂ ਆ ਪੂਰੇ ਯੂਰਪ ਦੀਆਂ। ਦੇਖੋ ਉਹ ਗ੍ਰੀਸ ਗਏ ਹੈਗੇ ਆ, ਪਹਿਲਾਂ ਮੈਂ ਸਾਰੀ ਕੰਟਰੀਆਂ ਦੇ ਨਾਂ, ਬੈਲਜੀਅਮ, ਫਰਾਂਸ, ਹਾਲੈਂਡ ਤੇ ਆਪਣੇ ਇਟਲੀ ਦੇ ਵਿੱਚ ਉਹਨਾਂ ਦੇ ਪ੍ਰੋਗਰਾਮਾਂ ਨੂੰ ਇੱਥੇ ਦੀ ਜਿਹੜੀ ਸੰਗਤ ਆ, ਇੱਥੇ ਦੇ ਲੋਕ ਆ, ਗੁਰੂ ਘਰਾਂ ਦੀ ਸੰਗਤ ਆ, ਉਹਨਾਂ ਨੇ ਬੜਾ ਪਸੰਦ ਕੀਤਾ। ਉਹਨਾਂ ਦੀ ਸਪੀਚ ਦੇ ਨਾਲ ਉਹਨਾਂ ਦੇ ਵਿੱਚ ਜਿਹੜੇ ਇੱਕ ਪਾੜ ਪਾਇਆ ਜਾ ਰਿਹਾ ਸੀ ਗੱਲ, ਇੱਕ ਬੋਧਿਸਟ ਔਰ ਜਿਹੜੀ ਰਵਿਦਾਸੀਆਂ ਦੇ ਵਿੱਚ, ਉਸ ਨੂੰ ਖਤਮ ਕੀਤਾ ਉਹਨਾਂ ਨੇ। ਤੇ ਸਾਡੇ ਨਾਲ ਅੱਜ ਦੇ ਲਾਈਵ ਦੇ ਵਿੱਚ ਸਾਥੀਓ ਡਾਕਟਰ ਰਾਜ ਰਤਨ ਅੰਬੇਦਕਰ ਸਰ ਜੁੜੇ ਹੈਗੇ ਆ। ਤੇ ਡਾਕਟਰ ਸਾਹਿਬ ਜੈ ਭੀਮ ਜੀ, ਨਮੋ ਬੁਦਾਏ। नमो बुधाय, जय भीम। बहुत बहुत थैंक्स है जी थोड़ा डॉक्टर साहब, आपका बहुत बहुत थैंक्स है। आप हमारे साथ आज के इस प्रोग्राम में जुड़े हैं। जो आपने जो यूरोप टूर किया था उसके लिए बहुत सी सारे हमें अभी भी कॉल आ रहे हैं कि बहुत अच्छा प्रोग्राम था। आपने जो भी स्पीचेस दिए हैं गुरुघर में बा कमाल थी, और जो जानकारी आपने जो शेयर की है बहुत ही अच्छी थी। और आपने जो बाबा साहब की जो मूवमेंट के बारे में बात की है, आपने तथागत बुद्ध की जो शिक्षा थी उस पर बात की है, और गुरु रविदास जी की, वो सबको मिलाकर आपने जो बात रखी है वो बाकमाल थी। वो सभी, क्योंकि कुछ लोग सिर्फ और सिर्फ गुरु रविदास जी को जानते थे, जहाँ पर थोड़ा सा बाबा साहब को जानते थे, लेकिन तथागत बुद्ध के बारे में जो आपने वो उनकी वाणी जो है, उनकी जो विचार है, उनको भी साथ में जब मिक्स किया तो पता चला कि जो तथागत बुद्ध से लेकर साहब कांची राम तक, जिसमें सतगुरु कबीर साहब, गुरु रविदास जी, शाहू जी महाराज, फूले जी महाराज, वो सभी आ जाते हैं। ये हमारी जी पूरी की पूरी विचारधारा है। आपने इसका आकर जो जहाँ पर जो यूरोप में सभी गुरुगर थे, और उन्होंने आपका बहुत ज़्यादा, उन्होंने आपके जाने के बाद भी बहुत सारा उन्होंने आपका धन्यवाद किया है, और वो वीडियो बनाई है। और जो कुछ लोग सोशल मीडिया पर आपके बारे में कुछ गलत मलत जो आज नकली है, असली है, या फिर कुछ और सारी, एक बुद्धिस्ट को गुरु रविदास टेम्पल में क्या काम है, ऐसी जो बातें उन्होंने बोली थी, वो उनको उनके खिलाफ कानूनी कार्रवाई करने का आदेश दिया है। जो जहाँ की जो इटली की जो सभी गुरुगर हैं, उन्होंने एक मता पास किया है, जिसमें उन्होंने कहा है कि अगर वो लोग चुप नहीं हुए हम कानूनी कार्रवाई करेंगे। वो 5-7 जो 10 लोग हैं वो कौन होते हैं, क्योंकि गुरुगर की संगत वो सुनना चाहती है राज रतन सर को, और जो गुरुगर की जो कमेटी है वो उनको फिर से बुलाना चाहती है। जे लेकिन जो 10-15 साथी है सोशल मीडिया पर, और इनके फेसबुक अकाउंट जो वो भी कोई फेक न्यूज है, फेक अकाउंट है थोड़े से। ये कौन होते हैं जो अपने नाम के मगर रविदासिया तो लिख लेते हैं, लेकिन वो जे ऐसे कौन से लोग हैं, अगर उन्होंने मुंह बंद नहीं किया उन पर हम कानूनी कार्रवाई करेंगे। उन्होंने ये मता पास किया है। आपसे हम 2 सवाल करना चाहते हैं। पहले तो आप थोड़े से लफ्जों में ये बताएं कि आपने जो यूरोप टूर लगाया है, आपको कैसा महसूस हुआ यूरोप टूर लगाकर? जी देखो, आप धन्यवाद। मुझे सारी जानकारी आपने दी। मुझे तो ये जानकारी पता नहीं थी कि कोई विरोध हो रहा है जी। जब मैं और आपको एक जानकारी देना चाहता हूँ। मैं जब यूएस जाता हूँ, यूनाइटेड स्टेट्स जाता हूँ, तो वहां पर भी हमें गुरु रविदास सभा के लोग, बेगमपुरा कल्चरल सोसाइटी हो, श्री गुरु रविदास सभा ऑफ न्यूयॉर्क हो, वही हमें वहां पर बुलाती है। बाबा साहब अम्बेडकर जी की जयंती के लिए बुलाते हैं, और वहां पर भी मैं गुरु घरों में बाबा साहब की बात रखता हूँ, बुद्ध की बात रखता हूँ, रविदास जी की बात रखता हूँ। तो वहां पर हमें कभी कोई दिक्कत नहीं। उसके बाद मैं ऑस्ट्रेलिया में जाता हूँ, कनाडा में जाता हूँ, कई कंट्रीज में हम
बुद्ध से लेकर मान्यवर काशीराम जी तक की जो मूवमेंट है, वो विचारधारा है, वो यानी मैं तो हमेशा मैंने गुरु घरों में भी और आपका जो लास्ट कंक्लूजन प्रोग्राम हुआ उसमें भी कहा कि चलो हम तो बाबा साहब के परिवार के लोग हैं, लेकिन भारत की असली वंशावली तो ये है जो बुद्ध से चली आई है, जो मान्यवर काशीराम जी तक आई है। तो ये एक दूसरे के विचारों के है, विचारों के वंशज है। और मैंने यही कहा कि हम लोगों को, हम जो इंसान है, ये हार्डली 100 साल 80 साल का आयु उनको मिलता है। 80 साल 50 साल 60 साल जिसकी आयु है, उसके पीछे जाने के बजाय 2500 सालों से जो ये विचारों की वंशावली चली आ रही है, विचारों का ये जो ये चल रहा है, उसके पीछे हम लोगों को जाना चाहिए, ना कि व्यक्ति के पीछे। तो कोई अगर ये कह रहा है कि असली है तो फिर हम लोगों को ये भी देखना चाहिए कि बाबा साहब ने जिनके विचार पूरे किए, क्या वो उनके परिवार के सदस्य थे? क्या गुरु रविदास जी बाबा साहब के परिवार के सदस्य थे? क्या महात्मा फुले बाबा साहब के परिवार के सदस्य थे? और मैं फिर उनको भी सवाल करना चाहूंगा कि आज आप बाबा साहब की जयंती, चाहे वो आप इटली में मना रहे हो, ग्रीस में मना रहे हो, बेल्जियम में मना रहे हो, जर्मन में मना रहे हो, क्या आप बाबा साहब का नाम ले रहे हो? क्या आप बाबा साहब के परिवार के लोग हो? बाबा साहब परिवारवाद या ये इससे हम लोगों को ऊपर रखा हुआ है, और हमको विचारों की करनी चाहिए। और ऐसे किस्म के लोग तो हर कम्युनिटी में होते हैं। तो मुझे फर्स्ट टाइम, दिस वाज माय फर्स्ट टाइम टू विजिट यूरोप, और यूरोप के बहुत सारी कंट्रीज में मैं लिटरली कहता हूँ, मुझे सिर्फ इटली के ही प्रोग्राम की जानकारी थी, 9 तारीख की और 16 तारीख की। इसके अलावा मेरा और कोई प्रोग्राम, मुझे उसकी जानकारी नहीं थी कि मेरा और कोई प्रोग्राम भी लगे हैं। मुझे तो सिर्फ इतना ही पता था कि मेरा जो वीजा है वो सिर्फ इटली का वीजा है। वहां पर आने के बाद पता चला कि मेरा वीजा ये बहुत सारी कंट्री जा सकते हैं। तो ग्रीस में हम गए तो 4 दिन वहां पर लोग गए, भाई करके यहाँ पर हम लोग रुके, व्यवस्था की, बहुत अच्छा ट्रीटमेंट। और ये पहली बार मैंने जो फोटोज डाली ग्रीस की, तो कैनेडा से मैसेज आया कि अरे वाह, हम लोग पहली बार देखें महिला भी आपका स्वागत करने के लिए फर्स्ट प्रेफरेंस प्रायोरिटी वहां पर होती है जी, महिला, बच्चे, यूथ। और मैंने देखा यूरोप में एक बहुत अच्छी मुझे बात दिखाई दी कि चाहे वो इटली हो, ग्रीस हो, बेल्जियम हो, फ्रांस हो, होलैंड हो, कई सारी कंट्रीज में हम गए, वहां पर यूथ इन्वॉल्व है। मैंने देखा जब लंदन में हम जाते हैं तो मोस्टली वहां पर अबाउट 30 के लोग मिशन चला रहे हैं, लेकिन यहाँ पर यूरोप के धरती 30s और 40s में जो लोग हैं वो लोग इन्वॉल्व है इस मिशन में। तो अब यूरोप में ये जो मिशन है ये और 30 साल तक फ्रेश रहेगा, ऐसा मैंने वहां देखा। इटली और पूरा यूरोप तक रहा, बहुत सक्सेसफुल रहा, बहुत अच्छा वहां पर रिस्पॉन्स मिला। और ये जो कुछ मैसेजेस आ रहे क्या, और उसका मुझे कोई फर्क नहीं पड़ता, क्योंकि बुद्ध ने एक बात कही है, मैं हमेशा बुद्ध को ये आइडेंटिकल बुद्धिस्ट नहीं हूं, मैं प्रैक्टिकल बुद्धिस्ट हूँ। मैं बुद्धा को सिर्फ दिखावे में नहीं, तो बुद्धा की बातों को इम्प्लीमेंट करते हैं। बुद्ध एक बात कहते हैं कि दुनिया में ऐसा कोई भी इंसान नहीं है जिसकी सिर्फ तारीफ होती हो, और दुनिया में ऐसा कोई भी इंसान नहीं जिसकी सिर्फ बुराई होती हो। दुनिया में हर एक की तारीफ भी होती है और बुराई भी। तो इंसान वही है कि तारीफ होने पर वो बहकता नहीं है, और बुराई होने पर वो विचलित नहीं होता है, वही सही इंसान। तो मैं ऐसा ही समझता हूँ कि तारीफ और बुराई और एट ए टाइम चलती है, रिवॉल्यूशन और काउंटर रिवॉल्यूशन तो हैंड इन हैंड चलते हैं, ऐसा मैं समझता हूँ। तो ये किस ओर देखना है, नेगेटिविटी को देखना है या पॉजिटिव देखना है? मेरे सामने हमेशा पॉजिटिविटी वहां पर, तो मैं पॉजिटिविटी को वहीं पर
देख रहा था, लोग सत्कार कर रहे थे, लोग सुनने आ रहे थे। मैं गुरु घरों में लोगों से पूछ रहा था, मैं एक बुद्धिस्ट आदमी हूँ, क्या आप मुझसे बुद्ध की बात सुनना चाहोगे? तो लोग कहते थे कि हम सुनना चाहेंगे, क्योंकि मुझे कभी कभी एक दो लोगों ने कहा था कि आप बुद्ध की बात मत किया करो, अपना नाम लिया करो। तो मैं लोगों से पूछता था, क्या मैं बुद्ध का नाम ले सकता हूँ या नहीं सकता हूँ? तो लोग ही कह देते थे क्या आप ले सकते हो। तो देखो ये चेंज चाहिए। एक या दो लोग पूरा समाज नहीं हो सकता ना। जी बिल्कुल। एक या दो लोग समाज नहीं है, तो मैं एक या दो लोगों की सुनने के बजाय उन समाज में क्या उनकी भावना है और वो क्या चाहते हैं, मैं उन तक पहुंच रहा। जी बिल्कुल सर। बिल्कुल सर, आपने जो बात रखी है, और जो अच्छी बात है वो सभी सुनना चाहते हैं, लेकिन उनके सामने जो परोसा जाएगा उनके माइंड ऐसे ही कर दिए जाएंगे। लेकिन जब आप आए और मैंने बोला कि अब जो कुछ लोग हैं वो समाज नहीं होता है, जो 10-15 लोग हैं वो समाज नहीं होता है। समाज जो जाता है, जो जैसे पूरी इटली की गुरु घर की कमेटी, उन्होंने मीटिंग की, उन्होंने उस 10-15 लोगों को जो गलत कमेंट कर रहे थे उनके जो पेज है गुरु घर के, उनके नीचे आकर उनको चेतावनी दी है, वार्निंग दी है कि अगर ऐसे ही चलता रहा तो हम कानूनी कार्रवाई करेंगे। और उससे पता चल गया, मालूम हो गया सबको कि ये लोग सिर्फ और सिर्फ विरोध ही करना जानते हैं। और सर आपके पास जैसे हमने आज शायद समा कम हो, इसलिए कुछ लोग जब आपने लास्ट प्रोग्राम किया जो हम संस्था वेलफेयर संस्था की तरफ से था, उसमें थोड़ी कंफ्यूजन हुई। उसमें जो साथी थे हमारे, उन्होंने अपने गले में जो उन्होंने झंडे डाले हुए थे, जो बुद्धिस्ट कंट्रियों के झंडे हैं, वो बुद्धिस्ट कंट्रियों के झंडे हैं, वो डाले हुए थे। और उनको एक तो ये कंफ्यूजन थी, जो गले में जो बुद्धिस्ट कंट्रियों के झंडे डाले थे, मुझे जो पता चला है कि वो पंचशील नहीं थे, उनको पंचशील नहीं कहा जाता, नंबर 1। और नंबर 2 पर ये बात थी कि उन्होंने माइंड किया, क्योंकि आपने बताया कि 128 जो कंट्री है बुद्धिस्ट कंट्री, वो इसका बुरा मनाती हैं, अपमान समझती हैं। लेकिन वो जो एक मेरा भी नजरिया है कि हमारे भारत में जैसे वो हमारे साथी आए थे, पूरी बस भरकर आए थे, उन्होंने पूरी बस में उसका प्रचार किया कि वो अपने आप को एक बाहरी दिख से भी दिखाना चाहते थे कि हम बौद्धिस्ट भी जहां आए हुए हैं, वो आपको भी दिखाना चाहते थे। हमारे साथियों ने कहा कि शायद इसकी वजह से राजरतन सर हमारी तरफ देखेंगे, उनको भी थोड़ा प्राउड होगा कि हाँ, जहां इटली में बौद्धिस्ट साथी भी हैं, जे इसलिए हमने एक पहचान के तौर पर। और मुझे भी लगा वो ठीक है, अगर जहां कहीं पहचान दिखानी है तो वो गले में अगर हम बौद्धिस्ट अपने जो झंडा है उसके जो मफरल वगैरह है वो डाल लें, उसे अगर हमारी पहचान बनती है तो वो डाल लेना चाहिए। मुझे भी लगा, वो पर्सनली लगा। लेकिन उनको आपने वो 128 कंट्रियों का वो नियम बताया था, आपने जो एक्सप्लेन किया उसका माइंड हुआ, उनको माइंड किया उन्होंने, उनको लगा कि ये गलत बात है, उन्होंने हमको निशाना बनाया, शायद उनको लगा कि हमने निशाना। जी सर, मैं आपको इसमें जी सर, देखिए आप लोग जो फ्लैग पहन लेते हैं, मैंने आपको ये भी बताया कि हम इसको पंचशील के पट्टी या दम्मध्वज, मैंने वो आपको ये भी बताया कि हमारा जो फ्लैग है ना, उसे पंचशील ध्वज नहीं कहते। जी बताया था आपने, जी बताया था मैंने वो इसमें भी बताया, स्पीच में भी। जी तो वो दम्मध्वज लोगों को इंफॉर्मेशन, उसको पंचशील ध्वज कहते हैं, वो दम्मध्वज। सेकंड, दम्मध्वज का एक तार है जी, दम्मध्वज का एक स्टार है। तार में आपको बताया वर्ल्ड फेडरेशन ऑफ बुद्धिस्ट 1950 में बचता है जी। और ये इसकी कॉन्सेप्ट होती है, देश के सारे होते हैं और इसके ऊपर ये ध्वज जो है वो रखा हुआ होता है जी। मैंने कभी नहीं कहा कि ये कहीं पहना बैग है या कोई इसको मानती नहीं। अब वियतनाम के कुछ मिलने के लिए आए सर, तब उन्होंने मेरा स्वागत करते समय मेरे गले में व्हाइट कलर के, उन्होंने गुरु घरों में सरोपा देते हैं, तो व्हाइट
कलर के वो सरपा मुझे उन्होंने पहना जी। तो बहुत सारी कंट्रीज में ये जो हम लोग, ये इंडिया में ज्यादातर हम लोग देखते हैं कि ये जो धम्मध्वज है, धम्मध्वज को एक विशेष लोगों ने उसको बनाया है और वो गले में जी, उसको गले में पहनने से मैं विरोध नहीं कर जी, लेकिन जब हम उसको गले में पहनते हैं तब वो उड़ता रहता है जी, जब से बाहर आता है तो हम उसको क्या कर देते हैं, उसको गांठ मारते हैं। जी, 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 बिल्कुल। आपने देखा होगा कि हम उसको गले में गांठ मारते हैं जी, जी, और बिल्कुल। गांठ मार के उसको गले जैसे मफलर की तरह हम उसको यूज करते हैं। जी, तो मेरा ये कहना है कि 128 देशों का झंडा है, जी, अब एक झंडे का अगर अपमान करते हैं तो हमें जेल हो जाती है जी, और ये हमारे ही धम्म का ध्वज है, तो क्या हम अपने ही हाथों से अपने धम्म ध्वज का अपमान कर रहे हैं? जी, ये मेरा कहना है। मैं आपको उसको मैं कई बार, मैं कितने मेरे आप मेरे फेसबुक पेज पे जाइए, मैं कितनी बार मैंने उसको पढ़ा है लेकिन उसको रिस्पेक्ट देता हूं। जी। वो कहीं उड़े नहीं, वो कहीं गिरे नहीं, तो उसको मैं ठीक तरह से बांध के रखता हूं या उसका कहीं अपमान ना हो, जी, उस ध्वज का अपमान ना हो, ये हम लोगों को देखना है। और इंडिया में अभी भी लोगों को ये पता नहीं है। हम लोग अभी भी वो पहन रहे हैं गले में, जी, गले में पहन के फिर कहीं ना कहीं उसका अपमान हम अपने हाथों से कर रहे हैं। मैंने ये कहा कि लोग 128 देश इसको अपमान कर, मैंने ये कहा कि हमारे हाथों से इसका अपमान हो रहा है। ओके। इस ध्वज क्योंकि सर हमारे हाथों से अपमान ना हो। हमारे, देखिए हम लोग भी बुद्धिस्ट है, हमको ये सामने वाले को अगर मेरे हमेशा कोर्ट पे बुद्धा का एक स्टैच्यू जो मुझे थाईलैंड के मॉन्क्स ने दिया था कोर्ट पे लगाने के लिए, बहुत समय तक वो मेरे कोर्ट पे रखा हुआ रहता है। और धम्म ध्वज के क्या कहते हैं स्टिकर जैसे जो मेटल में वो हमको खिस्से पे लगाने के लिए देता है, वो भी मेरे खिस्से पे होता है। बाबा साहब की फोटो कभी हमारे खिस्से पे होती है जी। तो वो हम लोगों अपने छाती पर अपने जिस तरह से वो डिस्प्ले हो सके वो हम करते ही है ना जी। मेरा कहना ये है कि ये 128 देशों का ध्वज है, हमको ही उसकी रिस्पेक्ट करनी है जी। अभी कई कितनी बार वो हमारे गले से निकल के जाता है जी, वो हमारे पैरों पे आ जाता है जी। तो मेरा ये कहना है कि हमें इसको मैंने वो भी तभी कहा कि मैं इसको जब मुझे कोई देता है तो मैं उसे वो नहीं कहता कि मुझे मत दो, मैं उसे लेता हूं और मेरे यहां से लगा कर रखता हूं जी। ये मेरे स्पीच में आप लोगों ने नोट किया होगा कि मैंने वो बोला कि जब भी मुझे धम्म ध्वज देता है तो मैं उसे गले में पहनता, उसको मैं अपने जेब में छाती के पास रिस्पेक्ट से रखता हूं। नहीं ठीक है सर, आपने जैसे मैंने शुरू किया था, जैसे मैंने शुरू किया था, जैसे हमने सुना है कि बौद्ध धर्म में अदब बेअदब नाम की कोई चीज नहीं है। ऐसे जैसे बेअदबी होती है गुरु घरों में, बहुत से लोग अंदर ऐसे एंटर हो गए तो उनको मार दिया जाता है। पंजाब की आपने घटना देखी है तो वो नहीं है। राइट साइड से आओ, लेफ्ट साइड से आओ, राइट में बैठो, लेफ्ट में बैठो, वो नहीं है। लेकिन मैं अपने आप से सवाल कर रहा हूं जी कि अगर एक नेशनल फ्लैग का अगर अपमान होता है तो उसके लिए सजा है, तो 128 देशों का ये तो हमारा धम्म ध्वज है ना जी, हमें उसको रिस्पेक्ट देनी चाहिए जी। तो ये हमारे ऊपर है, हमें उसको गले में पहनना है, कल को हम उसको सर पे पट्टी बांध के घूमने लग जाए। अभी हमारे यहाँ पर जो साड़ी होती है, लोग अपने साड़ी के जो बॉर्डर्स होती है उसमें धम्म ध्वज लगाना शुरू कर दिए जी। हम लोग अब बाबा साहब की टी शर्ट पहनना शुरू कर दिए हैं जी। तो जब तक हम उसको डिस्प्ले करते हैं तो ये पहनने वाले की जिम्मेदारी कि उसके ऊपर छींटे ना उड़े जी। तो इतना तो हमको प्रोटोकॉल अपने लिए डिसिप्लिन, जब वो गले में पहन रहा है तो वो उसकी जिम्मेदारी है कि उसका अपमान नहीं हो, उस चीज का अपमान नहीं हो, उसको गांठ मार के ना रखे जी
जी सर, जैसे अभी हमारे जो पंजाब में बुद्ध विहार है, जो तक्षशिला बुद्ध विहार है, जो संघमिता बुद्ध विहार है, वहां से जो आम मिलते हैं, जो बुद्ध विहारों में से जो पंजाब में हमारे मिलते हैं, जो गले में नहीं, ये तो दुकानों में अभी नहीं, अभी ये सिर्फ बुद्ध विहारों में नहीं मिल रहे हैं, ये दुकानों में मिलते हैं। और हम तो इससे इतना परेशान है कि अभी बरसात शुरू हुई हमारे यहाँ पर, अभी राखी का त्योहार आएगा, ये हमारे लोगों के लिए पंचशील वाली राखियां भी अभी मार्केट में लाए हैं। तो क्या हमको वो पंचशील वाली राखी है इससे? जी 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 जी, ये तो है। बताइए ना मुझे आप, क्या पंचशील वहां उस राखी में है, इसलिए वो बौद्धों का रिस्पेक्टेबल कलर्स है, इसलिए हमको वो राखी पहनने के चाहिए। बुद्धा की राखी आ रही है, बाबा साहब की राखी आ रही है, तो ये कहीं ना कहीं हमको फिर उस हिंदू कल्चर में लेके जा रहे हैं। सर, इस बात को फिर हम कल्चर से हम बाहर आए, इस बात को थोड़ा सा नजदीक करते हैं, तो पिछले दरवाजे से ये हिंदू कल्चर में लेके जा रहे हैं। जी जी जी, वो तो है, वो तो अभी सभी धर्मों को, क्योंकि जो ब्राह्मण है उसने तो बिजनेस करना है, उसने राखी जो आपको चाहिए वो बना देनी है, जो भी आपको चाहिए आपके सामने वो रख देना है, क्योंकि वो मार्केटिंग फैक्ट्री वगैरह उनकी है। लेकिन मैं इसी विषय पर बात करना चाहूंगा कि अगर भारत में अभी आपने बोला कि रिस्पेक्ट होनी चाहिए, वो जो फ्लैग है, जो दम ध्वज है, वो गले में डालो तो ठीक है, उसकी रिस्पेक्ट हो। लेकिन अगर वो साथी डालना चाहते हैं तो उसके साथ वो अगर उसकी हिफाजत भी करते हैं, उसको नीचे नहीं गिरने देते, तो वो अपने आप को स्टैब्लिश करना चाहते हैं। देखो, जैसे हमारे बलविंदर सर हैं, वो दुबई में गए थे, उन्होंने दुबई में जाकर वो प्रोग्राम किया था वहां, तो और उन्होंने वो दम ध्वज वो गले में डाला हुआ था। जब वो निकले बाहर, वो रोड पर निकले, तो बहुत से लोग उनको वो दम ध्वज देखकर उनको नमो बुद्धाय बुला रहे थे, और वो आगे जा रहे थे। बहुत से लोग उनको आपके महाराष्ट्र के साउथ एरिया के मिले, उन्होंने उनको श्रीलंका के मिले, उन्होंने उनको उस पट्टी से, माफरल से उन्होंने नमो बुद्धाय बुलाया। वो जी मैं कहना चाहता हूं, अगर हम इससे इस तरह कर रहे हैं तो इससे कोई नुकसान क्या है? उनको हम ऐसे अगर करने से रोक थोड़ी सकते हैं वो। जी देखिए, ध्वज का एक ध्वज अगर कोई पहना रहा है तो मेरी ये पर्सनल उसको वैसा नहीं करना चाहिए, क्योंकि धम्म ध्वज है। धम्म ध्वज आप जो फ्लैग का जो डंडा होता है जी, अगर जी, उसमें आप ऊंचा उसको चलते। देखो, धम्म हमारा है जी, बाबा साहब ने हमें इस धम्म से इंट्रोड्यूस किया। अब हमें इसको अगर आप ही तो रिस्पेक्ट नहीं करोगे तो सामने वाले आपको कैसे रिस्पेक्ट करेंगे? जी, तो हमको हमारे धम्म की रिस्पेक्ट करते आने चाहिए। किसी भी कंट्री में मैं देखो, उस लोग साइकिलिंग कर रहे थे और क्या नाम है, कोई शायद कोई ऑफिस था, वहां पर जब आप ध्वज लहरा रहा था, जब आप उसके बाद हिंदुओं का भी ध्वज लहरा रहा था, और उसी में ये धम्म ध्वज भी लहरा रहा था। जी, अगर इस तरह से ऊंचे पोल पर अगर आप धम्म ध्वज लहराते हो तो उसका स्थान वहां पर है, आपके गले में नहीं है। ठीक है, ये आपके व्यक्तिगत आपकी राय है कि ये पर्सनल बिलीफ है। मैं अपनी पर्सनल बिलीफ में सिर्फ आपको बता रहा हूं कि ये उसका ऐसा मान सम्मान हो रहा है। अगर कोई नहीं करना चाहता तो वो उसके ऊपर है। जी सर, हाँ, यही है, यही बात है, वो आपकी राय है, आपका जो पर्सनल है, जो आपके गले में अगर डालता भी है तो आप उसको रिस्पेक्टेड आपको। मैं ये बात भारत में हर मेरे कॉन्फ्रेंस में कहता हूं जी कि ये इसका सम्मान किया करो जी, इसको पैर के नीचे जो प्रथा हमारे हाथों से गलत चलवा रहे हैं लोग, हमको उसको रोकना होगा जी। अब इंडिया के अतियों की रैली निकाली जा रही है, मुझे बताओ क्या मुझे इसका समर्थन करना चाहिए? नहीं, क्योंकि लाखों लोग इसका समर्थन करते हैं जी। लाखों लोग वो बुद्धा की अस्थियों को देखने के लिए वहां पर लोटपोट हो रहे हैं, और बाबा साहब के मिशन को ये अस्थि पूजा में कन्वर्ट कर दिया है जी। तो अब वो बुद्धा की अस्थि है, वो अलग होता है,
लेकिन क्या बाबा साहब ने हमें क्योंकि पूजा करने के लिए बुद्धिज्म के लिए बुद्धिज्म में लाया है? जी नहीं। क्या बाबा साहब ने बौद्ध धर्म की दीक्षा लेते समय क्या खुद को धम्मध्वज गले में पहना हुआ था? नहीं नहीं, हमने नहीं देखा। बाबा साहब की फिजिकल कंडीशन नहीं थी, फिर भी बाबा साहब चंद्रमणि भंते जी को उनको कुर्सी पे बिठाते हैं और खुद उनके पीछे सपोर्ट लेकर खड़े रहते हैं। तो देखो, ये रिस्पेक्ट आपको धम्म का करना होगा। जी जब जिन्होंने हमको बुद्धिज्म में लाया है, जब वो खुद धम्म का रिस्पेक्ट नहीं कर रहे, तो हमें कोई अधिकार नहीं होता कि हम बुद्ध के धम्म को डिसरिस्पेक्ट करें। जी जी सर, आपका आप फोटो देख लीजिए बाबा साहब का। बाबा साहब, सविता माई ये कुर्सी का सपोर्ट लेकर खड़े हैं और बनते चंद्रमणि खुद पर बैठे हुए हैं। जी, जबकि बाबा साहब की फिजिकल कंडीशन नहीं है, फिर भी बाबा साहब खड़े होकर उनका रिस्पेक्ट कर रहे हैं। जी आज भी हमारे लोगों को बुद्धिज्म में क्या होता है, क्या नहीं होता है, अब भी लोगों को पता नहीं। बच्चे यानी जो मॉन्क्स होते हैं इंडिया में, लोग उनके पैर पड़ते हैं, पैरों के ऊपर माथा टेकते हैं, पैरों के ऊपर हाथ लगाते हैं, जबकि मॉन्क्स को हाथ तक लगाने की बुद्धि नहीं है। जी ओके। वो इसलिए नहीं है, ऐसा नहीं कि वो बहुत पवित्र है इसलिए, क्योंकि बुद्धिज्म में टच से भी कुछ विकार तैयार होते हैं। फिजिकल टच करने से भी कुछ विकार उस व्यक्ति में तैयार होते हैं। इसलिए बुद्ध ने उसके लिए भी टच के लिए मना किया है मॉन्क्स को। जी हमारे लोगों को यह भी पता नहीं है, हमारे बच्चे जो आज हमारे जनरेशन है, वो मॉन्क से हाथ मिलाते हैं, जी हैंडशेक करते हैं। जी तो बुद्धिज्म और वो मॉन्क्स को भी पता नहीं होता। जी तो ये बताना क्या बुद्धिज्म का अपमान है? नहीं। जब मैं आपको ये इंफॉर्मेशन दे रहा हूं कि बुद्धिज्म ये नहीं होता है, जी बुद्धिज्म ऐसा नहीं है, बुद्धिज्म में ये सब नहीं चलता, क्या ये बताना किसी को अपमानित करना है? मैं आपको अपमानित नहीं करना चाहता, मैं आपको एनलाइटन करना चाहता। जी मैं आपको एनलाइटन करने के लिए बातें बता रहा हूं, अपमानित करने के लिए नहीं। मैंने और एक बात मेरे स्पीच में कही कि महाराष्ट्र में हमारे लोग जब पंचशील बोलते हैं, सुरा मेरे मज्ज पमाद अठाना वेरमन, तब उनके मुंह से दारू की बू आती होती है। क्यों ये मैं बोल रहा हूं? जी इस बात बोल रहा हूं, इस बात जब पर हम भी ये बोल रहे हैं, इस बात पर भी थोड़ा बवाल था कि ये उसका बात अर्थ भी पता नहीं है। जी मैं इसलिए बोल रहा हूं कि हम इसको पाली में बोल रहे हैं, तो हमको उसका हिंदी का अर्थ, मराठी का अर्थ, पंजाबी का अर्थ भी पता होना चाहिए। कि कसम ले रहा हूं कि मैं नकली चीजों का सेवन नहीं करूंगा। मैं ये आपको जानकारी दे रहा हूं, आपको अपमानित नहीं करना चाह रहा। जी 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 बिल्कुल 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 सर देखिए, मैं ऐसा है राज सर, ऐसा है, जब आपने वो स्पीच दी थी तो आप जो इंग्लैंड की मुमेरियल कमेटी है बुद्धिस्ट जी, वो उनके जो सीनियर साथी हैं उनसे भी संपर्क किया गया। मैंने आपको वीडियो भेजी थी, ऑडियो, मतलब अपने अमर सर ने, उन्होंने उस ऑडियो में भी, वो उस कमेटी के प्रेसिडेंट रह चुके हैं, उन्होंने भी इस बात को, आपकी बात को, उनकी उम्र काफी हो गई है, लेकिन आप जानते हैं, मैंने उनकी ऑडियो सुनी और बहुत ही रिस्पेक्ट थी उन्होंने। रिस्पेक्ट मैं तो स्वागत करता हूं इसका, मैं स्वागत करता हूं। अगर मुझसे कोई गलती हो रही हो और मुझे अगर कोई सुधार, तो मैं उसको एक्सेप्ट करता हूं, मैं गलती को सुधार के फिर मैं काम करूं। मैं ऐसा नहीं कि किसी ने मुझे गलत बोल दिया टोल ही करना किया। मैं उस तरह का, अगर मैं कहीं गलत लाइन जा रहा हूं और कोई मुझे सुधारना चाह रहा है, तो मैं उसको वो सुधार एक्सेप्ट करूंगा। जी। और एक बात उन्होंने नमो बुद्धाय कहा। हाँ, जबकि आप मेरा स्पीच अभी भी मेरे लाइव में, मैं उसमें कह रहा कि महापुरुष और महानायिकाओं ने हक पर अधिकार की लड़ाई लड़ी,
मैं सभी को नमन कर। जी तो क्या उसमें बुद्ध नहीं आता? जी तो क्या मैंने नमो बुद्धाय नहीं कहा? क्या मैंने जी, नमो रविदास नहीं कहा? क्या मैंने नमो बाबा साहब नहीं कहा? क्या जी। मैंने नमो काशीराम नहीं कहा? वो सभी लोग में आते हैं, क्योंकि उन्होंने सभी लोगों ने मेरी लड़ाई लड़ी। जी मैंने महात्मा फुले को भी नमन किया, शिवाजी महाराज को भी नमन किया, शाहू महाराज को भी नमन किया, बुद्ध को भी नमन किया। सबको मैंने नमन एक ही सेंटेंस में कर दिया है। जी 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 बिल्कुल। आप मेरा वो स्पीच का स्टार्टिंग निकाल लीजिए। जी मुझे अभी भी याद है, मैंने यही पोस्ट सेंटेंस है, मैंने जब कहा कि मैं सभी को नमन करता हूं जिन्होंने मेरे लिए लड़ाई, मेरे हक और अधिकार के लिए। जी 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 तो उनका जो सजेशंस है, मैंने बौद्धों को कहा कि वो शराब पीते हैं। मैं बौद्धों को नहीं, मैं उनको जानकारी देना चाह रहा हूं कि हम जब सुरा मेरे या मज्जा बोलते हैं या वकील बोलते हैं, तब ये पाली बोलते हैं। हमें उसका हिंदी, पंजाबी, मराठी अर्थ पता था, तो हम उसको मंत्र की तरह बोलते जा रहे। जी तो हमें समझना होगा क्या बोल रहे जी और उसको इंप्लीमेंट करना होगा। जी क्योंकि हम इस बात से लड़ रहे हैं महाराज, शराब जो है हमारे समाज को खा रही है। जी हमारे लोग उसके आखिर होते जा रहे हैं। और मैं ये बता के आपको एनलाइटन कर, हमारे लोग बिहारों में शराब पीकर आ रहे हैं और वो ये बोल रहे हैं कि शराब न पीने की कसम दिखा रहे। जी तो हमें लोगों को जागरूक करना होगा कि हम क्या बोल रहे हैं। जी इससे मैं किसी बौद्ध को ह्यूमिलेट नहीं करना चाहता, जी ह्यूमिलेट नहीं कर रहा हूं, मैं उसको एनलाइटन कर रहा हूं कि अरे भाई तुम जो बोल रहे हो तो उसके ऊपर काम कर रहे हो क्या, उसको इम्प्लीमेंट कर रहे हो। जी तो किसी को ह्यूमिलेट नहीं करना चाहता कोई, बल्कि मेरा तो मानना यह था कि जो मैंने यूरोप में देखा कि हम लोग आपस में, और कोई आपस में डिवीजन नहीं है, मैंने देखा जी अम्बेडकर कम्युनिटी हो और अम्बेडकर से जो लोग बुद्धि हुए या अम्बेडकर से जो गुरु रविदास जी को फॉलो कर रहे हैं, ग्राउंड लेवल पे सभी लोग इकट्ठा, सभी एक साथ बैठते हैं, किसी को किसी से कोई दिक्कत नहीं है। दिक्कत किसे है? जो लोग, एक दो लोग हर समाज में होते हैं, लोग जहर घोलते हैं, वो एक दो लोगों को दिक्कत है। जी 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 बिल्कुल बिल्कुल बिल्कुल। वो हर जगह में जाते हैं। समाज हमारा है। मैंने लोगों को इकट्ठा करने का काम किया तीनों कम्युनिटीज में। मैत्री जो बुद्धा पाते हैं वो बताने की बात की। मुझ पर इल्जाम या आरोप कहो कि मैंने बुद्धा की बात कही। जी 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 मैंने नमो बुद्धा कहा। अगर ऐसा आप कह रहे हो तो मेरा पूरा स्पीच आप लोग रेफर करो, वो बुद्धिज्म के अलावा और कुछ। जी सर, आपकी उसमें यही कहा, आपकी जो जी बाबा साहब ने लास्ट में कंक्लूड हमें बुद्धिज्म में करके गए कि बुद्धिज्म अगर भारत का संविधान नहीं आपके इस्तेमाल में लाया जाता तो आप बौद्ध बनो और बौद्ध देवताओं के साथ मिलकर आप लोग अपनी हक और अधिकार की लड़ाई भारत से लड़ो। बिल्कुल। ये बात मैंने लास्ट जो आपने कार्यक्रम किया उसके बाद। अब बताओ, मैंने बुद्धा का नमो बुद्धाय कहा भी, अगर थोड़ी देर मां नमो बुद्धाय तो क्या ये बात कहना बुद्धा को नमन करने जैसे नहीं है? जी जी बिल्कुल बिल्कुल सर। आपकी जो स्पीच थी उस पूरी स्पीच में हमें वो एक माला के मोती की तरह नजर आ रहे थे। तथागत बुद्ध, सतगुरु कबीर, शाहू जी, फूले जी, गुरु रविदास जी एक माला की तरह नजर आ रहे थे। आपने पूरी लाइन जो हमारी पुरखों की थी, एक विचारधारा के में उनको मालाओं में परो दिया। और इसलिए आपकी हमें कल से उसी दिन से बहुत सारे फोन आ रहे हैं कि बहुत अच्छी स्पीच थी। और किसी ने भी कोई भी नेगेटिव पॉइंट, अगर आप 2 घंटे शायद 20 मिनट बोले हैं मेरे ख्याल से। देखो, मेरी उस समय फिजिकल कैपेसिटी भी नहीं थी बोलने की। जी 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 फिर भी मैं 2 घंटे 2.5 घंटे बोला और मुझे और
और कुछ जानकारी रखनी थी, लेकिन मैं खुद इतना थक गया था जी कि मुझे और फिर वो बात रखने का मौका नहीं मिला। जी 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 सर, आपने जो बात क्लियर की है लास्ट में, फिर मैं दोहरा देता हूं कि वो आपके पर्सनल विचार हैं जो गले में दम ध्वज पहनते हैं, लेकिन मैंने भी बोला था उन्होंने उतारने को नहीं बोला था, उन्होंने आपको इन्फॉर्मेशन दी है। मेरा स्पीच लाइव है, जी जी रिकॉर्ड पे है। मैंने कभी अपने स्पीच से ये नहीं कहा कि आप अपने गले से उतार दो। मैंने कहा कि हमें ये 128 देशों का ध्वज है जी हम उसको गले में काट कर पहन रहे हैं, जी तो वो हमसे अपमान कहीं ना कहीं हो रहा है। जी सर। तो मैं ये ठीक है, चलो आपने उसको एक तो बुद्धिस्ट आइडेंटिटी आप वो पहन रहे हो जी तो अगर पहन रहे हो तो उसकी पूरी रिस्पेक्ट आपके हाथों से होनी चाहिए। कहीं उसको मोड़ कर देखो, 5 रंग आपको दिखाना है, जब आप उसको गांठ मार देते हो तो वो 5 रंगों का क्या होता है बताओ मुझे? 3 रह जाते हैं, 2 या 3 रह जाते हैं। वो गांठ मारने के बाद वो पंचशील कहां गया? जी नहीं रहा वो पंचशील। जी 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 उसको अपने गांठ मार के उसके सारे कलर इधर उधर कर दिए, जी तो वो नहीं होना चाहिए। ठीक है सर। हम बाबा साहब को फॉलो कर रहे हैं, बाबा साहब ने दिया हुआ दम फॉलो कर रहे हैं, तो हमारे हाथों ये नहीं होना चाहिए, वरना कल को हमारे हाथों में राखी भी आ जाएगी दम ध्वज वाली। जी 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 बिल्कुल। फिर आप ये भी बोलोगे अरे राजरत्न अंबेडकर तो दम ध्वज वाली राखी का विरोध कर रहा है। जी तो हमें तर्क लगाना है, वो तो हमको तर्क लगाने के लिए कहता है। जी 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 तर्क लगाइए। ये तो होगा, कल को टी शर्ट भी आ जाएगी दम ध्वज वाली, आ रहा है, टोपी भी आ मैं जाएगी। इस बात से परेशान हूं। जी मैं अपनी लाइफ में कभी भी मैं बाबा साहब का टी शर्ट नहीं पहनता, जी क्योंकि बाबा साहब का टी शर्ट मैंने थोड़ी देर के लिए पहन लिया तो उसके बाद मैं बाबा साहब को बकेट में डालूंगा, हाँ ये तो है। बाबा साहब को वॉशिंग मशीन में डालूंगा। जी मैं ये ना, हमें अगर कोई बाबा साहब की फोटो भी अगर कोई ये हो गई, डिसमेंटल हो गई, खराब हो गई, तो हमें उसको डिस्ट्रॉय करना कि मेरे अलावा किसी को पता ना चले। जी हम अपने ही, जब बाबा साहब की कोई मूर्ति तोड़ी जाती है तो हम ही तो लोग होते हैं तो सबसे ज्यादा वो फोटो वायरल करते हैं। बिल्कुल बिल्कुल, जब उनके बाबा साहब का स्टैचू तोड़े जाते हैं, जब उनकी मूर्ति तोड़ी जाती है, तो हम संघर्ष में सबसे आगे होते हैं। नहीं, संघर्ष में तो आगे होते भी है। मुझे बहुत सारी ये फोटोज आती है, मैं कहता हूँ फोटो फॉरवर्ड करने के बजाय मुझे एफआईआर फॉरवर्ड करो। जी 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 बिल्कुल। फोटो, जैसे अगर किसी फोटो का अपमान कर दिया तो हम लोग क्या करते हैं, वो फॉरवर्ड करते हैं, देखो बाबा साहब का अपमान हुआ, तो ये अपमान तो हमारे हाथों से हो रहा है। जी जब हम उसको फॉरवर्ड करते हैं तो हम और एक आदमी को दिखाते हैं कि देखो बाबा साहब का अपमान हो गया। जी 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 बाबा साहब का अपमान हो गया, ये लिखित में आप बताओ और एफआईआर की कॉपी फॉरवर्ड करो कि ये फोटो मुझे इस नंबर से आया और इस नंबर ने ये फॉरवर्ड किया, ये कहां से आया, इसको ढूंढो, ये एफआईआर करवाओ। जी हमारे लोग एफआईआर नहीं करते और वो फॉरवर्ड करते रहते हैं। हमारा अपमान हमारे ही हाथों से हो रहा है। जी 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 ये हमको तर्क लगाना है। मैं सभी को आप ये जो हमारा कन्वर्सेशन होगा, जो लोग सुनेंगे, मैं उनको यही कहूंगा कि मेरी बातों का भी विश्वास मत करो, तर्क लगाओ, अपनी बुद्धि का इस्तेमाल करो। जी जी तथागत बुद्ध ने यही कहा, बुद्धि तथागत बुद्ध यही कहते हैं कि मेरी भी ना मानो, बात पर जी 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 मैं वही कह रहा हूं कि अगर एक कंट्री के पक्ष को इतनी बड़ी संहिता दी जाती है तो 128 देशों के पक्ष को भी एक संहिता है जिसको हमें फॉलो करना है। जी सर जी कि चलो आप लोग वो धम्म ध्वज नहीं कह रहे हो, उसको पंचशील की पट्टी कह, तो अगर पंचशील की पट्टी है तो उसको पंचशील तक ही तो रखो जी, उसको उड़ने मत दो, उसको कहीं से स्टिक करो, पिन लगाओ जी। हाँ, तो वो करो। उस तरह से अगर करते हो तो उसका अपमान नहीं होता। मैं इसलिए कहता हूं कि लोग उसको गांठ मार के रख देते हैं, फिर लोगों के गले से वो उतर के पैर पे चल जाता है, कोई लोग उसको कहीं रख देते हैं। जी बिल्कुल जी जी सर, आज आपने समय दिया। आज अगर आपके पास समय हो तो हम वैसे अमर और मैं दोनों हम जुड़कर आज जो
घटना घटी हुई है मणिपुर की, उस पर बात करनी थी, लेकिन आपका जो मणिपुर का हम सभी लोग निषेध करते हैं, और मैं यही कहता हूं भारत में वर्ल्ड के लोगों को ये बताता हूं, दिस आर दी इंडिकेटर्स, ये इंडिकेटर्स है मनुस्मृति के जिंदा होने के। जी, मनु के कानून में औरतों को इसी तरह की ट्रीटमेंट देने की बात है जी, आदिवासियों को हो या किसी औरतों को हो, इसी तरह की ट्रीटमेंट देने की बात मनु करता है। और अगर ये मणिपुर में हो रहा है तो ये मणिपुर से पंजाब में, पंजाब से महाराष्ट्र में आने में देर नहीं लगेगी। अभी हम लोगों को ये मणिपुर की घटना पूरे वर्ल्ड के फेमिनिस्ट कहो, फीमेल्स कहो, औरतों को कहो, सबको इसके अगेंस्ट खड़ा होना चाहिए जी, चाहे वो औरत कहता की हो, यूएस को, ऑस्ट्रेलिया को, इंडिया की, तो सभी औरतों को इसके खिलाफ खड़ा होना चाहिए। जी सर, जी। इंडियन क्रिकेटर्स जब किसी ब्लैक को वहां पर मारा जाता है यूएस में, तब इंडियन क्रिकेटर्स अपना कुटिन पर वो बैठ कर विरोध प्रदर्शन करते हैं। तो अब कोई इंडियन औरत ऐसा विरोध प्रदर्शन क्यों नहीं कर रही? जी बिल्कुल। भारत की प्रेसिडेंट एक, जबकि वो खुद एक महिला है, तो ये वो बात क्यों नहीं कर रही? जी, तो ये हम लोगों को कहीं ना कहीं देखना है कि भारत में फिर से ममता जिंदा ना हो, मनु जिंदा ना हो, तो हम लोगों को हर तरह से इसका विरोध करना चाहिए। जी सर, राज सर आपने हमें आज समय दिया, बहुत बहुत धन्यवाद है। हम आपको अगली बार हम एक टॉपिक लेके आएंगे, जैसे आज का जो मणिपुर की घटना है जहाँ और है लोकतंत्र के नाम पर हो रहा राजतंत्र, ऐसा हम टाइटल कुछ लेके आएंगे। मैं आपसे हमें जब समय मिलेगा तो उस पर हम विचार करेंगे, लोकतंत्र की आड़ में हो रहा राजतंत्र, इसको अभी उस पर कुछ विचार करेंगे। आप वीडियो पर लेंगे आपको, क्योंकि आज हमारे साथी थोड़ा बिजी थे, गर्मियों की छुट्टी चल रही है, तो वीडियो पर आपको नहीं ले सके। तो इसलिए आगे जब आपके पास समय होगा, संडे को हम लाइव करते हैं, और उस पर उसमें हम इस विषय पर बात करेंगे आपसे, पूरी जो कानून को आप जानते हैं, क्या कैसे कैसे हम बचा सकते हैं, इस पर हम बात करेंगे। आज के लिए आपका बहुत धन्यवाद सर, आप हमारे साथ जुड़े, आपने अपना आपकी बात रखी, बहुत बहुत धन्यवाद। जय भीम, नमो बुद्धाय। नमो बुद्धाय, जय भीम। नमो बुद्धाय, जय भीम सर जी। हाँ जी, ਤੇ ਸਾਥੀਓ, ਇਹ ਸੀ ਜਿਹੜੇ ਸਾਡੇ ਸਾਥੀ ਹੈਗੇ ਆ, ਸਾਡੇ ਜਿਹੜੇ ਪੂਰੀ ਵਿਚਾਰਧਾਰਾ ਨੂੰ ਤਥਾਗਤ ਬੁੱਧ ਤੋਂ ਲੈ ਕੇ ਸਾਹਿਬ ਕਾਂਚੀ ਰਾਮ ਜੀ ਨੂੰ ਇੱਕ ਵਿਚਾਰਧਾਰਾ ਦੇ ਲਹਿਰ ਦੇ ਮੋਢੀ ਬਣਦੇ ਹੈਗੇ ਆ। ਉਹਨਾਂ ਦੇ ਸਵਾਲ ਸੀਗੇ ਵੀ ਜਿਹੜੇ ਗਲ ਦੇ ਵਿੱਚ ਜਿਹੜਾ ਧੰਮ ਤਵਜ ਜਿਹੜਾ ਹੈਗਾ ਆ ਪਾਇਆ ਜਾਂਦਾ ਹੈਗਾ ਆ, ਤੇ ਉਹਨੂੰ ਉਹ ਪੰਜਸ਼ੀਲ ਕਹਿੰਦੇ ਆ ਸਾਥੀ ਸਾਡੇ। ਪਰ ਉਹਨਾਂ ਨੇ ਦੱਸਿਆ ਹੈਗਾ, ਉਧਰ ਸਪੀਚ ਵਿੱਚ ਵੀ ਦੱਸਿਆ ਸੀਗਾ, ਸਾਡੇ ਹੋਰ ਵੀ ਸਾਡੇ ਬਲਵਿੰਦਰ ਭਾਜੀ ਆਸਟ੍ਰੇਲੀਆ ਤੋਂ, ਉਹਨਾਂ ਨਾਲ ਗੱਲਬਾਤ ਹੋਈ, ਉਹਨਾਂ ਨੇ ਕਿਹਾ ਵੀ ਉਹ ਜਿਹੜੇ ਹੈਗੇ ਆ ਪੰਜ ਰੰਗ ਜਿਹੜੇ ਹੈਗੇ ਆ ਉਹਦੇ ਵਿੱਚ ਉਹ ਪੰਜਸ਼ੀਲ ਨਹੀਂ ਹੈਗੇ, ਉਹ ਇੱਕ ਤਵੱਜੋ ਆ, ਜਿਹੜਾ ਆਪਾਂ ਇੱਕ ਫਲੈਗ ਹੈਗਾ ਆ ਬੁੱਧਿਸਟ ਕੰਟਰੀਆਂ ਦਾ। ਔਰ ਰਾਏ ਰਤਨ ਸਰ ਨੇ ਕਲੀਅਰ ਕੀਤਾ ਹੈਗਾ ਕਿ ਮੈਨੂੰ ਮੇਰੀ ਪਰਸਨਲੀ ਆ, ਹੁਣ ਮੈਂ ਅਸ਼ਵਨੀ ਦੀ ਪਰਸਨਲੀ ਸੋਚ ਹੋ ਸਕਦੀ ਆ ਔਰ ਉਹ ਸਾਂਝੀ ਕਰ ਸਕਦਾ ਸਾਰਿਆਂ ਨਾਲ, ਇਹ ਮੈਨੂੰ ਆਜ਼ਾਦੀ ਆ। ਪਰ ਮੈਂ ਉਹਨਾਂ ਨੇ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ, ਉਹਨਾਂ ਨੇ ਉਦੋਂ ਸਪੀਚ ਦਿੰਦਿਆਂ ਨੇ ਉਹਨਾਂ ਨੇ ਇਹ ਨਹੀਂ ਕਿਹਾ ਸੀ ਵੀ ਜਿਨ੍ਹਾਂ ਨੇ ਪਹਿਨੇ ਹੋਏ ਆ ਉਹ ਆਪਣੇ ਗਲੇ 'ਚੋਂ ਉਤਾਰ ਦਿਓ। ਉਹਨਾਂ ਨੇ ਕਿਹਾ ਸੀਗਾ ਵੀ ਇਹਦੇ ਨਾਲ ਇਦਾਂ ਅਪਮਾਨ ਹੁੰਦਾ ਹੈਗਾ, ਕਿਉਂਕਿ ਜਿੱਦਾਂ ਹੁਣ ਵੀ ਦੱਸਿਆ, ਜਦੋਂ ਆਪਾਂ ਗੱਠ ਮਾਰ ਲੈਂਦੇ ਹੈਗੇ ਆ, ਉਹ ਵੀ ਜਿਹੜੇ ਅਸੀਂ ਪੰਜ ਜਿਹੜਾ ਹੈਗਾ ਆ ਪੰਜ ਰੰਗ ਜਿਹੜੇ ਦਿਖਾਉਣੇ ਹੋ ਗਿਆ ਤਵੱਜੋ ਆ, ਉਹਦੇ 3 ਰੰਗ ਜਾਂ 2 ਰੰਗ ਰਹਿ ਜਾਂਦੇ, ਜਾਂ ਫਿਰ ਉਹ ਕਦੋਂ ਗਲੇ 'ਚੋਂ ਡਿੱਗ ਪੈਂਦਾ, ਜਾਂ ਤਾਂ ਉਹ ਕਹਿੰਦੇ ਪਾ ਕੇ ਉਹਨੂੰ ਪਿੰਨਾਂ ਲਾਈਆਂ ਹੋਣ, ਜਿਹੜੇ ਪੰਜ ਜਿਹੜੇ ਹੈਗੇ ਆ ਤਵੱਜ ਜਿਹੜਾ ਪੂਰਾ ਦਿਸੇ। ਪਰ ਫਿਰ ਵੀ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਦੀ ਪਰਸਨਲ ਰਾਏ ਹੈਗੀ ਆ ਕਿ ਉਹਨੂੰ ਗਲ ਵਿੱਚ ਨਾ ਪਾਇਆ ਜਾਵੇ, ਉਹਦੇ ਉੱਪਰ ਕੋਈ ਕਿੰਤੂ ਪ੍ਰੰਤੀ ਨਹੀਂ। ਉਹ ਕਹਿੰਦੇ ਮੈਂ ਕਿਸੇ ਨੂੰ ਥੋਪ ਨਹੀਂ ਰਿਹਾ ਇਹ ਗੱਲ ਨੂੰ ਕੋਈ, ਪਰ ਮੇਰੀ ਪਰਸਨਲ ਰਾਏ ਹੈਗੀ ਆ, ਉਹ ਅੱਜ ਵੀ ਉਹ ਰਾਏ ਰੱਖਦੇ ਹੈਗੇ। ਉਹਦਾ ਉਹ ਰਾਏ ਰੱਖਣ ਦਾ, ਇੱਕ ਜਾਣਕਾਰੀ ਦੇਣ ਦਾ ਸਾਰਿਆਂ ਨੂੰ ਹੱਕ ਹੈਗਾ ਆ, ਤੇ ਉਹ ਇੱਕ ਵਿਵਾਦ ਨਹੀਂ ਸੀਗਾ। ਤੇ ਉਹ ਵੈਸੇ ਵੀ ਸਾਥੀ ਹੁਣ ਉਹਨਾਂ ਦੀ ਗੱਲ ਨੂੰ ਸਮਝੇ ਹੋਣਗੇ। ਆਪਾਂ ਇਸੇ ਲਈ ਅੱਜ ਉਹਨਾਂ ਨੂੰ ਜਿਹੜਾ ਹੈਗਾ ਆ ਪ੍ਰੋਗਰਾਮ 'ਚ ਲਿਆ ਸੀਗਾ। ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਉਹਨਾਂ ਨੇ ਮਣੀਪੁਰ ਦੀ ਘਟਨਾ ਤੇ ਥੋੜੀ ਜਿਹੀ ਆਪਣੀ ਗੱਲ ਰੱਖੀ ਹੈਗੀ ਆ, ਉਹ ਤੇ ਆਪਾਂ ਉਹਨਾਂ ਨੂੰ ਇੱਕ ਵੀਡੀਓ ਦੇ ਰੂਪ ਵਿੱਚ ਆਪਾਂ ਪ੍ਰੋਗਰਾਮ ਲੈ ਕੇ ਆਵਾਂਗੇ। ਤੇ ਭਾਰਤ ਵਿੱਚ ਜਿਹੜਾ ਅੱਜ ਰਾਜਤੰਤਰ ਹੋ ਰਿਹਾ ਹੈਗਾ ਆ, ਲੋਕਤੰਤਰ ਦੀ ਆੜ ਵਿੱਚ, ਆਪਾਂ ਉਹ ਵੀਡੀਓ ਜਿਹੜੀਆਂ ਥੋੜੀਆਂ ਚਲਾਵਾਂਗੇ। ਅਮਰ ਭਾਜੀ, ਉਹ ਜਿਹੜੀ ਆਪਣੀ ਗੱਲ ਨੂੰ ਨਹੀਂ ਕਲੀਅਰ ਕੀਤੀ ਹੈਗੀ ਤੁਸੀਂ ਜਾਤੀ, ਉਹ ਥੋੜੀ ਕਰਿਓ, ਆਪਾਂ ਬਾਅਦ ਵਿੱਚ ਵੀਡੀਓ ਚਲਾਉਂਦੇ ਹੈਗੇ ਆ ਤੇ ਉਹ ਤੇ ਗੱਲਬਾਤ ਕਰਾਂਗੇ। ਹਾਂਜੀ ਭਾਜੀ। ਕਿਵੇਂ ਭਾਜੀ, ਮੈਨੂੰ ਆਵਾਜ਼ ਨਹੀਂ ਆਈ, ਮੈਂ ਉਹ ਮਿਊਟ ਕਰਿਆ ਸੀ ਨਾ, ਕਿਉਂਕਿ ਰਾਤ ਨੂੰ ਦੀ ਗੱਲ ਕਰਦੀ ਕੀ ਕਹਿੰਦੇ ਦੱਸਿਓ।
ਜੀ ਸਰ ਮੈਂ ਕਿਹਾ ਰਾਜ ਸਰ ਨੇ ਜਿਹੜਾ ਹੈਗਾ ਕਲੀਅਰ ਕੀਤਾ ਹੈਗਾ ਸਾਰਾ, ਉਹ ਜਿਹੜੀ ਆਪਣਾ ਥੋੜਾ ਜਿਹਾ ਇੱਕ ਫਲੈਗ ਨੂੰ ਲੈ ਕੇ ਉਹ ਤੇ ਆਪਣੇ 2 ਮਿੰਟ ਲਈ ਵਿਚਾਰ ਰੱਖ ਲਓ। ਉਦੋਂ ਬਾਅਦ ਵਿੱਚ ਦੇਖੋ ਬਿਲਕੁਲ ਕਲੀਅਰ ਆ, ਉਹਨਾਂ ਨੇ, ਆਪਾਂ ਵੀ ਉੱਥੇ ਸੀਗੇ ਮੌਕੇ ਤੇ, ਸਾਰੇ ਸਾਥੀ ਸੀਗੇ, ਜ਼ਿੰਮੇਵਾਰ ਸਾਥੀ ਆਪਾਂ। ਕਰਨ ਗੱਲ ਦੇ ਵਿੱਚ ਜ਼ਿਆਦਾ ਉਲਝਾਣ ਨਾ ਉਲਝੀਏ, ਨਾ ਉਲਝਾਈਏ ਤਾਂ ਚੰਗੀ ਗੱਲ ਆ। ਉਹਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਜ਼ਰੂਰ ਰੱਖੀ ਆ ਤੇ ਹੁਣ ਵੀ ਉਹਨਾਂ ਨੇ ਕਲੀਅਰ ਕਰਿਆ ਆਪਣਾ ਨਿੱਜੀ ਜਿਹੜਾ ਵਿਚਾਰ ਹੈਗਾ ਆ। ਤੇ ਉਹਨਾਂ ਨੇ ਨਾਲ ਜਿਹੜੀਆਂ ਕੁਛ ਆਉਣ ਵਾਲੇ ਸਮੇਂ ਦੀਆਂ ਜਿਹੜੀਆਂ ਹੈਗੀਆਂ ਆ ਗੱਲਾਂ ਉਹ ਵੀ ਸਾਂਝੀਆਂ ਕਰੀਆਂ, ਵੀ ਇਹਦੇ ਉੱਤੇ ਸਾਡੇ ਹਰ ਚੀਜ਼ ਦੇ ਉੱਤੇ ਵਪਾਰ ਹੁੰਦਾ, ਵਪਾਰ ਕਰਨ ਵਾਲੇ ਵਰਗ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ। ਤੇ ਇਹ ਜਿਹੜੇ ਸਾਡੇ ਪੁਰਖਿਆਂ ਦੀਆਂ ਨਿਸ਼ਾਨੀਆਂ ਆ, ਜਾਂ ਸਾਡੇ ਪੁਰਖਿਆਂ ਦੀਆਂ ਜਿਹੜੇ ਸੋਝੀ ਹੈਗੀ ਆ, ਜਾਂ ਉਹ ਲਹਿਰ ਹੈਗੀ ਆ, ਜਾਂ ਉਹ ਜਿਹੜੀ ਲਾਈਨ ਕਲੀਅਰ ਕਰਕੇ ਦਿੱਤੀ ਆ, ਉਹ ਧੰਦੇ ਵਜੋਂ ਨਾ ਉੱਭਰ ਕੇ ਸਿਰਫ ਸਾਹਮਣੇ ਆਵੇ, ਹਨਾ, ਦਿਖਾਵੇ ਵਜੋਂ ਨਾ ਉੱਭਰ ਕੇ ਸਾਹਮਣੇ ਆਵੇ। ਅਸੀਂ ਦਿੱਖ ਪਿੱਛੇ ਨਾ ਯਾਨੀ ਕਿ ਰਹਿ ਜਾਈਏ, ਵੀ ਸਾਡੀ ਅੱਜ ਦਿੱਖ ਰਹਿ ਗਈ ਆ ਸਾਡੇ ਅਗਰ ਅਸੀਂ ਕਿਸੇ ਵੀ ਚੀਜ਼ ਨੂੰ, ਕਿਸੇ ਵੀ ਪੱਖ ਨੂੰ, ਪੁਰਖਿਆਂ ਦੀ ਨੂੰ ਦੇਖਦੇ ਹਾਂ, ਚਾਹੇ ਗੁਰੂ ਰਵਿਦਾਸ ਜੀ ਦੀ ਗੱਲ ਕਰ ਲਓ, ਨਾਨਕ ਅੰਬੇਡਕਰ ਸਾਹਿਬ ਦੀ ਗੱਲ ਕਰ ਲਓ, ਸਾਡੇ ਕੋਲ ਦਿੱਖ ਰਹਿ ਗਈ ਆ ਫਿਰ। ਠੀਕ ਹੈ ਜੀ, ਦਿਖਾਵਾ ਸਾਡੇ ਕੋਲ ਜਿਹੜਾ ਜ਼ਿਆਦਾ ਰਹਿ ਗਿਆ। ਜਿਹੜੀ ਉਹ ਜਿਹੜੀ ਵਿਚਾਰਧਾਰਾ ਸੀਗੀ, ਜਿਹੜੀ ਉਹ ਗੱਲ ਮੰਨਣੀ ਸੀਗੀ, ਜਿਹੜੀ ਉਹਨਾਂ ਨੇ ਅਸਲ ਵਿੱਚ ਗੱਲ ਕਹੀ ਸੀ, ਤੇ ਉਹਦੇ ਉੱਤੇ ਸਾਡਾ ਜਿਹੜਾ ਪਹਿਰਾ ਬਹੁਤ ਘੱਟ ਗਈ ਹੈ ਨਹੀਂ। ਹੁਣ ਜਿੱਦਾਂ ਉਹਨਾਂ ਨੇ ਦੱਸਿਆ ਜੀ ਬਾਬਾ ਸਾਹਿਬ ਦੇ ਗਲ ਵਿੱਚ ਕਿੰਨੇ ਦੇਖਿਆ ਉਹ ਧਵਜ, ਹੈ ਨਾ ਜੀ। ਜੀ ਬਿਲਕੁਲ। ਤੇ ਇਹ ਹੁਣ ਇੱਥੇ ਇੱਕ ਹੋਰ ਸਵਾਲ ਖੜਾ ਹੁੰਦਾ ਵੀ ਅੱਜ ਕੱਲ ਅਸੀਂ ਆਪਾਂ ਆਪਣੇ ਨਾਂ ਦੇ ਮਗਰ, ਹਾਲਾਂਕਿ ਦਿੱਕਤ ਨਹੀਂ ਹੈਗੀ, ਜਿੱਦਾਂ ਰਾਜ ਸਾਹਿਬ ਨੇ ਦੱਸੀ ਆ ਵੀ ਉਹਨਾਂ ਦੀ ਪਰਸਨਲ ਗੱਲ ਹੈ, ਇਸੇ ਤਰ੍ਹਾਂ ਵੀ ਸਾਡਾ ਵੀ ਇਹ ਪਰਸਨਲੀ ਆਪਣਾ ਸਾਡਾ ਨਿੱਜੀ ਮਸਲਾ ਆ, ਵਿਚਾਰ ਆਏ, ਥੋਪਿਆ ਨਹੀਂ ਜਾ ਰਿਹਾ ਕਿਸੇ ਤੇ। ਇਹ ਨਹੀਂ ਹੈਗਾ ਵੀ ਕਿਸੇ ਨੂੰ ਅਸੀਂ ਕਹਿ ਰਹੇ ਹਾਂ ਵੀ ਨਹੀਂ ਏਦਾਂ ਕਰੋ, ਸਾਡਾ ਨਿੱਜੀ ਆਪਣੀ ਗੱਲ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾਣੇ। ਬਾਬਾ ਸਾਹਿਬ ਨੇ ਕਦੋਂ ਕਬੀਰ ਸਾਹਿਬ ਦਾ ਨਾਂ ਆਪਣੇ ਨਾਂ ਦੇ ਮਗਰ ਜੋੜਿਆ, ਕਦੋਂ ਉਹਨਾਂ ਨੇ ਤਥਾਗਤ ਬੁੱਧ ਜੀ ਦਾ ਆਪਣੇ ਨਾਮ ਦੇ ਮਗਰ ਨਾਮ ਜੋੜਿਆ, ਤੇ ਸ਼ਾਹੂ ਜੀ ਦਾ ਨਾਮ ਆਪਣੇ ਨਾਂ ਦੇ ਨਾਲ ਜੋੜਿਆ, ਫੂਲੇ ਸਾਹਿਬ ਦਾ ਨਾਮ ਜਿਹੜਾ ਸੀ ਆਪਣੇ ਨਾਂ ਦੇ ਨਾਲ ਕਦੋਂ ਜੋੜਿਆ, ਸਾਹਿਬ ਕਾਂਚੀ ਰਾਮ ਨੇ ਆਪਣੇ ਨਾਂ ਦੇ ਮਗਰ ਇਹਨਾਂ ਮਹਾਂਪੁਰਸ਼ਾਂ ਦੇ ਨਾਂ ਕਦੋਂ ਜੋੜੇ। ਕੀ ਸਾਹਿਬ ਕਾਂਚੀ ਰਾਮ ਨੇ ਕੋਈ ਭਾਰਤ ਦੇ ਅੰਦਰ ਘੱਟ ਪਰਿਵਰਤਨ ਕੀਤਾ, ਕੋਈ ਘੱਟ ਦੇਣਾ ਭਾਰਤ ਨੂੰ ਉਹਨਾਂ ਦੀ? ਸਾਹਿਬ ਕਾਂਚੀ ਰਾਮ ਦੀ ਉਹਨਾਂ ਨੇ ਆਪਣੇ ਨਾਂ ਨੂੰ ਲੈ ਕੇ ਪੁਰਖਿਆਂ ਦੀ ਗੱਲ ਦੇ ਉੱਤੇ ਪਹਿਰਾ ਦਿੱਤਾ। ਸਾਡਾ ਮੇਨ ਜਿਹੜਾ ਅੱਜ ਦਾ ਆਧਾਰ ਬਣਿਆ ਹੋਇਆ, ਆਪਣੇ ਨਾਂ ਦੇ ਨਾਲ ਪੁਰਖਿਆਂ ਦਾ ਨਾਂ ਜੋੜ ਕੇ ਕੰਮ ਕੋਈ ਕਰਨਾ ਨਹੀਂ ਅਸੀਂ। ਜੀ ਆਪਾਂ ਪੁਰਖਿਆਂ ਦਾ ਅਸਲ ਵਿੱਚ ਸਾਡਾ ਕੰਮ, ਜਿਹੜੀ ਸਾਡੀ ਸੋਚ, ਜਿਹੜਾ ਸਾਡਾ ਧਿਆਨ ਹੋਣਾ ਚਾਹੀਦਾ ਪੁਰਖਿਆਂ ਦੇ ਕੰਮਾਂ ਵੱਲ ਹੋਣਾ ਚਾਹੀਦਾ। ਵੀ ਪੁਰਖਿਆਂ ਦੇ ਨਾਂ ਵਰਤਣ ਨੂੰ ਥੋੜੀ ਸਾਡਾ ਹੋਣਾ ਚਾਹੀਦਾ ਵੀ ਪੁਰਖਿਆਂ ਦੇ ਨਾਂ ਵਰਤਣੇ ਆ, ਜਾਂ ਪੁਰਖਿਆਂ ਦੀਆਂ ਦਿੱਤੀਆਂ ਚੀਜ਼ਾਂ ਹਰ ਦੇ ਨਿਸ਼ਾਨ ਗਲੇ 'ਚ ਪਾਉਣੇ, ਰੰਬੀ ਬਣਾ ਕੇ ਪਾਉਣੀ, ਜਾਂ ਸੋਹਾਂ ਦੇ ਗੱਡੀਆਂ ਤੇ ਲਿਖਾਉਣਾ, ਜਾਂ ਗੱਡੀ ਆਪਣੇ ਕਿੱਦਾਂ ਹੱਥਾਂ ਪੈਰਾਂ ਤੇ ਕੱਪੜਿਆਂ ਤੇ ਜਾਂ ਮਫਰਲਾਂ ਦੇ ਉੱਤੇ ਨਿਸ਼ਾਨ ਬਣਾ ਸਕਦੇ ਆ, ਪਰ ਉਹ ਕੰਮ ਜਿਹੜੇ ਉਹਨਾਂ ਦੇ ਉਹ ਕਹਿੰਦੇ ਕਰਨੇ ਆ। ਇੱਥੇ ਜਿਹੜੇ ਦੇਖਣ ਦੇ, ਜਿਹੜੇ ਤੁਸੀਂ ਕਹਿੰਦੇ ਰਾਜਕਰਨ ਸਾਹਿਬ ਇੱਥੇ ਆਏ ਆ ਯੂਰਪ ਦੇ ਵਿੱਚ, ਤੇ ਜਿਹੜਾ ਉਹਨਾਂ ਦੇ ਵਿਰੋਧ ਕਰਨ ਵਾਲੇ ਲੋਕ ਆ, ਇੰਨੀ ਅਸ਼ਵਨੀ ਭਾਜੀ ਉਹਨਾਂ ਨੇ ਭੱਦੀ ਸ਼ਬਦਾਵਲੀ ਵਰਤੀ ਆ ਜਿਹਦਾ ਹਿਸਾਬ ਕੋਈ ਨਹੀਂ ਹੈਗਾ। ਤੁਸੀਂ ਸਾਰੀਆਂ ਦੇਖੀਆਂ ਆ। ਉਹਨਾਂ ਦੇ ਨਾਮ ਦੇ ਮਗਰ ਬੁਰੇ ਨਾਮ ਦੇ ਮਗਰ ਭਾਜੀ, ਮੈਂ ਜਿੱਦਾਂ ਨਾਮ ਸਾਰੇ ਲਏ, ਉਹਨਾਂ ਦੇ ਨਾਮ ਦੇ ਮਗਰ ਰਾਇਲ ਰਵਿਦਾਸੀਆ, ਮਦਨ ਰਵਿਦਾਸੀਆ, ਤੇ ਯਾਨੀ ਕਿ ਇਦਾਂ ਉਹਨਾਂ ਦੇ ਮਗਰ ਰਵਿਦਾਸੀਆ, ਇਦਾਂ ਰਵਿਦਾਸੀਏ ਤੋਂ ਕੀ ਭਾਵ ਆ? ਵੈਸੇ ਆਪਾਂ ਗੱਲ ਕਰਦੇ ਸੀ ਅੱਗੇ ਵੀ, ਇੱਕ ਤਾਂ ਨਾਮ ਦੇ ਮਗਰ ਰਵਿਦਾਸੀਆ ਤੋਂ ਭਾਵ ਯਾਨੀ ਕਿ ਗੁਰੂ ਰਵਿਦਾਸ। ਅਸੀਂ ਗੁਰੂ ਰਵਿਦਾਸ ਨੂੰ ਭਗਤ ਕੋਈ ਕਹਿ ਦੇਵੇ ਤਾਂ ਫਿਰ ਅਸੀਂ ਕਹਿੰਦੇ ਆ ਵੀ ਨਹੀਂ, ਭਗਤ ਨਹੀਂ ਕਹਿਣਾ, ਉਹ ਤਾਂ ਜਗਤ ਗੁਰੂ, ਧੰਨ ਗੁਰੂ ਰਵਿਦਾਸ ਮਹਾਰਾਜ ਆ। ਪਰ ਅੱਜ ਅਸੀਂ ਵੈਸੇ ਕਮਿਊਨਿਟੀ ਦਾ ਧਰਮ ਰਜਿਸਟਰ ਦੀ ਵੀ ਗੱਲ ਕਰਦੇ ਹੈਗਾ ਵੀ ਰਵਿਦਾਸੀਆ ਕਰਾਉਣਾ ਹੈਗਾ ਆ, ਪਰ ਉੱਥੇ ਦੇਖੋ ਉੱਥੇ ਵੀ ਵਿਵਾਦ ਆ, ਪਰ ਉੱਤੇ ਚਲੋ ਆਪਾਂ ਮਸਲੇ ਤੇ ਫੇਰ ਕਰਾਂਗੇ। ਪਰ ਮੈਂ ਇਹ ਗੱਲ ਕਰਦਾ ਹੈਗਾ ਵੀ ਨਾਮ ਦੇ ਮਗਰ ਰਵਿਦਾਸੀਆ ਲਿਖਿਆ, ਨਾਮ ਦੇ ਮਗਰ ਅੰਬੇਦਕਰੀ ਲਿਖਿਆ, ਨਾਮ ਦੇ ਮਗਰ ਕਈਆਂ ਨੇ ਬੌਧ ਲਾਇਆ, ਹਨਾ, ਪਰ ਜਦੋਂ ਕਮੈਂਟਾਂ ਦੇ ਵਿੱਚ ਉਹ ਗਾਲੋ ਗਲੋਚੀ ਹੁੰਦੀ ਹੈਗੀ ਆ, ਸ਼ਬਦਾਂ ਦੀ ਚੋਣ ਜਿਹੜੀ ਆ ਬੜੀ ਭੈੜੇ ਛੋਟੇ ਪੱਧਰ ਦੀ ਕਰਦੇ ਹੈਗੇ, ਵੀ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਮਾਵਾਂ ਭੈਣਾਂ ਵੀ ਜਿਹੜੀਆਂ ਪੜ੍ਹ ਨਹੀਂ ਸਕਦੀਆਂ ਹੈਗੀਆਂ, ਤੇ ਉਦੋਂ ਉਹ ਨਾਮ ਲਾਏ ਦੀ ਵੀ ਨਹੀਂ ਸ਼ਰਮ ਕਰਦੇ ਹੈਗੇ ਜਿਹੜੇ ਮਗਰ ਨਾਮ ਲਾਏ ਹੈਗੇ ਆ। ਜੀ ਨਹੀਂ ਬੇਕਾਰ ਸੋਚ ਦੇ ਮਾਲਕ ਆ। ਦੇਖੋ ਡਾਕਟਰ ਰਾਜਰਤਨ ਸਾਹਿਬ ਇੱਥੇ ਆਏ, ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਵੀ ਬੋਧੀਆਂ ਦਾ ਕੀ ਕੰਮ ਆ ਗੁਰੂ ਰਵਿਦਾਸ ਘਰਾਂ ਦੇ ਅੰਦਰ। ਅੱਛਾ, ਇਹ ਸਵਾਲ ਕਿੰਨਾ ਈਜ਼ੀਲੀ ਪੁੱਛ ਲਿਆ ਨਾ ਲੋਕਾਂ ਨੇ, ਜਿਹੜੇ 2 4 5 7 10 ਸਾਥੀ ਆ, ਜਿਹੜੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਿਹੜੀ ਵਿਚਾਰ ਆ, ਜਿਹੜੀ ਗੁਰੂ ਰਵਿਦਾਸ ਮਹਾਰਾਜ ਦੀ ਸੋਚ ਆ, ਲਹਿਰ ਆ, ਜਿਹੜੀ ਉਹਨਾਂ ਦੀ ਗੱਲ ਹੈਗੀ ਵੱਡੇ ਪੱਧਰ ਤੇ, ਇੱਕ ਖਾਸ ਧਰਮ ਦੇ ਵਿਰੋਧ ਦੇ ਵਿੱਚ ਖੜੀ ਗੱਲ ਜਿਹੜੀ ਆ, ਜਿਹੜਾ ਇੱਕ ਧਰਮ ਜਿਹਨੇ ਲੋਕਾਂ ਨੂੰ ਗੁਲਾਮ ਬਣਾਇਆ, ਪੜ੍ਹਨ ਨਹੀਂ ਦਿੱਤਾ, ਜ਼ੁਲਮ ਕੀਤੇ, ਉਹਨਾਂ ਦੇ ਬਾਰੇ ਵੱਡੇ ਯਾਨੀ ਕਿ ਸ਼ਬਦਾਂ ਦੇ ਵਿੱਚ ਗੁਰੂ ਰਵਿਦਾਸ ਜੀ ਨੇ ਉਹਨਾਂ ਵਿਰੋਧ ਕੀਤਾ ਹੋਇਆ। ਜਦੋਂ ਉਹ ਧਰਮ ਦੇ ਲੋਕ ਤੁਹਾਡੇ ਗੁਰਦੁਆਰਿਆਂ ਦੇ ਮੰਦਿਰਾਂ ਦੇ ਵਿੱਚ ਆਉਂਦੇ ਆ, ਸਪੀਚ ਕਰਦੇ ਆ, ਉਹਨਾਂ ਨੂੰ ਤੁਸੀਂ ਸਟੇਜਾਂ ਤੇ ਸਨਮਾਨਿਤ ਕਰਦੇ, ਉਦੋਂ ਕਹਿੰਦੇ ਨੇ ਤੁਸੀਂ ਇਹ ਸਵਾਲ ਖੜੇ ਕਰਦੇ ਵੀ ਇਸ ਧਰਮ ਦੇ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ, ਜਿਨ੍ਹਾਂ ਦੇ ਵਿਰੋਧ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਨੇ ਏਡਾ ਵੱਡਾ ਸੰਘਰਸ਼ ਆਰੰਭਿਆ,
ਉਹ ਲੋਕ ਜਦੋਂ ਮਰਜ਼ੀ ਤੁਹਾਡੀਆਂ ਸਟੇਜਾਂ ਤੇ ਆ ਕੇ ਕਹਿ ਦੇਣਗੇ ਵੀ ਗੁਰੂ ਰਵਿਦਾਸ ਜੀ ਦਾ ਵੀ ਮੰਦਿਰ ਬਣਾਊਗਾ ਬਨਾਰਸ ਵਿੱਚ ਤੇ ਰਾਮ ਦਾ ਵੀ ਮੰਦਿਰ ਬਣੂਗਾ, ਉਦੋਂ ਕਿਸੇ ਨੂੰ ਕੋਈ ਦਿੱਕਤ ਨਹੀਂ ਹੁੰਦੀ, ਉਦੋਂ ਸਾਰੇ ਬੈਠੇ ਜਕਾਰੇ ਛੱਡਦੇ ਆ, ਜੀ ਜੀ ਜੀ, ਜੈ ਜੈਕਾਰ ਕਰਦੇ ਆ, ਕੋਈ ਦਿੱਕਤ ਨਹੀਂ ਹੈਗੀ। ਅੱਜ ਰਾਜ ਰਤਨ ਸਾਹਿਬ ਨੇ ਅਗਰ ਜੇ ਪਾੜਾ ਖਤਮ ਕਰਨ ਵਾਸਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਿਹੜੇ ਵਾਰਸ ਹੈਗੇ ਆ ਜਾਂ ਜਿਨ੍ਹਾਂ ਨੂੰ ਹੈਗੇ ਤਾਂ ਸਾਰੇ ਗੁਰੂ ਰਵਿਦਾਸ ਜੀ ਦੇ ਵਾਰਸ, ਕੋਈ ਚੋਣ ਨਹੀਂ, ਤੁਹਾਡੇ ਕੋਲ ਕੋਈ ਇਹ ਪੈਮਾਨਾ ਨਹੀਂ ਤੁਸੀਂ ਆਪਣੇ ਘਰੇ ਬਣਾਇਆ ਹੋਇਆ ਜਾਂ ਕੁਝ ਡੇਰਿਆਂ 'ਚ ਪਨਪੀ ਹੋਈ ਗੱਲ ਆ ਇਹ ਵੀ ਗੁਰੂ ਰਵਿਦਾਸ ਇਹਨਾਂ ਦੇ ਆ। ਗੁਰੂ ਰਵਿਦਾਸ ਮਨੁੱਖਤਾ ਦੇ ਆ, ਕਬੀਰ ਸਾਹਿਬ ਮਨੁੱਖਤਾ ਦੇ ਆ, ਬਾਬਾ ਸਾਹਿਬ ਮਨੁੱਖਤਾ ਦੇ ਆ, ਸਾਂਝੇ ਆ। ਉਹ ਕਿਸੇ ਤੁਹਾਡੇ ਸਾਡੇ ਕਹਿਣ ਦੇ ਨਾਲ ਕਿਸੇ ਘੇਰੇ ਵਿੱਚ ਆਉਣ ਵਾਲੇ ਨਹੀਂ ਹੈਗੇ ਜਾਂ ਤੁਸੀਂ ਉਹਨਾਂ ਨੂੰ ਘੇਰਾ ਪਾ ਕੇ ਆਪਣੇ ਤੱਕ ਰੱਖ ਲਓਗੇ। ਜੇਕਰ ਤੁਸੀਂ ਘੇਰਾ ਪਾ ਕੇ ਉਸ ਵਿਚਾਰਧਾਰਾ ਨੂੰ ਉਸ ਸੋਚ ਨੂੰ ਆਪਣੇ ਤੱਕ ਰੱਖੋਗੇ ਤਾਂ ਸੌੜੀ ਮਾਨਸਿਕਤਾ ਆ ਤੁਹਾਡੀ, ਉਹ ਆਪਣੇ ਪੁਰਖਿਆਂ ਦੇ ਨਾਲ ਬੇਈਮਾਨੀ ਆ, ਦਗਾ ਆ। ਉਹ ਮਨੁੱਖਤਾ ਦੇ ਭਲੇ ਦੀ ਲੜਾਈ ਲੜੀ ਆ। ਗੁਲਾਮ ਸਮਾਜ ਨੂੰ ਆਜ਼ਾਦ ਕਰਾਉਣ ਵਾਸਤੇ ਉਹਨਾਂ ਨੇ ਆਪਣਾ ਆਪ ਵਾਰਿਆ ਹੋਇਆ। ਤੁਹਾਨੂੰ ਧੰਦੇ ਕਰਨ ਵਾਸਤੇ ਨਹੀਂ ਦੇ ਕੇ ਗਏ ਉਹ ਆਪਣੇ ਆਪ ਵੀ ਤੁਸੀਂ ਸਾਡੇ ਨਾਂ ਤੇ ਧੰਦੇ ਕਰੋ। ਨਾ ਤਾਂ ਗੁਰੂ ਰਵਿਦਾਸ ਜੀ ਨੇ ਨਾ ਬਾਬਾ ਸਾਹਿਬ ਨੇ ਕੋਈ ਏਦਾਂ ਦੀ ਸੰਸਥਾ ਬਣਾ ਕੇ ਤੁਹਾਨੂੰ ਨਹੀਂ ਦਿੱਤੀ ਹੋਗੀ ਤੁਸੀਂ ਆਹ ਸੰਸਥਾ ਬਣਾ ਕੇ ਦਿੱਤੀ ਹੈ ਤਾਂ ਇਹਦੇ ਮਗਰ ਚੱਲਣਾ ਤਾਂ ਇਹਨੂੰ ਤੁਸੀਂ ਫੋਲੋ ਕਰਨਾ। ਉਹ ਮਨੁੱਖਤਾ ਦੇ ਸੀ, ਮਨੁੱਖਤਾ ਦੇ ਭਲੇ ਵਾਸਤੇ ਲੜੇ। ਅੱਜ ਤੁਸੀਂ ਉਹਨਾਂ ਦੇ ਨਾਂ ਤੇ ਧੰਦੇ ਕਰਨੇ ਆ, ਬੇਸ਼ੱਕ ਕਰੋ, ਕੋਈ ਇਤਰਾਜ਼ ਨਹੀਂ, ਪਰ ਉਹਨਾਂ ਨੂੰ ਆਪਣੇ ਬਣਾ ਕੇ ਨਾ ਕਰੋ। ਏਦਾਂ ਨਾ ਥੋਪੋ ਸਾਡੇ ਤੇ ਵੀ ਉਹ ਸਾਡੇ ਹੀ ਆ, ਸਾਡੇ ਤੋਂ ਇਲਾਵਾ ਕੋਈ ਉਹਨਾਂ ਦੀ ਗੱਲ ਨਹੀਂ ਕਰ ਸਕਦਾ। ਤੁਹਾਡੇ ਕੋਲ ਅਸੀਂ ਅੱਗੇ ਵੀ ਮੈਂ ਕਈ ਵਾਰੇ ਗੱਲ ਕਹੀ ਆ, ਕਿਸੇ ਵੀ ਡੇਰੇ ਦੇ ਕੋਲ, ਕਿਸੇ ਵੀ ਡੇਰੇ ਦੇ ਭਗਤ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਰਜਿਸਟਰੀ ਨਹੀਂ ਹੈਗੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਹੱਥੀਂ ਲਿਖੀ ਹੋ ਵੀ ਆਹ ਮੇਰੇ ਵਾਰਸ ਆ ਤੇ ਇਹਨਾਂ ਨੇ ਮੇਰੀ ਗੱਲ ਕਰਨੀ ਹੈ। ਉਹ ਸਾਡੇ ਵੀ ਉਨੇ ਹੀ ਹੈ ਜਿੰਨੇ ਤੁਹਾਡੇ ਆ। ਜੇ ਤੁਹਾਡੇ ਕੋਲ ਗੱਲ ਕਰਨ ਦਾ ਅਧਿਕਾਰ ਹੈਗਾ ਤੇ ਬਾਣੀ ਸਾਨੂੰ ਵੀ ਆਪਣੇ ਪੁਰਖਿਆਂ ਦੀ ਗੱਲ ਕਰਨ ਦਾ ਅਧਿਕਾਰ ਦਿੰਦੀ, ਸ਼ਬਦ ਸਾਨੂੰ ਵੀ ਸੋਝੀ ਦਿੰਦੇ ਆ। ਇਸ ਤਰ੍ਹਾਂ ਦੇ ਪਾੜੇ ਪਾਉਣ ਦੇ ਨਾਲ ਗੈਬ ਵਧਣਾ, ਜਿਹੜਾ ਵਧਣਾ, ਜਾਤੀਵਾਦ ਵਧਣਾ, ਜਿਹੜਾ ਉਹਦੇ ਸਿੱਟੇ ਜਿਹੜੇ ਆ ਉਹ ਮਨੀਪੁਰ ਦੇ ਵਿੱਚ ਤੁਹਾਨੂੰ ਮਿਲਦੇ। ਇੱਥੇ ਮਾੜਿਆ ਹੋਰ ਇਸ ਤੁਹਾਡੇ ਪਾਏ ਉਹ ਗੰਦ ਕਰਕੇ ਇਦਾਂ ਭੁਗਤਾਨ ਹੋਣਾ ਤੁਹਾਡਾ ਸਾਡਾ ਸਾਰਿਆਂ ਦਾ। ਕਿਸੇ ਦੇ ਵੀ ਇਦਾਂ ਦੀ ਆਫਤ ਆ ਜਾਣੀ। ਕਿਉਂ ਆਪਸ ਵਿੱਚ ਤੁਸੀਂ ਲੜਨਾ, ਜਿਹੜੀ ਭੈਣ ਤੁਹਾਡੇ ਨਾਲ ਲੜਨਾ ਆ ਤੁਹਾਡੇ ਨਾਲ, ਜਾਂ ਜਿਸ ਤੇ ਨਾਲ ਤੁਸੀਂ ਲੜਨਾ ਵੀ ਉਹ ਸਾਫ਼ ਪਤਾ ਆ ਵੀ ਤੁਸੀਂ ਕੀ ਕਰਦੇ ਪਏ। ਤੁਹਾਡਾ ਆਪਣਾ ਗੰਦ ਪਾਇਆ ਹੋਇਆ ਜਿਹੜਾ ਆ ਉਹ ਸਾਫ਼ ਸਫਾਈ ਹੋਣੀ ਨਹੀਂ ਉਹਦੀ, ਉਹ ਤੁਹਾਡੇ ਕੋਲ ਸੋਧਿਆ ਨਹੀਂ ਜਾਣਾ। ਤੇ ਜਿੰਨੇ ਹਾਕਮ ਧਿਰ ਨੇ ਜਿਹੜੀ ਉਸ ਵੇਲੇ ਦੀ ਗੁਰੂ ਰਵਿਦਾਸ ਜੀ ਦੇ ਟਾਈਮ ਦੀ ਜਿਹੜੀ ਤੁਹਾਡੇ ਤੇ ਰਾਜ ਕਰਦੀ ਆ ਰਹੀ, ਅੱਜ ਵੀ ਰਾਜ ਕਰਦੀ ਹੈ, ਉਹ ਅੱਗੇ ਵੀ ਇਸੇ ਤਰ੍ਹਾਂ ਰਾਜ ਕਰੂਗੀ ਜੇ ਤੁਸੀਂ ਆਪਣੀਆਂ ਕੁਝੀਆਂ ਹਰਕਤਾਂ ਨਾ ਛੱਡੋ। ਬਿਲਕੁਲ ਅਮਰ ਭਾਈ ਜਦੋਂ ਤੁਸੀਂ ਗੱਲ ਕੀਤੀ, ਆਪਾਂ ਨੂੰ ਇਸ ਗੱਲ ਤੋਂ ਅੱਗੇ ਤੋਰਦੇ ਹੈਗੇ ਜਿਹੜੇ ਲੋਕ ਵਿਰੋਧ ਕਰਦੇ ਸੀਗੇ ਰਾਜ ਰਤਨ ਸਰ ਦਾ ਇੱਥੇ ਇਟਲੀ ਵਿੱਚ, ਉਹਨਾਂ ਦੇ ਨਾਮ ਦੇ ਮਗਰ ਜਾਣ ਕਿ ਤੁਸੀਂ ਉਹਨਾਂ ਦੀਆਂ ਆਈਡੀਆਂ ਦੇਖਿਓ, ਉਹ ਸਾਰੇ ਲੋਕ ਜਿਹੜਾ ਹੈਗਾ ਇੱਕ ਜਾਤ ਜਿਹੜੀ ਤੁਹਾਨੂੰ ਬ੍ਰਾਹਮਣ ਨੇ ਜਿਹਦੇ ਵਿੱਚ ਬੰਨ੍ਹ ਕੇ ਰੱਖ ਦਿੱਤਾ ਜਾਤ 'ਚ। ਉਹ ਕਹਿੰਦੇ ਸੀ ਵੀ ਇੱਕ ਜਿਹੜਾ ਜੁੱਤੀਆਂ ਗੰਢਣ ਵਾਲਾ ਆ ਉਹ ਹੋਰ ਕੋਈ ਕੰਮ ਕਰ ਹੀ ਨਹੀਂ ਸਕਦਾ। ਜਾਣੀ ਕਿ ਉਹ ਜਾਤ ਜਿਹੜੀ ਹੈਗੀ ਆਪਾਂ ਕਹਿੰਦੇ ਵੀ ਉਹਦੀ ਉਪਜ ਜਿਹੜੀ ਬ੍ਰਾਹਮਣ ਨੇ ਕੀਤੀ ਹੈਗੀ ਆ, ਔਰ ਬ੍ਰਾਹਮਣ ਤੁਹਾਨੂੰ ਉਸ ਜਾਤ 'ਚੋਂ ਬਾਹਰ ਨਹੀਂ ਜਾਣ ਦੇ ਰਿਹਾ ਸੀਗਾ। ਔਰ ਮੈਂ ਸ਼ੁਰੂ 'ਚ ਸ਼ਬਦ ਬੋਲਿਆ ਸੀ, ਗੁਰੂ ਰਵਿਦਾਸ ਮਹਾਰਾਜ ਨੇ ਕਿਹਾ ਸੀ ਖਲਾਸ ਚਮਾਰਾ, ਮੈਂ ਇਸ ਚਮਾਰ ਨੂੰ ਜਾਤ ਨੂੰ ਖਤਮ ਕਰਦਾ ਹੈਗਾ ਆ। ਤੇ ਹੋਰ ਵੀ ਬਥੇਰੇ ਸ਼ਬਦ ਹੈਗੇ, ਆਪਾਂ ਉਹ ਗਹਿਰਾਈ 'ਚ ਨਹੀਂ ਜਾਂਦੇ। ਪਰ ਜਿਹੜੀ ਇੱਕ ਗੱਲ ਗੁਰੂ ਰਵਿਦਾਸ ਜੀ ਨੇ, ਬਾਬਾ ਸਾਹਿਬ ਜੀ ਜਦੋਂ ਆਪਾਂ ਜਾਤ ਪਾਤ ਜਿਹੜੀ ਹੈਗੀ ਆ ਤੋੜੋ ਮੰਡਲ ਜਿਹੜਾ ਬਣਦਾ, ਉੱਤੇ ਜਦੋਂ ਭਾਸ਼ਣ ਦੇਣਾ ਸੀਗਾ ਲਾਹੌਰ ਦੇ ਵਿੱਚ, ਉਹਨਾਂ ਦੀ ਜਾਤ ਪਾਤ ਦਾ ਬੀਜ ਨਾਸ਼ ਕਿਤਾਬ ਪੜ੍ਹਦੇ ਹੈਗੇ ਆ। ਤੇ ਸਾਰੇ ਜਿਹੜੇ ਸਾਡੇ ਉਹ ਪੂਰੀ ਮਾਨਵਤਾਵਾਦੀ ਸੋਚ ਦੇ ਜੇ ਗੱਲ ਕਰਨੀ ਹੈਗੀ ਤਾਂ ਸਾਨੂੰ ਜੋੜਨੇ ਪੈਣਾ, ਸਾਨੂੰ ਜਾਤਾਂ ਛੱਡਣੇ ਪੈਣੀਆਂ। ਉੱਪਰ ਜਿਹੜੇ ਥੋੜੇ ਜਿਹੇ ਬੰਦੇ ਆ ਉਹ ਚਮਾਰ ਜਾਤ ਨੂੰ ਲੈ ਕੇ ਉਹ ਵੱਡੇ ਪੱਧਰ ਤੇ ਜਿਹੜਾ ਹੈਗਾ ਆ ਬਾਕੀਆਂ ਦਾ ਵਿਰੋਧ ਕਰ ਰਿਹਾ। ਦੇਖੋ ਜੀ, ਉਹ ਬਾਬਾ ਸਾਹਿਬ ਦੀ ਜਾਤ ਆ ਸੀ, ਸਾਡੇ ਉਹੀ ਆ ਸਾਡੇ ਪੁਰਖੇ ਜਿਹੜੇ ਚਮਾਰ ਜਾਤ ਵਿੱਚ ਪੈਦਾ ਹੋਏ ਹੈਗੇ ਆ। ਔਰ ਦੇਖੋ ਏਡੇ ਬੇਸ਼ਰਮ ਲੋਕ ਸਾਹਿਬ ਕਾਂਚੀ ਰਾਮ ਨੂੰ ਬਾਹਰ ਕਰ ਦਿੰਦੇ ਆ, ਕਿਉਂਕਿ ਪਤਾ ਵੀ ਸਾਹਿਬ ਕਾਂਚੀ ਰਾਮ ਜੀ ਨੇ, ਮਾਨਵੀਰ ਕਾਂਚੀ ਰਾਮ ਜੀ ਨੇ ਤਾਂ ਬਾਬਾ ਸਾਹਿਬ ਨੂੰ ਸਟੈਬਲਿਸ਼ ਕੀਤਾ। ਉਹਨਾਂ ਦੀ ਵਿਚਾਰਧਾਰਾ ਨੂੰ ਮੁੜ ਕੇ ਜਿੰਦਾ ਕੀਤਾ। ਤਥਾਗਤ ਬੁੱਧ ਜੀ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਮੋਹਰੇ ਲਿਆਂਦਾ। ਤੇ ਜਿਹੜਾ ਤੁਸੀਂ ਗੱਲ ਕੀਤੀ ਨਾ, ਜੇ ਇਹਦਾ ਜਾਤ ਨੂੰ ਲੈ ਕੇ ਇਹ ਪ੍ਰਮੋਟ ਕਰਦੇ ਰਹੇ, ਉਹਦੇ ਸਿੱਟੇ ਜਿਹੜੇ ਹੈਗੇ ਆ ਉਹ ਮਣੀਪੁਰ ਵਾਲੀ ਘਟਨਾ, ਮੈਂ 30 ਸਕਿੰਟ ਦੀ ਇੱਕ ਵੀਡੀਓ ਹੈਗੀ ਆ, 30-25 ਸਕਿੰਟ ਦੀ ਥੋੜੀ ਜਿਹੀ ਨਿਗਾਹ ਕੇ ਉਹ ਆਪਾਂ ਦਿਖਾ ਦਿੰਦੇ ਆ ਵੀ ਉਹ 'ਚ ਆਪਾਂ ਉਹ ਵੀਡੀਓ ਸਾਰਿਆਂ ਨੇ ਦੇਖੀ ਹੈਗੀ ਆ ਸੋਸ਼ਲ ਮੀਡੀਆ ਤੇ, ਆਪਾਂ ਚਲਾਉਣੀ ਨਹੀਂ ਉਹ ਵਾਲੀ ਵੀਡੀਓ ਅਮਰ ਭਾਜੀ, ਜਿਹਦੇ ਵਿੱਚ ਜਿਹੜੀਆਂ ਹੈਗੀਆਂ ਜਿਹੜੀਆਂ ਦੋ ਸਾਡੀਆਂ ਜਿਹੜੀਆਂ ਭੈਣਾਂ ਹੈਗੀਆਂ ਉਹਨਾਂ ਨੂੰ ਨੰਗਿਆ ਕਰਕੇ ਜਿਹੜਾ ਹੈਗਾ ਆ ਮਰਦ ਪ੍ਰਧਾਨ ਸਮਾਜ ਜਿਹੜਾ ਹੈਗਾ ਆ ਉਹਨੂੰ ਨੰਗਿਆਂ ਕਰਕੇ ਉਹਨਾਂ ਨੂੰ ਘੁਮਾ ਰਿਹਾ ਹੈਗਾ ਤੇ ਉਹਨਾਂ ਨੂੰ ਜਲੀਲ ਕਰ ਰਿਹਾ ਹੈਗਾ ਆ। ਉਹ ਵੀਡੀਓ ਸਾਰਿਆਂ ਨੇ ਦੇਖੀ, ਜਿਨ੍ਹਾਂ ਨੇ ਦੇਖੀ ਹੈਗੀ ਹੈ ਨਾ, ਉਹ ਕਿਤੇ ਜੇ ਉਹਨਾਂ ਨੂੰ ਨਹੀਂ ਦਰਦ ਆਉਂਦਾ, ਆਪਣੀ ਭੈਣ ਨੂੰ, ਆਪਣੀ ਮਾਂ ਨੂੰ ਜਾਂ ਆਪਣੀ ਲੜਕੀ ਨੂੰ ਅੱਖਾਂ ਸਾਹਮਣੇ ਰੱਖ ਕੇ ਉਸ ਵੀਡੀਓ ਨੂੰ ਦੇਖਣ, ਫਿਰ ਸ਼ਾਇਦ ਜਾ ਕੇ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੀ ਅਸੀਂ ਕੱਟੜਤਾ ਜਿਹੜੀ ਸਾਡੇ 'ਚ ਭਰੀ ਆ, ਜਿਹੜਾ ਇੱਕ ਜਾਤ ਦਾ ਜੇ ਅਸੀਂ ਗਰਵ ਕਰਨ ਲੱਗ ਪਏ ਆ, ਉਹਦੇ ਹਾਲਾਤ ਕੀ ਨਿਕਲਣੇ ਹੈਗੇ ਆ। ਥੋੜੀ ਜਿਹੀ ਵੀਡੀਓ ਹੋਰ ਇੱਕ
ਉਹ ਦੇਖਿਓ, ਕਿਉਂਕਿ YouTube Facebook ਇਹ ਸਾਰੇ ਜਿਹੜੇ ਹੈਗੇ ਆ ਮਨੂਵਾਦ ਦੇ ਕਬਜ਼ੇ 'ਚ ਹੀ ਆ। ਅੱਜ ਅਸੀਂ ਗੱਲ ਕਰਦੇ ਆ, ਪਤਾ ਨਹੀਂ ਸਾਡੀ ਵੀਡੀਓ ਇਹ ਰੱਖਣੀ ਕਿ ਨਹੀਂ ਰੱਖਣੀ, ਕੱਟ ਦੇਣੀ ਆ ਉਹਨਾਂ ਨੇ, ਪਰ ਅਸੀਂ ਜਿੰਨਾ ਇਹਦਾ ਫਾਇਦਾ ਲੈ ਸਕਦੇ ਹਾਂ ਲਈਏ। ਆਹ ਦੇਖੋ ਮਣੀਪੁਰ ਦੇ ਵਿੱਚ ਮਈ ਮਹੀਨੇ ਦੀ ਘਟਨਾ ਹੈਗੀ ਆ, ਇਹ ਜਿਹੜੀਆਂ ਘਟਨਾ ਹੋ ਰਹੀਆਂ ਨਾ 5 ਮਈ ਦੇ ਵਿੱਚ ਵਾਪਰੀ ਘਟਨਾ ਹੈਗੀ ਆ, ਤੇ ਅੱਜ ਜਾ ਕੇ ਉੱਤੇ ਜਿਹੜਾ ਹੈਗਾ ਵਿਵਾਦ ਛਿੜਿਆ ਹੈਗਾ। ਕਿਉਂਕਿ ਉੱਥੇ ਨੈਟ 3 ਮਹੀਨੇ ਬਾਅਦ ਚੱਲਿਆ, 1.5 ਮਹੀਨੇ ਬਾਅਦ ਉਹ ਵੀਡੀਓ ਆ ਗਈ ਸੀਗੀ, ਪਰ ਉੱਤੇ ਜਦੋਂ ਉਹ ਵੱਡੇ ਪੱਧਰ ਤੇ ਜਿਹੜੇ ਭਾਰਤ ਦੀ ਸੁਪਰੀਮ ਕੋਰਟ ਆ, ਜਿਹੜੇ ਆਪਣੇ CGI ਚੰਦਰਚੂੜ, ਉਹਨਾਂ ਨੇ ਕੇਂਦਰ ਨੂੰ ਫਟਕਾਰ ਲਾਈ ਆ ਕਿ ਤੁਸੀਂ ਐਕਸ਼ਨ ਲੈਂਦੇ ਆ ਕਿ ਅਸੀਂ ਕੁਛ ਕਰੀਏ। ਉਸ ਤੋਂ ਬਾਅਦ ਵਿੱਚ ਜਿਹੜਾ ਹੈਗਾ ਆ 77 ਦਿਨਾਂ ਦੇ ਬਾਅਦ ਵਿੱਚ ਜਾ ਕੇ ਮੋਦੀ ਜਿਹੜਾ ਹੈਗਾ ਆਪਣੇ ਪ੍ਰਧਾਨ ਮੰਤਰੀ, ਉਹਦੀ ਚੁੱਪੀ ਜਿਹੜੀ 77 ਸਕਿੰਟ ਲਈ ਵੀ ਨਹੀਂ ਟੁੱਟੀ ਹੈਗੀ, ਚੁੱਪੀ ਟੁੱਟੀ ਆ, ਪਰ 77 ਸਕਿੰਟ ਵੀ ਇਸ ਘਟਨਾ ਤੇ ਨਹੀਂ ਬੋਲ ਸਕਿਆ। ਬਸ ਉਹਨਾਂ ਨੇ ਜੋ ਕਾਰਵਾਈ ਕੀਤੀ, ਜਿਹੜਾ ਉਸ ਘਟਨਾ ਦੇ ਮਣੀਪੁਰ ਵਿੱਚ ਜੋ ਵਾਪਰਿਆ, ਉਸ ਘਟਨਾ ਦੇ ਜਿਹੜੇ ਹੈਗੇ ਆ ਉੱਥੇ ਦੇ ਮੁੱਖ ਮੰਤਰੀ, ਉਸ ਮੁੱਖ ਮੰਤਰੀ ਉਸ ਘਟਨਾ ਦੇ ਪੂਰੀ ਤਰ੍ਹਾਂ ਨਾਲ ਉਸ ਘਟਨਾ 'ਚ ਇਨਵੋਲਵ ਆ, ਪਰ ਉਸ ਮੁੱਖ ਮੰਤਰੀ ਨੂੰ ਹੀ ਜਿਹੜੀ ਉੱਥੇ ਘਟਨਾ ਜਿਹੜੀਆਂ ਹੋ ਰਹੀਆਂ ਆ, ਉਹਨਾਂ ਦੀ ਜਿਹੜੀ ਕਮੇਟੀ ਬਣਾਈ ਆ ਅਮਿਤ ਸ਼ਾਹ ਵੱਲੋਂ, ਉਹਦੇ ਪ੍ਰਧਾਨ ਬਣਾ ਦਿੱਤਾ ਜਾਣਾ ਇੱਕ ਕੋਝਾ ਮਜ਼ਾਕ ਆ ਉੱਥੇ ਦੇ ਲੋਕਾਂ ਨਾਲ। ਤੇ ਆਪਾਂ ਗਹਿਰਾਈ 'ਚ ਨਹੀਂ ਜਾਂਦੇ, ਸਮਾਂ 'ਚ ਕਾਫੀ ਹੋ ਗਿਆ। ਇੱਕ ਵੀਡੀਓ ਆ, ਥੋੜੀ ਜਿਹੀ ਦੇਖਿਓ, ਉਦੋਂ ਬਾਅਦ ਫਿਰ ਆਪਾਂ ਅਮਰ ਭਾਜੀ ਤੁਹਾਨੂੰ ਆਪਾਂ ਵਿਚਾਰ ਕਰਾਂਗੇ। ਥੋੜੀ ਜਿਹੀ ਨਿਗਾਹ ਦਿੰਦਾ ਆ, ਦੇਖਿਓ ਇੱਕ ਲੜਕੀ ਦੇ ਨਾਲ ਕੀ ਹੋ ਰਿਹਾ। ਦੇਖੋ ਹਾਂਜੀ ਅਮਰ ਭਾਜੀ, ਤੁਸੀਂ ਦੇਖੀ ਵੀਡੀਓ? ਅਮਰ ਭਾਜੀ ਦੇਖੋ, ਦਿਲ ਨੂੰ ਦਹਿਲਾਉਣ ਵਾਲੀ, ਅਗਰ ਆਪਣੀ ਧੀ ਭੈਣ ਨੂੰ ਸਾਹਮਣੇ ਰੱਖ ਕੇ ਦੇਖਾਂਗੇ, ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਹੈਗੀਆਂ ਆ ਜਿਹੜੀਆਂ ਆਪ ਹੀ ਸ਼ੂਟ ਕੀਤੀਆਂ ਜਾ ਰਹੀਆਂ ਆ, ਔਰ ਕਿੰਨਾ ਬਹੁਤ ਖਤਰਨਾਕ ਸੀ ਆਕਾਸ਼ਵਾਣੀ ਭਾਜੀ, ਬਹੁਤ ਯਾਨੀ ਕਿ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ। ਜੀ 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 ਦੇਖੋ, ਜਿਹੜੀ ਤੁਸੀਂ ਗੱਲ ਕਰਦੇ ਜਾਤ ਵਾਲੀ, ਹੁਣ ਉੱਥੋਂ ਤੁਸੀਂ ਗੱਲ ਅੱਗੇ ਆਪਣੀ ਸ਼ੁਰੂ ਕਰੋ। ਦੇਖੋ ਇੱਧਰ ਨੂੰ ਲੈ ਕੇ ਜਾਣਾ ਇਹਨਾਂ ਨੇ ਸਾਡੇ ਨਾਲ। ਅੱਜ ਲੋਕਤੰਤਰ ਜਿੱਥੇ ਲੋਕਾਂ ਦਾ ਰਾਜ ਆ, ਉੱਥੇ ਜਿੱਥੇ ਸੁਪਰੀਮ ਕੋਰਟ ਦੇ ਜਿਹੜਾ ਹੈਗਾ ਆ ਚੀਫ ਜਸਟਿਸ ਚੰਦਰਚੂੜ, ਉਹ ਜਦੋਂ ਬਿਆਨ ਦਿੰਦਾ ਕਿ ਤੁਸੀਂ ਐਕਸ਼ਨ ਲਾਉਂਗੇ ਕੇਂਦਰ ਸਰਕਾਰ ਨੂੰ ਕਿ ਅਸੀਂ ਕੁਛ ਐਕਸ਼ਨ ਲਈਏ, ਕਿਉਂਕਿ ਡਬਲ ਇੰਜਨ ਸਰਕਾਰ ਚੱਲ ਰਹੀ ਹੈਗੀ ਆ ਮਣੀਪੁਰ ਦੇ ਵਿੱਚ। ਔਰ ਮਣੀਪੁਰ ਦੀ ਭਾਜੀ ਜਿਹੜੀ ਹੈਗੀ ਆ ਅਮਨ ਭਾਜੀ, ਜਿਹੜੀ ਉੱਥੇ ਕੋਈ ਦਾਇਰਾ ਬਹੁਤ ਵੱਡਾ ਨਹੀਂ ਹੈਗਾ, ਸਿਰਫ ਜਲੰਧਰ ਜ਼ਿਲ੍ਹੇ ਦੇ ਜਿੱਡਾ ਜਲੰਧਰ ਜ਼ਿਲ੍ਹਾ ਆ ਨਾ, ਜੀ ਉੱਡਾ ਕੀ ਰਾਜ ਆ, ਉਹ ਬਹੁਤ ਵੱਡਾ ਰਾਜ ਨਹੀਂ ਹੈਗਾ। ਇੰਨੇ ਕੁ ਰਾਜ ਦੇ ਵਿੱਚ ਐਡੇ ਪਿਛਲੇ 4 ਮਹੀਨਿਆਂ ਤੋਂ ਕਈ ਘਟਨਾਵਾਂ ਘਟ ਰਹੀਆਂ ਹੈਗੀਆਂ, 4-5 ਮਹੀਨਿਆਂ ਤੋਂ, ਤੇ ਇੰਨੇ ਕੁ ਛੋਟੇ ਜਿਹੇ ਰਾਜ ਦੇ ਵਿੱਚ ਜਲੰਧਰ ਜ਼ਿਲ੍ਹਾ ਜਿੰਨਾ ਕੁ ਹੈਗਾ, ਉਨੇ ਕੁ ਰਾਜ ਦੇ ਵਿੱਚ ਨੱਥ ਨਹੀਂ ਪਾਈ ਜਾ ਰਹੀ, ਔਰ ਉਹ ਸਾਰਾ ਕੁਝ BJP ਦੀ ਸ਼ਹਿ ਤੇ ਹੋ ਰਿਹਾ ਹੈਗਾ ਉੱਥੇ। ਔਰ ਉੱਥੇ ਦੇ ਹੀ ਜਿਹੜੇ ਮੁੱਖ ਮੰਤਰੀ ਦੀ ਜਿਹਦੀ ਸ਼ਹਿ ਤੇ ਹੋ ਰਿਹਾ ਹੈਗਾ, ਮੁੱਖ ਮੰਤਰੀ ਬਿਆਨ ਕੀ ਦਿੰਦਾ ਜਦੋਂ ਪੁੱਛਿਆ ਜਾਂਦਾ ਇਸ ਵੀਡੀਓ ਬਾਰੇ, ਉਹ ਕਹਿੰਦਾ ਇਦਾਂ ਦੀਆਂ ਤਾਂ ਹਜ਼ਾਰਾਂ ਵੀਡੀਓ, ਸੈਂਕੜਿਆਂ ਵੀਡੀਓ ਕਹਿੰਦਾ ਘੁੰਮ ਰਹੀਆਂ ਹੈਗੀਆਂ, ਤੁਸੀਂ ਕਿਹੜੀ ਵੀਡੀਓ ਦੀ ਗੱਲ ਕਰਦੇ ਆ। ਉਹਦਾ ਇਹ ਸ਼ਰਮਨਾਕ ਬਿਆਨ ਸੀਗਾ। ਉਹ ਤੋਂ ਅਸਤੀਫਾ ਲੈਣ ਦੀ ਬਜਾਏ ਉਹਨੂੰ ਉੱਥੇ ਦੀ ਜਿਹੜੀ ਐਕਸ਼ਨ ਕਮੇਟੀ ਆ ਉਹਦਾ ਪ੍ਰਧਾਨ ਬਣਾ ਦਿੱਤਾ ਗਿਆ ਅਮਿਤ ਸ਼ਾਹ ਵੱਲੋਂ। ਬੇਟੀ ਬਚਾਓ ਇਹਦਾ ਨਾਰਾ ਜਿਹੜਾ ਹੈਗਾ ਆ ਕਿਉਂ ਦਿੱਤਾ ਗਿਆ, ਤੁਹਾਨੂੰ ਸਮਝ ਆਉਂਦੀ ਆ? ਬ੍ਰਿਜ ਭੂਸ਼ਣ ਜਿਹਨੇ ਇੰਟਰਨੈਸ਼ਨਲ ਜਿਹੜੇ ਪੱਧਰ ਤੇ ਗੇਮਾਂ ਕਰਦੇ ਆ ਖਿਡਾਰਨਾ, ਉਹਨਾਂ ਦੇ ਨਾਲ ਯੋਨ ਸ਼ੋਸ਼ਣ ਦਾ ਆਰੋਪ ਲੱਗਾ, ਪਰ ਉਹ ਖਿਡਾਰੀਆਂ ਨੂੰ ਕੀ ਕੀਤਾ, ਖਿਡਾਰੀਆਂ ਨਾਲ ਖਿੱਚਾਤੋਈ ਕੀਤੀ, ਜੇਲ੍ਹਾਂ 'ਚ ਸੱਟਿਆ, ਪਰ ਬ੍ਰਿਜ ਭੂਸ਼ਣ ਅੱਜ ਵੀ ਉੱਥੇ ਖੜਾ ਆ। ਔਰ ਹੋਰ ਸਾਰੀਆਂ ਘਟਨਾਵਾਂ ਜਿਹੜੀਆਂ ਹੈਗੀਆਂ, ਇਹ ਤਾਜ਼ੀਆਂ ਘਟਨਾਵਾਂ ਜਿਹੜੀਆਂ 2 ਹੋਈਆਂ ਹੈਗੀਆਂ, ਇਹ ਜਾਣੀ ਕਿ ਬੇਟੀ ਕਿਹਨਾਂ ਤੋਂ ਬਚਾਉਣੀ? ਕੁਲਦੀਪ ਸੈਂਗਰ ਜਿਹਨੇ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਕੀਤਾ, ਉਹਨੂੰ ਜਦੋਂ ਦਿੱਲੀ 'ਚ ਉਹਦਾ ਕੇਸ ਆਉਂਦਾ ਹੈਗਾ ਆ, ਤੇ ਉਹਦੇ ਪੂਰੇ ਕੁੜੀ ਦੇ ਪਰਿਵਾਰ ਨੂੰ ਮਾਰ ਦਿੱਤਾ ਜਾਂਦਾ ਹੈਗਾ ਆ। ਉਸ ਤੋਂ ਬਾਅਦ ਵਿੱਚ ਉਹਨੂੰ ਜੇਲ੍ਹ 'ਚ ਮਜਬੂਰੀ ਵਿੱਚ ਭੇਜਿਆ ਜਾਂਦਾ ਆ। ਉਸ ਤੋਂ ਬਾਅਦ ਵਿੱਚ BJP ਉਹਦੀ ਘਰਵਾਲੀ ਨੂੰ ਟਿਕਟ ਦੇ ਕੇ ਜਿਤਾਉਂਦੀ ਹੈਗੀ ਆ। ਬੇਟੀ ਬਚਾਓ ਕਿੱਥੋਂ ਬਚਾਉਣੀ ਆ ਤੁਸੀਂ ਦੇਖੋ। ਰਾਮ ਰਹੀਮ ਜਿੱਥੇ ਸ਼ਰੇਆਮ ਦੋਸ਼ੀ ਆ, ਉਹਨੂੰ ਬਾਰ-ਬਾਰ ਪਰੋਲ ਦਿੱਤੀ ਜਾਂਦੀ। ਹੁਣ 30 ਦਿਨ ਲਈ 7ਵੀਂ ਵਾਰ ਫੇਰ ਬਾਹਰ ਆ ਰਿਹਾ ਆ। ਸਭ ਤੋਂ ਜਿਹੜੇ ਅਪਰਾਧਿਕ ਜਿਹੜਾ ਉਹਨੇ ਆਰੋਪ ਆ ਤੇ ਬਲਾਤਕਾਰ ਦੇ, ਹੱਤਿਆਵਾਂ ਦੇ, ਕਿਡਨੈਪਿੰਗ ਦੇ ਸਾਰੇ ਦੋਸ਼ ਵਾ। ਐਡੇ ਵੱਡੇ ਅਪਰਾਧੀ ਨੂੰ ਕੀ ਕਹਿੰਦੀ ਹੈਗੀ ਆ ਉੱਥੇ ਦੀ ਕੇਂਦਰ ਸਰਕਾਰ ਕਿ ਇਹ ਜਿਹੜੇ ਹੈਗੇ ਆ ਦੋਸ਼ ਵਾ, ਇਹ ਨੋਰਮਲ ਦੋਸ਼ ਵਾ, ਇਹ ਵੱਡੇ ਪੱਧਰ ਦੇ ਕੋਈ ਦੋਸ਼ ਨਹੀਂ ਹੈਗੇ। ਤਾਂ ਵੱਡੇ ਪੱਧਰ ਦੇ ਕਿਹੜੇ ਹੁੰਦੇ ਆ? ਤੁਸੀਂ ਜਾਤ 'ਚ ਵੱਜ ਗਏ ਨਾ,
ਇਹ ਹਾਲ ਹੋਣਾ ਆ, ਕੱਲੇ ਕੱਲੇ ਹੋ ਗਏ। ਇੱਕ ਮੰਚ ਤੇ ਇਕੱਠੇ ਕੀਤਾ ਸਾਨੂੰ ਸਤਿਗੁਰ ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਤਰੇ, ਇਹ ਚਮਾਰ ਜਾਤ ਦੇ ਨਹੀਂ ਸਕੇ। ਗੁਰੂ ਰਵਿਦਾਸ ਮਹਾਰਾਜ ਇਹਨਾਂ ਨੂੰ ਮਹਾਨ ਕਿਹਾ ਹੈਗਾ। ਔਰ ਸਾਡੇ ਮਿੰਟੂ ਖਹਿਰਾ ਜੀ ਫਲੋਰ ਤੋਂ, ਵੀਰ ਜੀ ਦੇ ਬੜੇ ਵਧੀਆ ਵਿਚਾਰ ਸੀਗੇ, ਸਾਡੇ ਨਾਲ ਇੱਕ ਵਾਰੀ ਭਾਗ ਲਿਆ ਸੀ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ। ਉਹਨਾਂ ਨੇ ਕਿਹਾ ਕਿ ਹਿੰਦੂ ਰਾਸ਼ਟਰਵਾਦ, ਬਿਲਕੁਲ ਜੀ। ਔਰ ਮੈਂ ਸਲਾਮ ਕਰਦਾ ਇਸ ਵੀਰ ਨੂੰ। ਇਹਨਾਂ ਨੇ ਫਲੋਰ ਦੇ ਵਿੱਚ ਬੜੇ ਵੱਡੇ ਪੱਧਰ ਤੇ ਇਕੱਠ ਕਰਕੇ ਉੱਥੇ ਇਸ ਜਿਹੜੀ ਕਾਰਵਾਈ ਹੋ ਰਹੀ ਹੈਗੀ ਆ, ਜੋ ਗੱਲਬਾਤ ਹੋ ਰਹੀ ਹੈਗੀ ਆ ਮਣੀਪੁਰ ਦੇ ਵਿੱਚ, ਉਹਦਾ ਵਿਰੋਧ ਕੀਤਾ ਤੇ ਉੱਥੇ ਪੁਤਲੇ ਸਾੜੇ ਆ ਕੇਂਦਰ ਸਰਕਾਰ ਦੇ ਕਿ ਉੱਥੇ ਕਿਉਂ ਨਹੀਂ। ਇਹਨਾਂ ਦਾ ਵੀਰ ਜੀ ਤੁਹਾਨੂੰ ਸਲੂਟ ਆ, ਤੁਸੀਂ ਇਹ ਕੰਮ ਕੀਤਾ ਔਰ ਔਰਤਾਂ ਨੇ ਵੱਧ ਚੜ ਕੇ ਹਿੱਸਾ ਲਿਆ ਔਰ ਜਿਹੜਾ ਇੱਕ ਮੈਸੇਜ ਦਿੱਤਾ ਪੂਰੇ ਪੰਜਾਬ 'ਚ ਕਿ ਤੁਹਾਡੇ ਨਾਲ ਵੀ ਇਹ ਹੋਊਗਾ। ਹਾਂਜੀ ਅਮਰ ਭਾਜੀ, ਮੈਂ ਨਾ ਤੁਹਾਡੀ ਇਹ ਗੱਲ ਸੁਣਦੇ ਸਾਹਿਬ ਕਾਂਚੀ ਰਾਮ ਜੀ ਦੀ ਇੱਕ ਗੱਲ ਚੇਤੇ ਕਰਦਾ ਸੀਗਾ ਜੀ। ਉਹ ਕਹਿੰਦੇ ਸੀਗੇ ਵੀ ਜਿਨ੍ਹਾਂ ਨੇ ਅਗਲਾ ਜਨਮ ਸੁਧਾਰਨਾ ਉਹ ਪੰਡਤਾਂ ਤੇ ਬ੍ਰਾਹਮਣਾਂ ਕੋਲ ਜਾਣ ਜੀ, ਜਿਨ੍ਹਾਂ ਨੇ ਆਹ ਜਨਮ ਸੁਧਾਰਨਾ ਉਹ ਮੇਰੇ ਪਿੱਛੇ ਆ ਜਾਣ। ਜਿੱਦਾਂ ਉਹਨਾਂ ਦੀ ਇੱਕ ਸਟੇਟਮੈਂਟ ਆ, ਉਹ ਮੈਂ ਯਾਦ ਕਰਦਾ ਸੀ। ਜੀ ਜੀ ਜੀ। ਅਸਲ ਵਿੱਚ ਗੁਰੂ ਰਵਿਦਾਸ, ਕਬੀਰ, ਨਾਨਕ, ਅੰਬੇਡਕਰ ਸਾਹਿਬ, ਕਾਂਚੀ ਰਾਮ, ਜਿੰਨੇ ਵੀ ਸਾਡੇ ਪੁਰਖ ਅੱਜ ਤੱਕ ਹੋਏ ਆ, ਚਾਹੇ ਬੁੱਧ ਸਾਹਿਬ ਦੀ ਤੋਂ ਲੈ ਕੇ ਕਾਂਚੀ ਰਾਮ ਜੀ ਤੱਕ ਜਿੰਨੀ ਵੀ ਲਹਿਰ ਚੱਲੀ ਆ, ਉਹ ਸਾਰੇ ਸਾਡੇ ਪੁਰਖਿਆਂ ਨੇ ਜਿਹੜਾ ਆਹ ਸਾਡਾ ਗੰਦਲਾ ਜੀਵਨ ਸੀਗਾ, ਨਰਕ ਭਰਿਆ ਜੀਵਨ ਸੀਗਾ, ਜਿਸ ਤਰੀਕੇ ਦੇ ਮਨੀਪੁਰ ਦੇ ਵਿੱਚ ਹਾਲਾਤ ਬਣੇ, ਇਸ ਤਰੀਕੇ ਦੇ ਹਾਲਾਤ ਪੂਰੇ ਭਾਰਤ ਦੇ ਵਿੱਚ ਸੀਗੇ ਉਸ ਵੇਲੇ ਮਨੂਵਾਦੀ ਸਿਸਟਮ ਵੱਲੋਂ ਬਣਾਏ ਗਏ। ਜੀ ਜੀ। ਇਹ ਜਿਹੜੀ ਮਿੱਥ ਬਣੀ ਹੋਈ ਹੈ, ਜਿਹੜੀ ਤਾਂ ਨੇ ਸੋਚ ਬਣਾ ਕੇ ਰੱਖੀ ਹੋਈ ਸੀ ਮਨੁੱਖ ਨੂੰ ਗੁਲਾਮ ਬਣਾਉਣਾ, ਜਦੋਂ ਜੀ ਕਰਨਾ ਵੱਢ ਟੁੱਕ ਕਰ ਦੇਣੀ ਹੈ ਨਾ, ਬੰਦਾ ਸਮਝਣਾ ਹੀ ਨਹੀਂ, ਉਹਨੂੰ ਆਪਣੇ ਬਰਾਬਰ ਸਮਝਣਾ ਹੀ। ਇਹ ਸਾਰੀ ਨੂੰ ਤੋੜਨ ਵਾਸਤੇ ਸਾਡੇ ਪੁਰਖਿਆਂ ਨੇ ਸੰਘਰਸ਼ ਲੜਿਆ ਔਰ ਸਾਨੂੰ ਸਾਡੀ ਆਜ਼ਾਦ ਹਸਤੀ ਬਣਾ ਕੇ ਦਿੱਤੀ ਸਾਨੂੰ। ਔਰ ਜਿਹੜੇ ਸਾਡੇ ਪੁਰਖਿਆਂ ਦੇ ਨਾਂ ਦੇ ਉੱਤੇ ਅੱਜ ਲੋਕ ਧੰਦੇ ਕਰਦੇ ਆ, ਉਹਨਾਂ ਸਾਰਿਆਂ ਨੇ ਜੀ ਸਾਡੇ ਪੁਰਖਿਆਂ ਨੂੰ ਅਗਲੇ ਜਨਮ ਦੇ ਨਾਲ ਜੋੜ ਦਿੱਤਾ। ਜੀ ਜੀ ਉਹ ਆਏ ਸੀ, ਉਹ ਅਗਲਾ ਜਨਮ ਸੁਧਾਰਨਾ ਚਾਹੁੰਦੇ ਸੀ। ਉਹ ਮੋਹ ਮਾਇਆ ਤੋਂ ਤੁਹਾਡਾ ਜਿਹੜੀ ਮੋਹ ਮਾਇਆ ਹੈਗੀ ਆ, ਮਾਇਆ ਉਹਦੇ ਤੋਂ ਤੁਹਾਨੂੰ ਮੁਕਤ ਕਰਨਾ ਚਾਹੁੰਦੇ ਸੀ। ਮੋਹ ਮਾਇਆ ਦਾ ਮੋਹ ਨਹੀਂ ਕਰਨਾ ਤੁਸੀਂ। ਤੇ ਆਪ ਗਰੀਬ ਗੁਰਬੇ ਲੋਕਾਂ ਦੀ ਜਿਹੜੀ ਕੀਤੀ ਉਹ ਕਮਾਈ ਆ, ਉਹਦੇ ਨਾਲ ਆਪਣੀਆਂ ਗੋਲਕਾਂ ਭਰ ਕੇ ਚੰਗਾ ਖਾਂਦੇ ਆ, ਚੰਗਾ ਪਹਿਨਦੇ ਆ, ਚੰਗੀਆਂ ਗੱਡੀਆਂ ਦੇ ਵਿੱਚ ਐਸ਼ੋ ਆਰਾਮ ਨਾਲ ਘੁੰਮਦੇ ਆ। ਗਰੀਬ ਗੁਰਬੇ ਲੋਕਾਂ ਦੀਆਂ ਦਿਹਾੜੀਆਂ ਬਾਹਰ ਲਗਾਉਣ ਦੀ ਬਜਾਏ ਆਪਣੇ ਡੇਰਿਆਂ 'ਚ, ਆਪਣੇ ਗੁਰਦੁਆਰਿਆਂ 'ਚ, ਮੰਦਿਰਾਂ ਵਿੱਚ ਸਫਾਈਆਂ ਕਰਵਾ ਕੇ, ਫ੍ਰੀ ਦਾ ਕੰਮ ਕਰਾ ਕੇ ਉਹਨਾਂ ਨੂੰ ਧਰਮ ਦੇ ਨਾਂ ਤੇ ਬੇਵਕੂਫ ਬਣਾ ਕੇ ਆਪਣਾ ਜਿਹੜਾ ਵਧੀਆ ਤੋਰੀ ਫੁਲਕਾ ਚਲਾਇਆ ਹੋਇਆ। ਅਸਲ ਦੇ ਵਿੱਚ ਇਹਨਾਂ ਲੋਕਾਂ ਨੂੰ, ਜਿਹੜੇ ਲੋਕ ਸੀਗੇ ਸਾਰੇ, ਜਿਹੜੇ ਆਪਣੇ ਪੁਰਖਿਆਂ ਦੀ ਗੱਲ ਸੁਣਨਾ ਚਾਹੁੰਦੇ ਸੀ, ਕਰਨਾ ਚਾਹੁੰਦੇ ਸੀ, ਸਮਝਣਾ ਚਾਹੁੰਦੇ ਸੀ, ਜਾਂ ਜਿਨ੍ਹਾਂ ਨੇ ਪੁਰਖਿਆਂ ਦੇ ਨਾਂ ਦੇ ਉੱਤੇ ਦੁਕਾਨ ਖੋਲੀ ਹੋਈ ਆ, ਅਸਲ ਵਿੱਚ ਉਹਨਾਂ ਨੇ ਸਮਾਨ ਇਹ ਵੇਚਣਾ ਸੀ ਵੀ ਜੋ ਵੀ ਮਣੀਪੁਰ ਦੀ ਘਟਨਾ, ਹਾਂਜੀ ਮਣੀਪੁਰ ਦੀ ਘਟਨਾ ਲਾ ਲਓ, ਚਾਹੇ ਮਾਨਸੇ ਦੀ ਘਟਨਾ ਲਾ ਲਓ, ਚਾਹੇ ਰਾਜਸਥਾਨ ਦੇ ਵਿੱਚੋਂ ਮੁੱਛ ਰੱਖਣ ਤੇ ਬੰਦੇ ਦਾ ਕਤਲ ਦੀ ਘਟਨਾ ਲਾ ਲਓ, ਜਾਂ ਹੋਰ ਕਿਤੇ ਹੋਰ ਜਿਹੜੇ ਭਾਰਤ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਜ਼ੁਲਮ ਹੁੰਦੇ। ਜਾਤ ਦੇ ਆਧਾਰ ਤੇ ਨਹੀਂ ਉਹ ਜ਼ੁਲਮਾਂ ਨੂੰ ਦੇਖਣਾ ਤੁਸੀਂ, ਮਨੁੱਖਤਾ ਦੇ ਨਾਲ ਜਿੰਨਾ ਵੀ ਘਾਣ ਹੋ ਰਿਹਾ ਇੱਥੇ ਹੈ ਨਾ। ਕਿਉਂਕਿ ਕੁਲਦੀਪ ਸਿੰਘਰ ਦਾ ਕੇਸ ਲਾ ਲਓ, ਚਾਹੇ ਉਹ ਇੱਕ ਮਨੀਸ਼ਾ ਬਾਲਮੀਕੀ ਸੀ ਬੇਟੀ, ਜਾਂ ਨਿਰਭਇਆ ਸੀਗਾ, ਜਿੰਨੇ ਵੀ ਜਾਨੀ ਕਿ ਮਨੁੱਖਾਂ ਦੇ ਉੱਤੇ ਜਿੰਨਾ ਵੀ ਜ਼ੁਲਮ ਹੁੰਦਾ, ਇਹਦੇ ਖਿਲਾਫ ਤੁਸੀਂ ਇੱਕ ਪ੍ਰੈਸ਼ਰ ਗਰੁੱਪ ਤਿਆਰ ਕਰਨਾ ਸੀਗਾ। ਸਰਕਾਰ ਲੋਕਤੰਤਰ ਦੇ ਅੰਦਰ ਦਾ ਮਤਲਬ ਇਹ ਨਹੀਂ ਹੈਗਾ ਲੋਕਤੰਤਰ ਦੇ ਅੰਦਰ ਜੇ ਤੁਹਾਨੂੰ ਬੋਲਣ ਦੀ ਆਜ਼ਾਦੀ ਹੈਗੀ ਹੈ ਤਾਂ ਜੋ ਤੁਹਾਡੇ ਮੂੰਹ ਗੰਦਮੰਦ ਆਉਂਦਾ ਬੋਲੀ ਤੁਰੇ ਜਾਓ, ਜੋ ਤੁਹਾਡਾ ਦਿਲ ਕਰਦਾ ਉਹ ਕਰਦੇ ਤੁਰੇ ਜਾਓ, ਜਿਹਨੂੰ ਮਰਜ਼ੀ ਡਾਂਗ ਛੋਟੇ ਨਾਲ ਮਾਰਦੇ ਜਾਓ। ਏਦਾਂ ਨਹੀਂ ਹੁੰਦਾ। ਲੋਕਤੰਤਰ ਦੇ ਅੰਦਰ ਜ਼ਿੰਮੇਵਾਰ ਧਿਰਾਂ ਨੇ, ਜ਼ਿੰਮੇਵਾਰ ਸੰਸਥਾਵਾਂ ਨੇ, ਸਿਰਮੌਰ ਜਥੇਬੰਦੀਆਂ ਨੇ ਲੋਕਾਂ ਨੂੰ ਗਾਈਡ ਕਰਨਾ ਹੁੰਦਾ ਭਾਜੀ ਵੀ ਆਹ ਤੁਹਾਡੇ ਹੱਕ ਹਕੂਕ ਆ। ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਤੁਹਾਡੀ ਰਾਖੀ ਨਹੀਂ ਕਰ ਰਹੀ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਤੁਹਾਡੇ ਮਸਲੇ ਹੱਲ ਨਹੀਂ ਕਰ ਰਹੀ। ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾ ਕੇ, ਚੱਕਾ ਜਾਮ ਕਰਕੇ, ਹੜਤਾਲ ਕਰਕੇ, ਲੀਡਰਾਂ ਦੇ ਨਾਲ, MP MLA ਦੇ ਨਾਲ ਗੱਲ ਕਰਕੇ, ਪੂਰੀ ਮਿਨਿਸਟਰੀ ਦੇ ਨਾਲ ਗੱਲਬਾਤ ਕਰਕੇ ਉਹ ਇਨਸਾਫ ਦੀ ਜਿਹੜੀ ਲਹਿਰ ਚਲਾਉਣੀ ਹੁੰਦੀ ਆ। ਪਰ ਇੱਥੇ ਭਾਜੀ ਏਦਾਂ ਦਾ ਕੁਝ ਦੇਖ ਹੀ ਨਹੀਂ ਆ। ਹੁਣ ਜਿਹੜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ ਜਿਹੜੇ ਧੰਦਾ ਹੋ ਰਿਹਾ ਹੈਗਾ, ਸ਼ਰੇਆਮ ਸਾਰੀ ਦੁਨੀਆ ਸਾਰਿਆਂ ਨੂੰ ਦਿਸ ਰਿਹਾ ਜੀ। ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿੰਨੀਆਂ ਸਦੀਆਂ ਪਹਿਲਾਂ, 600 ਸਾਲ ਲਗਭਗ ਪਹਿਲਾਂ ਇਹ ਗੱਲ ਕਹੀ ਸੀ ਵੀ ਐਸਾ ਚਾਹੂ ਰਾਜ ਜਹਾਂ ਮਿਲੇ ਸਭਨ ਕੋ ਅੰਨ। ਮਤਲਬ ਰਾਜ ਦੇ ਅਧੀਨ ਜਿਹੜਾ ਜਿਸ ਰਾਜ ਦੇ ਅਧੀਨ ਤੁਸੀਂ ਇਟਲੀ ਵਿੱਚ ਆਪਾਂ ਬੈਠ ਕੇ ਜਿਹੜਾ ਮਿਹਨਤ ਕਰਕੇ ਆਪਣਾ ਅੰਨ ਕਮਾ ਰਹੇ, ਰੋਟੀ ਕਮਾ ਕੇ ਖਾ ਰਹੇ ਆ, ਪਰਿਵਾਰ ਪਾਲ ਰਹੇ ਆ, ਐਸੇ ਰਾਜ ਦੀ ਵਿਵਸਥਾ ਚਾਹੀ ਸੀ ਗੁਰੂ ਰਵਿਦਾਸ ਮਹਾਰਾਜ ਜੀ ਨੇ। ਤੇ
ਤੇ ਜੇਕਰ ਤੁਸੀਂ ਵਾਕਈ ਗੁਰੂ ਰਵਿਦਾਸ ਜੀ ਦੇ ਵਾਰਸ ਹੋ, ਮਗਰ ਗੁਰੂ ਰਵਿਦਾਸੀਏ ਕਿੱਦਾਂ ਕੀ ਲਿਖਾਇਆ, ਰਵਿਦਾਸੀਏ ਲਿਖਾਇਆ ਮਗਰ ਆਪਣੇ ਨਾਂ ਦੇ, ਤਾਂ ਭਾਈ ਉਹ ਗੱਲਾਂ ਦੇ ਉੱਤੇ ਪਹਿਰਾ ਵੀ ਦਿਓ। ਅਗਲਾ ਜਨਮ ਤਾਂ ਸੁਧਾਰ ਲੂਗੇ ਤੁਸੀਂ, ਠੀਕ ਹੈ, ਉਹ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਕਿਸੇ ਨੇ ਦੇਖਿਆ ਕਿ ਨਹੀਂ ਦੇਖਿਆ, ਪਰ ਆਹ ਜਿਹੜੇ ਜਨਮ ਦੇ ਵਿੱਚ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਆ, ਆਹ ਜਿਹੜੇ ਜਿਨ੍ਹਾਂ ਲੋਕਾਂ ਨੂੰ ਅੱਜ ਇਨਸਾਫ ਦੀ ਲੋੜ ਆ, ਇਹਨਾਂ ਵਾਸਤੇ ਕੌਣ ਲੜੂਗਾ? ਬਿਲਕੁਲ ਬਿਲਕੁਲ ਅਮਰ ਭਾਈ ਭਾਈ ਕੌਣ ਕਰੂਗਾ? ਭਾਈ ਜਿੱਦਾਂ ਇੱਕ ਜਾਤ ਨੂੰ ਪ੍ਰਮੋਟ ਕਰਨਾ ਹੈ ਨਾ, ਇੱਕ ਵੀਡੀਓ ਮੈਂ ਕਹਿੰਦਾ ਚਲਾਈ ਦਵਾਂ 30 ਸਕਿੰਟ ਦੀ ਆ, ਤੁਸੀਂ ਦੇਖਿਓ। ਜੀ ਜੇ ਜਾਤ ਨੂੰ ਪ੍ਰਮੋਟ ਕਰਨਾ ਨਾ, 6743 ਜਾਤਾਂ ਕਹਿੰਦੇ ਹੈਗੇ ਆ ਨਾ, ਫਿਰ ਇੱਕ ਜਾਤ ਨੂੰ ਪ੍ਰਮੋਟ ਕਰਨਾ ਅੱਜ ਦੇ ਸਮੇਂ ਦੇ ਵਿੱਚ, ਉਹ ਕੁੜੀ ਜਿਹੜੀ ਤੁਸੀਂ ਦੇਖਿਆ ਉਹਨਾਂ ਨੇ ਨੰਗੀਆਂ ਕਰਕੇ ਘੁਮਾਇਆ, ਅੱਜ ਦੇ ਸਮੇਂ ਦੇ ਵਿੱਚ ਮੂੰਹ ਤੇ ਪਿਸ਼ਾਬ ਕੀਤਾ ਗਿਆ, ਅੱਜ ਦੇ ਸਮੇਂ ਦੇ ਵਿੱਚ ਜਿਹੜੀ ਆਪਣੇ ਘਟਨਾ ਵਾਪਰੀ ਸੰਗਰੂਰ ਦੇ ਵਿੱਚ, ਜਿਹੜਾ ਇੱਕ ਮੁੰਡੇ ਨੂੰ ਕਿਹੜਾ ਬੇਰਹਿਮੀ ਨਾਲ ਮਾਰਿਆ ਗਿਆ, ਤੇ ਉਦੋਂ ਬਾਅਦ ਵਿੱਚ ਜਿਹੜੀਆਂ ਅੱਜ ਦੇ ਸਮੇਂ ਵਿੱਚ ਕਈ ਘਟਨਾ ਵਾਪਰੀਆਂ, ਆਹ ਜਿਹੜੇ ਹਾਲਾਤ ਆ ਦੇਖਿਓ, ਵੀਡੀਓ ਦੇਖਿਓ, ਜੁੱਤੀ ਦੇ ਵਿੱਚ ਆਹ ਦੇਖੋ ਜੁੱਤੀ ਦੇ ਵਿੱਚ ਜਿਹੜਾ ਹੈਗਾ ਆ ਉਹ ਪਾਣੀ ਪਿਲਾਇਆ ਜਾ ਰਿਹਾ। ਅੱਜ ਆਏ ਇਹ ਹੱਲੇ ਹਫ਼ਤਾ ਤੱਕ ਪੁਰਾਣੀ ਵੀਡੀਓ ਆ, ਜੁੱਤੀ ਦੇ ਵਿੱਚ ਦੇਖੋ, ਜੁੱਤੀ ਦੇ ਵਿੱਚ ਪਾਣੀ ਅੱਜ ਦੇ ਵਿੱਚ ਪਿਲਾਇਆ ਜਾਂਦਾ ਆ, ਉਦੋਂ ਬਾਅਦ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ, ਔਰ ਵੀਡੀਓ ਖੁਦ ਬਣਾਈ ਜਾਂਦੀ। ਭਾਜੀ ਇੱਕ ਮਾਨਸਿਕਤਾ ਇੱਕ ਸਮਝਣੇ ਪੈਣਾ ਇਹ ਐਂਗਲ। ਜਿਹੜੇ ਬੰਦੇ ਇੱਕ ਕੁੜੀ ਨੂੰ ਉਹਨੂੰ ਨੰਗੀ ਕਰਦੇ ਆ, ਉਹਦੇ ਕੱਪੜੇ ਉਤਾਰਦੇ ਆ, ਜਿਹੜੇ ਮੁੰਡੇ ਇੱਕ ਕੁੜੀ ਨੂੰ ਗੋਲੀ ਮਾਰਦੇ ਆ ਕੁੱਟ ਕੇ, ਜਿਹੜੇ ਜੁੱਤੀ 'ਚ ਪਾਣੀ ਪਿਲਾਉਂਦੇ, ਜਿਹੜਾ ਬੰਦਾ ਸਿਰ ਤੇ ਪਿਸ਼ਾਬ ਕਰਦਾ, ਉਹ ਵੀਡੀਓ ਖੁਦ ਬਣਾ ਰਿਹਾ, ਕੋਈ ਲੋਕੇ ਨਹੀਂ ਬਣਾ ਰਿਹਾ। ਇਹਦਾ ਕਾਰਨ ਦੇਖੋ, ਇਹਦਾ ਕੀ ਆ? ਉਹ ਤੁਹਾਡੇ ਦਿਲਾਂ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਆ ਉਹ ਦਹਿਲ ਪਾ ਰਹੇ ਹੈਗੇ ਕਿ ਤੁਹਾਡੀ ਔਕਾਤ ਦੱਸ ਰਹੇ ਹੈਗੇ ਆ, ਔਰ ਤੁਸੀਂ ਜਾਤ ਤੇ ਉਤੇ ਪ੍ਰਾਊਡ ਕਰਕੇ ਜਿਹੜਾ ਹੈਗਾ ਵੀ ਆ ਰਵਿਦਾਸੀਏ ਆ, ਆ ਅੰਬੇਦਕਰੀਏ ਆ, ਬੋਧੀ ਆ ਫਲਾਨੇ ਆ ਧਮਕੜੇ ਆ। ਜਿੱਦਾਂ ਪੰਜਾਬ ਦੇ ਵਿੱਚ ਜਿਹੜੇ ਜੱਟ ਵੀ ਹੈਗੇ ਆ, ਉਹ ਵੀ ਸ਼ੂਦਰਾਂ 'ਚ ਬ੍ਰਾਹਮਣ ਨੇ ਗਿਣੇ ਹੈਗੇ ਆ, ਉਹ ਵੀ ਆਪਣੇ ਆਪ ਨੂੰ ਵੱਡੀ ਜਾਤੀ ਸਮਝਦੇ ਹੈਗੇ ਆ, ਪਰ ਜਦੋਂ ਜੁੱਤ ਫਿਰਨਾ ਨਾ, ਉਹ ਸਾਰਿਆਂ ਦੇ ਫਿਰਨਾ। ਆ ਜਦੋਂ ਹੁਣ ਜਿਹੜੇ ਬਿੱਲ ਆਏ ਸੀਗੇ, ਉਦੋਂ ਜੁੱਤ ਸਾਰਿਆਂ ਦੇ ਫਿਰ ਰਿਹਾ ਸੀਗਾ। ਜਦੋਂ 84 ਹੋਈ ਸੀਗੀ, ਉਦੋਂ ਜੁੱਤ ਸਾਰਿਆਂ ਦੇ ਫਿਰ ਰਿਹਾ ਸੀ। ਉਦੋਂ ਆਹੀ ਜਿਹੜਾ ਹੈਗਾ 84 ਨੂੰ ਹਲੇ ਤੱਕ ਨਹੀਂ ਭੁੱਲੇ। ਉਦੋਂ ਏਦਾਂ ਹੀ, ਉਦੋਂ ਵੀਡੀਓ ਨਹੀਂ ਬਣੀਆਂ, ਮੋਬਾਈਲ ਨਹੀਂ ਸਕੇ, ਏਦਾਂ ਹੀ ਨੋਚ ਕੇ ਜਿਹੜਾ ਹੈਗਾ ਆ ਕੱਪੜੇ ਪਾੜੇ ਗਏ ਔਰਤਾਂ ਦੇ, ਉਹਨਾਂ ਨਾਲ ਬਲਾਤਕਾਰ ਕੀਤੇ ਗਏ। ਉਦੋਂ ਫਿਰ ਸਾਰੇ ਰਗੜੇ ਜਾਂਦੇ ਆ। ਸਾਨੂੰ ਲੋੜ ਆ ਇਕੱਠੇ ਹੋਣ ਦੀ, ਅਸੀਂ ਪਰ ਥੋੜੀਆਂ ਜਿਹੀਆਂ ਕਮਿਊਨਿਟੀਆਂ, ਸ਼ਡਿਊਲ ਕਾਸਟ ਹੀ ਨਹੀਂ ਇਕੱਠੇ ਹੋ ਰਹੇ, ਫਿਰ SC ST OBC ਉਹ ਕਿੱਥੇ ਇਕੱਠੇ ਹੋਣਗੇ? ਸਾਡੀ ਇਹ ਉਹਨਾਂ ਨੇ ਹੈਸੀਅਤ ਦੱਸ ਦਿੱਤੀ ਅੱਜ ਦੇ ਸਮੇਂ ਵੀ, ਔਰ ਕਿਤੇ ਸੁਣਵਾਈ ਨਹੀਂ ਹੁੰਦੀ, FIR ਵੀ ਦਰਜ ਨਹੀਂ ਹੁੰਦੀ ਹੈਗੀ, ਇੰਨਾ ਕੁਝ ਹੋਣ ਦੇ ਬਾਵਜੂਦ ਵੀ। ਅਮਰ ਭਾਜੀ ਤੁਸੀਂ ਗੱਲ ਰੱਖ ਲਓ, ਆਪਾਂ ਵੇੜੀਏ। ਬਿਲਕੁਲ ਮੈਂ ਤੇ ਲਾਸਟ ਵਿੱਚ ਇਹੀ ਬਸ ਗੱਲ ਕਰਨੀ ਚਾਹੁੰਦਾ, ਤੁਹਾਨੂੰ ਸਾਨੂੰ ਤਾਂ ਹੋਰ ਬੰਦਿਆਂ ਨੂੰ ਤਾਂ ਦੇਖਣ ਨੂੰ ਲੱਗਦਾ ਹੋਣਾ ਵੀ ਜਿੱਦਾਂ ਕੋਈ ਜਿਹੜਾ ਸਾਡੇ ਜੱਟ ਭਰਾ ਹੈਗੇ ਆ ਵੀ ਉਹਨਾਂ ਦੇ ਨਾਲ ਧੱਕਾ ਨਹੀਂ ਹੁੰਦਾ ਤੇ ਉਹ ਬੜੇ ਸੌਖੇ ਆ। ਏਦਾਂ ਨਹੀਂ ਹੈਗਾ। ਉਹ ਜਿਹੜੀ ਕਾਬਜ਼ ਧੇਰ ਆ, ਜਿਹਨੂੰ ਕਾਬਜ਼ ਧੇਰ ਦੀ ਸਮਝ ਨਾ ਆਈ ਭਾਜੀ, ਮੈਂ ਕਹਿੰਦਾ ਭਾਰਤ ਵਿੱਚ ਰਹਿ ਕੇ ਉਹਨੂੰ ਕੱਖ ਕੰਡੇ ਦਾ ਸਮਝ ਨਹੀਂ ਲੱਗਣਾ। ਉਹ ਜਿੱਥੇ ਤੱਕ ਮਰਜ਼ੀ ਜਿੰਨੀਆਂ ਮਰਜ਼ੀ ਕਿਤਾਬਾਂ ਫਰੋਲ ਲਵੇ, ਕਾਬਜ਼ ਧੇਰ ਦੀ ਨਿਸ਼ਾਨੀ ਇਹ ਹੈ, ਉਹ ਕਾਬਜ਼ ਧੇਰ ਆ, ਕਾਬਜ਼ ਸੀਗੀ ਉਹ, ਅੱਜ ਵੀ ਕਾਬਜ਼, ਅੱਗੇ ਵੀ ਉਹਦੇ ਕੋਈ ਹਿੱਲਣ ਦੇ ਕੋਈ ਚਾਂਸ ਵਾਲੇ ਦੀਵੇ ਨਹੀਂ ਹੈਗੇ। ਉਹ ਜਿਸ ਕਾਬਜ਼ ਧਿਰ ਦੇ ਖਿਲਾਫ ਪੁਰਖ ਕੇ ਲੜਿਆ, ਉਸੇ ਕਾਬਜ਼ ਧਿਰ ਨੂੰ ਬਾਰ-ਬਾਰ ਸਿਰ ਤੇ ਬਿਠਾਉਣਾ, ਇਹ ਉਹਨਾਂ ਦੀ ਖਾਸੀਅਤ ਆ। ਤਾਂ ਸਾਡੀ ਬੇਵਕੂਫੀ ਹੈ ਜਿਹੜੀ। ਹੁਣ ਤੁਸੀਂ ਜੱਟ ਦੀ ਗੱਲ ਕਰਦੇ ਆ, ਹੁਣ ਜੱਟ ਵੀਰਾਂ ਦੇ ਨਾਲ ਕਿੰਨਾ ਕੁ ਪੰਜਾਬ ਦੇ ਅੰਦਰ ਧੱਕਾ ਹੋ ਰਿਹਾ, ਸਾਨੂੰ ਪਤਾ ਨਹੀਂ ਲੱਗ ਰਿਹਾ। ਉਹ ਜ਼ਮੀਨਾਂ ਜਿਹੜੀਆਂ ਸੋਨਾ ਉਗਲਦੀਆਂ ਸੀ ਕਿਸੇ ਟਾਈਮ, ਉਹ ਜ਼ਮੀਨਾਂ ਅੱਜ ਜ਼ਹਿਰਾਂ ਉਗਲ ਰਹੀਆਂ ਨੇ। ਉਹ ਧਰਤੀ ਜਿਹੜੀ ਆ ਪਾਣੀ ਦੁੱਖੋਂ ਖਾਲੀ ਹੁੰਦੀ ਜਾ ਰਹੀ ਆ। ਜਿਹੜੀ ਜ਼ਮੀਨ ਦੇ ਅੰਦਰ ਅੰਨ ਖਾ ਕੇ ਅਸੀਂ ਤੰਦਰੁਸਤ ਹੁੰਦੇ ਸੀ, ਉਸ ਜ਼ਮੀਨ ਦੇ ਅੰਦਰਲਾ ਅੰਨ ਖਾ ਕੇ ਅਸੀਂ ਕੈਂਸਰ ਦੇ ਮਰੀਜ਼ ਹੋ ਰਹੇ ਆ। ਤੁਸੀਂ ਮਾਲਵਾ ਬੈਲਟ ਵਿੱਚ ਕਦੀ ਜਾ ਕੇ ਦੇਖਿਓ, ਤੁਹਾਨੂੰ ਪਤਾ ਲੱਗੂਗਾ ਵੀ ਕੈਂਸਰ ਕਿਹਨੂੰ ਕਹਿੰਦੇ। ਤਾਂ ਸੁਣਿਆ ਨਾ ਆਪਾਂ ਕੈਂਸਰ ਦਾ ਨਾਮ ਮਾੜਾ ਮੋਟਾ। ਉਸ ਬੈਲਟ ਵਿੱਚ ਜਾ ਕੇ ਮਾਲਵੇ ਦੇ ਅੰਦਰ ਦੇਖਿਓ, ਇੱਥੋਂ ਗੰਗਾ ਨਗਰ ਤੋਂ ਟ੍ਰੇਨਾਂ ਚੱਲਦੀਆਂ, ਮਲੋਟ ਤੋਂ ਟ੍ਰੇਨਾਂ ਚੱਲਦੀਆਂ, ਉਹਦਾ ਨਾਂ ਹੀ ਉਹ ਕੈਂਸਰ ਵਾਲੀ ਟ੍ਰੇਨ ਆ, ਵਿੱਚ ਮਰੀਜ਼ ਹੀ ਕੈਂਸਰ ਦੇ ਆ, ਜਿਹੜੇ ਇਲਾਜ ਕਰਾਉਣ ਆਪਣਾ ਦਿੱਲੀ ਜੀ ਜਾਂਦੇ ਆ ਜਾਂ ਰਾਜਸਥਾਨ ਜੈਪੁਰ ਵੱਡੇ ਹਸਪਤਾਲਾਂ ਦੇ ਵਿੱਚ ਜਾਂਦੇ ਆ ਨਾ। ਬਿਲਕੁਲ ਉਹ ਭਾਜੀ ਏਦਾਂ ਨਹੀਂ ਹੈਗਾ ਵੀ ਜਿਹੜੇ ਜੀਵਨ ਫੁਕਰਪੁਣਾ ਨਹੀਂ ਅਸੀਂ ਛੱਡਾਂਗੇ ਨਾ, ਤੇ ਸਾਰਿਆਂ ਦਾ ਹੀ ਨੁਕਸਾਨ ਹੋਣਾ। ਜੇ ਤੁਸੀਂ ਕਾਬਜ਼ ਧਿਰ ਨੂੰ ਸਮਝਣਾ ਨਾ, ਤੇ ਤੁਹਾਨੂੰ ਆਪਣੇ ਪੁਰਖਿਆਂ ਦੀ ਵਿਚਾਰਧਾਰਾ ਨੂੰ ਸਮਝਣਾ ਪੈਣਾ। ਪੁਰਖਿਆਂ ਨੂੰ ਵੱਖ-ਵੱਖ ਕਰਕੇ ਨਾ ਦੇਖੋ। ਪੁਰਖਿਆਂ ਸਾਡਿਆਂ ਦੀ ਖਾਸੀਅਤ ਹੀ ਇਹ ਸੀ। ਵੱਖ-ਵੱਖ ਜਾਤਾਂ ਮਜ਼ਹਬਾਂ ਦੇ ਵਿੱਚ ਪੈਦਾ ਜ਼ਰੂਰ ਹੋਏ ਸੀ, ਪਰ ਉਹਨਾਂ ਦੇ ਸਾਂਝੇ ਮੰਚ ਨੇ
ਕਾਬਜ ਧਿਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸੀ। ਕਾਬਜ ਧਿਰ ਨੂੰ ਵਕਤ ਪਾ ਦਿੱਤਾ ਸੀ ਵੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਜੇਕਰ ਭਾਰਤ ਦੇ ਅੰਦਰ ਸਾਡੀ ਸਲਤਨਤ ਹਿੱਲੀ ਨਾ ਲੋਕਾਂ ਕਰਕੇ ਹਿੱਲਣੀ ਆ। ਉਹ ਜਿਨ੍ਹਾਂ ਲੋਕਾਂ ਨੇ ਭਾਰਤ ਦੀ ਸਲਤਨਤ ਹਿਲਾਉਣੀ ਸੀਗੀ, ਤੁਸੀਂ ਉਹਨਾਂ ਲੋਕਾਂ ਨੂੰ ਆਪਣੇ ਆਪਣੇ ਘਰ ਬਣਾ ਆਪਣੇ ਆਪਣੇ ਦਾਇਰੇ ਬਣਾ ਕੇ ਉੱਥੇ ਰੱਖ ਕੇ ਤਾਂ ਆਪਣੇ ਆਪ ਨੂੰ ਆਪਣੇ ਪੁਰਖਿਆਂ ਨੂੰ ਮਹਾਨ ਦੱਸਣ ਲੱਗੇ। ਇਹਨਾਂ ਦੀ ਉਮਰ ਉਹ ਇੰਨੀ ਸੀਗੀ, ਗੁਰੂ ਨਾਨਕ ਦੇਵ ਦੀ ਉਮਰ ਛੋਟੀ ਸੀਗੀ, ਗੁਰੂ ਰਵਿਦਾਸ ਜੀ ਦੀ ਵੱਡੀ ਸੀ, ਕਬੀਰ ਜੀ ਏਦਾਂ ਸੀਗੇ, ਉਹ ਛੋਟੇ ਵੱਡੇ। ਇਹ ਮਤਲਬ ਇਹ ਕੋਈ ਪੈਮਾਨੇ ਨਹੀਂ ਹੈ ਜੇ ਆਪਣੇ ਪੁਰਖਿਆਂ ਨੂੰ ਪਛਾਣਨ ਦੇ ਜਾਂ ਪੁਰਖਿਆਂ ਦੀ ਵਡਿਆਈ ਕਰਨ ਦੇ। ਵਡਿਆਈ ਪੁਰਖਿਆਂ ਦੀ ਏਦਾਂ ਹੋਣੀ ਆ, ਉਹਨਾਂ ਦੇ ਦੱਸੇ ਜਿਹੜੇ ਰਾਸਤੇ ਆ ਉਹਨਾਂ ਨੂੰ ਅਪਣਾਉਣਾ ਪੈਣਾ। ਬੰਦਿਆਂ ਵਾਲੀਆਂ ਤੁਹਾਨੂੰ ਹਰਕਤਾਂ ਕਰਨੀਆਂ ਪੈਣੀਆਂ। ਏਦਾਂ ਨਹੀਂ ਹੈਗਾ ਵੀ ਜਿਸ ਪੁਰਖੇ ਨੇ ਤੁਹਾਨੂੰ ਸ਼ਬਦ ਦੇ ਹਾਣੀ ਬਣਾਇਆ ਹੋਵੇ, ਤੁਹਾਨੂੰ ਸੋਝੀ ਦਿੱਤੀ ਹੋਵੇ, ਤੁਹਾਨੂੰ ਸਿੱਖਿਆ ਦੀ ਜਿਹੜਾ ਹੈਗਾ ਮਾਰਗ ਦੱਸਿਆ ਹੋਵੇ ਵੀ 600 ਸਾਲ ਪਹਿਲਾਂ ਉਹਦੀ ਅਗਵਾਈ ਕੋਈ ਅਨਪੜ੍ਹ ਸਾਧ ਕਰਦਾ ਹੋਵੇ ਤਾਂ ਤੁਸੀਂ ਪੜ੍ਹੇ ਲਿਖੇ ਲੋਕ ਉਹਦੀ ਅਗਵਾਈ ਕਬੂਲ ਲਓ। ਇਹ ਤੋਹੀਨ ਆ ਪੁਰਖਿਆਂ ਦੀ, ਵਡਿਆਈ ਨਹੀਂ ਹੈਗੀ। ਬਿਲਕੁਲ ਬਿਲਕੁਲ 600 ਸਾਲ ਪਹਿਲਾਂ ਜਿਹਨੇ ਵਿੱਦਿਆ ਦੀ ਗੱਲ ਕੀਤੀ, ਪੜ੍ਹਾਈ ਦੀ ਗੱਲ ਕੀਤੀ, ਤੇ ਉਹਦੀ ਗੱਦੀ ਨੂੰ ਅੱਜ ਕੋਈ ਅਨਪੜ੍ਹ ਚਲਾਉਂਦਾ ਹੋਵੇ ਤੇ ਤੁਸੀਂ ਉਹਨੂੰ ਆਪਣਾ ਗੁਰੂ ਕਬੂਲ ਲਓ। ਇਹ ਤੋਹੀਨ ਆ। ਜਿੰਨਾ ਚਿਰ ਏਦਾਂ ਦੀਆਂ ਬਦਦਮਾਗੀਆਂ ਕਰਨੋਂ ਹਟਦੇ ਨਹੀਂ, ਉਹਨਾਂ ਚਿਰ ਤੱਕ ਪੁਰਖਿਆਂ ਦੀ ਵਡਿਆਈ ਨਹੀਂ ਹੋਣੀ। ਔਰ ਜੇ ਸਾਨੂੰ ਏਦਾਂ ਲੱਗਦਾ ਵੀ ਅਸੀਂ ਇਕੱਲੇ ਹੋ ਕੇ ਲੜ ਲਾਂਗੇ ਭਾਰਤ ਵਿੱਚ, ਏਦਾਂ ਨਹੀਂ ਲੜਨ ਦਿੰਦੇ ਉਹ ਕਿਸੇ ਨੂੰ। ਏਦਾਂ ਤਾਂ ਮਨੀਪੁਰ ਵਾਂਗੂ ਬਸ ਏਦਾਂ ਹੀ ਗੋਲੀਆਂ ਸਿਰ 'ਚ ਵੱਜਣੀਆਂ ਔਰ ਵੱਜ ਰਹੀਆਂ। ਮਾਲਵੇ 'ਚ ਜਾ ਕੇ ਦੇਖ ਲਓ, ਜਿਹੜੇ ਜ਼ਮੀਨਾਂ ਦੇ ਤੁਸੀਂ ਸੰਘਰਸ਼ ਕਰਦੇ ਸੀ ਉਹ ਅਜੇ ਤੱਕ ਨਹੀਂ ਪ੍ਰਾਪਤ ਹੋਏ। ਜਿਹੜੇ ਸਾਹਿਬ ਕਾਂਸ਼ੀ ਰਾਮ ਦੇ ਟਾਈਮ ਦੇ ਵਿੱਚ ਯੂਪੀ ਦੇ ਵਿੱਚ ਸਰਕਾਰ ਬਣਾ ਕੇ ਪਾਰਕ ਬਣਾਈਆਂ ਗਈਆਂ ਸੀ ਜਾਂ ਲੋਕਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ ਸੀ ਜਾਂ ਹੋਰ ਤੁਹਾਨੂੰ ਸਾਹਿਬ ਕਾਂਸ਼ੀ ਰਾਮ ਦੀ ਮਿਹਨਤ ਦੇ ਨਾਲ ਜੋ ਵੀ ਹੱਕ ਹਕੂਕ ਮਿਲੇ ਸੀ, ਸਭ ਦੇ ਉੱਤੇ ਅੱਜ ਹਿੰਦੂਤਵ ਦਾ ਕਬਜ਼ਾ ਹੋ ਰਿਹਾ। ਬਣਾਏ ਹੋਏ ਉਹਨਾਂ ਦੇ ਪੁਰਖਿਆਂ ਦੇ ਨਾਵਾਂ ਦੇ ਉੱਤੇ, ਜਿਹੜੇ ਨਾਂ ਦੇ ਉੱਤੇ ਸ਼ਹਿਰ ਜਾਂ ਕੋਈ ਪਾਰਕ ਜਾਂ ਕੋਈ ਹੋਰ ਚੀਜ਼ਾਂ ਬਣੀਆਂ, ਸਾਰਿਆਂ ਦੀ ਅਦਲਾ ਬਦਲੀ ਹੋ ਰਹੀ ਆ। ਕਿਉਂ? ਕਿਉਂਕਿ ਅਸੀਂ ਅਜੱਡਪੁਣਾ ਛੱਡ ਨਹੀਂ ਰਹੇ। ਉਹਨਾਂ ਚਿਰ ਸਾਡਾ ਬਣਨਾ ਕੱਖ ਨਹੀਂ ਜਿੰਨਾ ਚਿਰ ਅਸੀਂ ਇਸ ਅਜੱਡਪੁਣੇ ਤੋਂ ਬਾਹਰ ਨਹੀਂ ਆਉਂਦੇ। ਔਰ ਜਿਨ੍ਹਾਂ ਨੇ ਰਾਜ ਰਤਨ ਸਾਹਿਬ ਦਾ ਵਿਰੋਧ ਕੀਤਾ ਉਹਨਾਂ ਬਾਰੇ ਤਾਂ ਤੁਸੀਂ ਚੰਗੀ ਤਰ੍ਹਾਂ ਦੱਸ ਦਿੱਤਾ। ਇੱਥੇ ਬਚੈਂਸੇ ਦੀਆਂ ਗੁਰੂ ਘਰ ਦੀ ਕਮੇਟੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਐਲਾਨ ਕੀਤਾ ਵੀ ਜਿਹੜੇ ਏਦਾਂ ਦੇ ਬਦਦਮਾਗ ਆਦਮੀ ਆ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ। ਤੇ ਬਾਕੀ ਵੀ ਸਾਥੀਆਂ ਨੂੰ ਇਹ ਬੇਨਤੀ ਆ, ਜਿਹੜੀ ਵੀ ਲੜਾਈ ਲੜਨੀ ਆ ਲੋਕਤੰਤਰ ਦੇ ਅੰਦਰ ਵਿਚਾਰਾਂ ਦੀ ਲੜਾਈ ਲੜੋ, ਆਪਣੇ ਪੁਰਖਿਆਂ ਦੇ ਹਾਣੀ ਬਣ ਕੇ ਲੜਾਈ ਲੜੋ। ਜੇ ਤੁਸੀਂ ਕਹੋਗੇ ਵੀ ਡਾਂਗ ਛੋਟਿਆਂ ਵਾਲੀ ਲੜਾਈ ਲੜਨੀ ਆ ਤੇ ਕਾਬਜ ਧਿਰ ਤੋਂ ਤੁਹਾਡੇ ਨਾਲੋਂ ਜ਼ਿਆਦਾ ਡਾਂਗ ਛੋਟੇ ਆ, ਫਿਰ ਆਪਣਾ ਬਚਾਅ ਕਰ ਲਿਓ। ਮਨੀਪੁਰ ਵਾਲੀ ਵੀਡੀਓ ਪਹਿਲਾਂ ਚੰਗੀ ਤਰ੍ਹਾਂ ਗੌਰ ਨਾਲ ਦੇਖਿਓ। ਜਿਹਨਾਂ ਨੂੰ ਲੱਗਦਾ ਵੀ ਵਿਚਾਰਾਂ ਤੋਂ ਉੱਪਰ ਉੱਠ ਕੇ ਵੀ ਕੋਈ ਲੜਾਈ ਲੜੀ ਜਾ ਸਕਦੀ ਭਾਰਤ ਅੰਦਰ ਤੁਹਾਨੂੰ ਵਿਚਾਰਾਂ ਦੀ ਲੜਾਈ ਲੜਨੀ ਪੈਣੀ ਆ। ਹਾਂ, ਗਗਨ ਦਮਾਮਾ ਬਾਜਿਓ ਭਰਿਓ ਨਿਸ਼ਾਨੇ ਘਾਓ ਖੇਤ ਜੋ ਮੰਨਦੇ ਸੂਰਮਾ ਤੇ ਅਬ ਜੂਝਣ ਘੋਦਾ। ਉਹਦਾ ਸਮਾਂ ਨਹੀਂ ਆਇਆ ਜੇ, ਮੰਨੋ ਗੱਲ ਨੂੰ। ਜਦੋਂ ਕਿਤੇ ਉਹਦਾ ਸਮਾਂ ਆ ਗਿਆ ਨਾ, ਉਹ ਵੀ ਤੁਹਾਡੇ ਕੋਲ ਵਿਵੇਕ ਨਾਲ ਹੀ ਲੜ ਹੋਣੀ ਆ। ਉਹਦੇ ਲਈ ਵੀ ਵਿਵੇਕ ਚਾਹੀਦਾ ਪਹਿਲਾਂ। ਜੇ ਤੁਸੀਂ ਕਹੋਗੇ ਵੀ ਖੱਲੀ ਡਾਂਗ ਲੈ ਕੇ AK-47 ਦੇ ਮੋਹਰੇ ਖੜ ਜਾਓਗੇ ਤੁਸੀਂ ਤਾਂ ਅਸੀਂ ਜਿੱਤ ਜਾਓਗੇ, ਏਦਾਂ ਨਹੀਂ। ਉਹ ਵੀ ਕਦੋਂ ਲੜਾਈ ਕਿੱਦਾਂ ਲੜਨੀ, ਉਹਦੇ ਲਈ ਵੀ ਵਿਵੇਕ ਚਾਹੀਦਾ, ਉਹਦੇ ਲਈ ਵੀ ਬੁੱਧੀ ਚਾਹੀਦੀ, ਉਹਦੇ ਲਈ ਵੀ ਤੁਹਾਨੂੰ ਆਪਣੇ ਪੁਰਖਿਆਂ ਦੇ ਮਗਰ ਹੀ ਲੱਗਣਾ ਪੈਣਾ। ਉੱਥੋਂ ਹੀ ਤੁਹਾਨੂੰ ਬਲ ਮਿਲਣਾ। ਜੇਕਰ ਏਦਾਂ ਨਹੀਂ ਕਰਨਾ ਤਾਂ ਭਾਜੀ ਬਹੁਤ ਔਖਾ। ਬੜੀ ਲੰਬੀ ਜਿਹੜੀ ਆ ਗੱਲਬਾਤ ਹੋ ਗਈ ਆ। ਧੰਨਵਾਦ ਆ ਸਾਰੇ ਸਰੋਤਿਆਂ ਦਾ। ਆਪਣੇ ਪੁਰਖਿਆਂ ਦੇ ਹਾਣੀ ਬਣੋ। ਅਜੱਡਪੁਣਾ ਛੱਡ ਕੇ ਬੁੱਧੀ ਦੇ ਵਿਕਾਸ ਦੀ, ਵਿਵੇਕ ਦੀ ਗੱਲ ਕਰਨੀ ਚਾਹੀਦੀ ਹੈ ਸਾਰੇ ਸਾਥੀਆਂ ਨੂੰ। ਜੈ ਭੀਮ, ਜੈ ਭਾਰਤ, ਨਮੋ ਬੁੱਧੇ। ਧੰਨਵਾਦ ਜੀ ਅਮਰ ਭਾਜੀ। ਦੇਖੋ ਸਾਥੀਓ, ਆਪਾਂ ਜਿੱਦਾਂ ਅਮਰ ਭਾਜੀ ਨੇ ਗੱਲ ਕੀਤੀ ਹੈਗੀ ਹੈ ਨਾ ਬਈ ਜਿਹੜੇ ਅੱਜ ਦੇ ਜਿਹੜੇ ਹੈਗੇ ਆ ਗੁਰੂ ਰਵਿਦਾਸ ਮਹਾਰਾਜ ਦੇ ਜਾਂ ਬਾਬੇ ਨਾਨਕ ਦੇ ਜਾਂ ਬਾਕੀ ਆਪਣੇ ਸਾਡੇ ਜਿਹੜੇ ਰਹਿਬਰ ਆ ਉਹਨਾਂ ਦੇ ਜਿਹੜੇ ਰੋਲ ਮਾਡਲ ਆਪਣੇ ਆਪ ਨੂੰ ਜਾਂ ਉਹਨਾਂ ਦੇ ਪੈਰੋਕਾਰ ਕਹਾ ਕੇ ਉਹਨਾਂ ਦੀ ਮੂਵਮੈਂਟ ਨੂੰ ਅੱਗੇ ਤੋਰਨ ਦਾ ਜਿਹੜਾ ਹੈਗਾ ਆ ਉਹ ਬਹਾਨਾ ਬਣਾ ਕੇ ਜਿਹੜਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈਗੇ ਆ। ਤੇ ਉਹਨਾਂ ਲੋਕਾਂ ਨੇ, ਗੁਰੂ ਰਵਿਦਾਸ ਜੀ ਨੇ ਜੇ ਉਸ ਵੇਲੇ ਬਲਵਿੰਦਰ ਭਾਈ ਨੇ ਲਿਖਿਆ ਹੈਗਾ ਵੀ ਮਾਧੋ ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਤੇ ਉਹਨਾਂ ਨੇ ਉਸ ਵੇਲੇ ਅਗਿਆਨਤਾ ਚੋਂ ਕੱਢਣ ਦੀ ਸਾਨੂੰ ਗੱਲ ਕੀਤੀ ਹੈਗੀ, ਗਿਆਨ ਵੱਲ ਜਾਣ ਦੀ। ਜੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਹੈਗਾ ਆ ਰਵਿਦਾਸ ਮਨੁੱਖ ਕਰ ਬਸਨ ਕੋ ਸੁਕਰ ਦੋਹੇ ਠਾਉ, ਇੱਕ ਸੁਖ ਸਵਰਾਜ ਮੇ ਦੂਸਰ ਮਰਗ ਟਿਕਾਉ। ਜਾਂ ਤਾਂ ਭਾਈ ਮਰ ਜਾਓ। ਹੁਣ ਜਿਹੜੇ ਉੱਥੇ ਜਿੱਦਾਂ ਆ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਮਾਰਿਆ ਜਾ ਰਿਹਾ, ਉਦੋਂ ਬਾਅਦ ਕੋਈ ਦੁੱਖ ਨਹੀਂ, ਕਿਉਂਕਿ ਮਾਨਸ ਜਨਮ ਦੁਰਲਭ ਹੈ, ਹੋਤ ਨਾ ਬਾਰੋ ਬਾਰ, ਜੋ ਫਲ ਬਨ ਭੋਏ ਗਰੇ ਬਹੁ ਨਾ ਲਾਗੇ ਡਾਰ। ਇੱਕ ਵਾਰੀ ਫਲ ਡਿੱਗ ਪਿਆ, ਇੱਕ ਵਾਰੀ ਮਰ ਗਿਆ, ਉਦੋਂ ਬਾਅਦ ਦੁੱਖ ਨਹੀਂ, ਖਤਮ ਆ। ਏਦਾਂ ਹੀ ਸਾਡਾ ਇਹ ਨਹੀਂ ਹੈ ਕਿ ਦੁਬਾਰਾ ਜਨਮ ਹੋਣਾ ਕਿਤੇ ਤੇ ਦੁਬਾਰਾ ਅਸੀਂ ਕਿਤੇ ਜਾ ਕੇ ਫਿਰ ਸਾਡੇ ਤਸੀਹੇ ਦੇਣੇ, ਜਿੱਦਾਂ ਕਿ ਸਾਨੂੰ ਨਾਮਦਾਨ ਦਾ ਚੌਂਚਣਾ ਦੇ ਕੇ ਉਹ ਕਿਹਾ ਜਾਂਦਾ ਨਾ ਵੀ ਬਚਾ ਲਓ ਅਗਲਾ ਜਨਮ। ਉਹ ਨਹੀਂ ਹੈ ਗੱਲ। ਇਹ ਆ ਵੀ ਗੁਰੂ ਰਵਿਦਾਸ ਮਹਾਰਾਜ ਨੇ ਕਿਹਾ ਸੀ ਲੜੋ, ਆਪਣੇ ਆਜ਼ਾਦੀ ਲਈ ਲੜੋ। ਤੇ ਇਸ ਲਈ ਜਿਹੜੇ ਹੈਗੇ ਉਹ ਬਾਬੇ ਜਿਹੜੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਹੈਗਾ ਆ, ਉਹਨਾਂ ਬਾਬਿਆਂ ਨੇ ਹਾਂ ਦਾ ਨਾਰਾ ਮਾਰਿਆ। ਗੁਰੂ ਰਵਿਦਾਸ ਮਹਾਰਾਜ ਨੇ ਤਾਂ ਮਾਰਿਆ, ਕਬੀਰ ਜੀ ਨੇ ਤਾਂ ਮਾਰਿਆ, ਬਾਬੇ ਨਾਨਕ ਨੇ ਤਾਂ ਕੀਤੀ ਗੱਲ, ਹਾਂ ਦਾ ਨਾਰਾ ਮਾਰਿਆ ਉਹਨਾਂ ਲੋਕਾਂ ਨੂੰ ਉੱਪਰ ਚੁੱਕਣ ਲਈ ਜਿਨ੍ਹਾਂ ਤੇ ਜ਼ੁਲਮ ਹੋ ਰਿਹਾ ਸੀ। ਪਰ ਜਿੰਨੇ ਪੰਜਾਬ ਦੇ ਡੇਰੇ ਆ, ਪੰਜਾਬ ਦੇ ਵਿੱਚ ਹੀ ਰੱਖ ਲਓ, ਜਿੰਨੇ ਪੰਜਾਬ ਦੇ ਡੇਰੇ ਆ ਜਿਹ 'ਚ ਤੁਸੀਂ ਜਾਂਦੇ ਆ,
ਉਹ ਜਿਹੜੀ ਗੱਲ ਅਸੀਂ ਆ 1.5 ਘੰਟਾ ਹੋ ਗਿਆ ਕਰਦੇ ਆ, ਉਹਨਾਂ ਨੇ ਆਪਣੇ ਸੱਤ ਸੰਗਾਂ ਦੇ ਵਿੱਚ, ਆਪਣੇ ਦੀਵਾਨਾਂ ਦੇ ਵਿੱਚ, ਆਪਣੇ ਜਿਹੜਾ ਵੀ ਉਹ ਜਿਸ ਤਰੀਕੇ ਨਾਲ ਪ੍ਰਚਾਰ ਕਰਦੇ ਹੈਗੇ ਆ, ਉਹ ਇਸ ਗੱਲਾਂ ਨੂੰ ਤੁਹਾਡੇ ਉਦੋਂ ਕਰਦੇ ਆ ਤੁਹਾਡੇ ਨਾਲ? ਨਹੀਂ ਨਾ। ਜਦੋਂ ਕਰਨਗੇ ਉਦੋਂ ਲੱਗੂਗਾ ਵੀ ਉਹਨਾਂ ਦੀ ਤੁਸੀਂ ਸਪੋਰਟ ਕਰਿਓ। ਜੇ ਨਹੀਂ ਕਰੋਗੇ ਤਾਂ ਜਦੋਂ ਇਦਾਂ ਦੀ ਘਟਨਾ ਹੁੰਦੀ ਹੈਗੀ ਆ, ਤੁਸੀਂ ਇਹ ਸਮਝਿਓ ਗੁਰੂ ਰਵਿਦਾਸ ਇਦਾਂ ਦੀ ਘਟਨਾ ਦੀ ਨਿੰਦਾ ਕਰਦੇ, ਕਬੀਰ ਜੀ ਇਦਾਂ ਦੀ ਘਟਨਾ ਦੇ ਵਿਰੁੱਧ ਖੜਦੇ ਆ, ਬੋਲਦੇ ਆ, ਤੇ ਪਰ ਉਹ ਤੁਹਾਡੇ ਜਿਹੜੇ ਬਾਬੇ ਆ ਜਿਨ੍ਹਾਂ ਨੇ ਗੁਰੂ ਰਵਿਦਾਸ ਦੀ ਫੋਟੋ ਰੱਖੀ ਆ, ਕਬੀਰ ਜੀ ਦੀ ਰੱਖੀ, ਗੁਰੂ ਨਾਨਕ ਦੀ ਰੱਖੀ, ਉਹ ਕਿਉਂ ਨਹੀਂ ਬੋਲਦੇ ਬਈ? ਉਹ ਕਿਉਂ ਨਹੀਂ ਬੋਲਦੇ? ਇਹਦਾ ਨਾਲ ਧੋਖਾ ਕਰ ਰਹੇ ਹੈਗੇ, ਗੁੰਮਰਾਹ ਕਰ ਰਹੇ ਹੈਗੇ ਆ। ਤੇ ਅੱਜ ਰਾਜ ਰਤਨ ਸਰ ਨੇ ਵੀ ਆਪਣਾ ਜਿਹੜਾ ਹੈਗਾ ਆ, ਆਪਣਾ ਜਿਹੜਾ ਕਲੀਅਰ ਕੀਤਾ ਹੈਗਾ ਆ, ਉਹਨਾਂ ਦੇ ਵਿਅਕਤੀਗਤ ਜਿਹੜੇ ਵਿਚਾਰ ਆ ਉੱਥੇ, ਉਦੋਂ ਬਾਅਦ ਵਿੱਚ ਹੋਰ ਕੁਛ ਨਹੀਂ, ਕਿਸੇ ਨੂੰ ਥੋਪਿਆ ਨਹੀਂ ਹੈਗਾ। ਤੁਸੀਂ ਗਲ ਦੇ ਵਿੱਚ ਜੋ ਵੀ ਪਾਉਣਾ ਆ ਪਾ ਸਕਦੇ ਆ, ਆਜ਼ਾਦੀ ਆ। ਉਹਨਾਂ ਦੇ ਪਰਸਨਲੀ ਵਿਚਾਰ ਆ ਉੱਥੇ, ਉਹ ਖੜੇ ਹੈਗੇ ਆ, ਪਰ ਉਹਨਾਂ ਨੇ ਕਿਸੇ ਨੂੰ ਲਾਉਣ ਲਈ ਨਹੀਂ ਕਿਹਾ। ਉਹ ਪਹਿਲਾਂ ਵੀ ਗੱਲ ਕੀਤੀ ਸੀ। ਬਾਕੀ ਜਿਹੜੀਆਂ ਘਟਨਾਵਾਂ ਕਰ ਤੁਸੀਂ ਜਾਤ ਤੇ ਪ੍ਰਾਊਡ ਕਰਕੇ ਆਪਣੇ ਆਪ ਨੂੰ ਖਿਲਾਰਨਾ ਆ, ਤੇ ਜਿਹੜੀਆਂ ਵੀਡੀਓ ਦੋ ਦਿਖਾ ਲਈਆਂ ਜਾਂ ਹੋਰ ਵੀਡੀਓ ਜਿਹੜੀਆਂ, ਉਹ ਤੁਹਾਡੀਆਂ ਧੀਆਂ ਭੈਣਾਂ, ਸਾਡੀਆਂ ਧੀਆਂ ਭੈਣਾਂ, ਉਹਨਾਂ ਤੇ ਉਹ ਜਿਹੜਾ ਹੈਗਾ ਆ ਇੱਕ ਦਿਨ ਆਊਗਾ। ਇੱਕ ਇੱਕ ਕਰਕੇ ਸਾਨੂੰ ਉਹ ਜਿਹੜਾ ਹੈਗਾ ਆ ਏਦਾਂ ਹੀ ਸਾਨੂੰ ਦਰੜਿਆ ਜਾਊਗਾ, ਪਰ ਅਸੀਂ ਕੀ ਕਰਾਂਗੇ? ਪ੍ਰਾਊਡ ਕਰਾਂਗੇ। ਅਸੀਂ ਆਪਣਾ ਵੱਖਰਾ ਝੰਡਾ ਚੱਕ ਕੇ ਤੁਰੀ ਫਿਰਾਂਗੇ। ਤੇ ਅੱਜ ਦਾ ਆਪਣਾ ਲਾਈਵ ਇੱਥੇ ਹੀ ਸਾਥੀਓ ਸਮਾਪਤ ਕਰਦੇ ਹਾਂ। ਅਗਲੇ ਸੰਡੇ ਆਪਾਂ ਕਿਸੇ ਹੋਰ ਵਿਸ਼ੇ ਤੇ ਮਿਲਾਂਗੇ। ਤੇ ਸਾਥੀਆਂ ਨੂੰ ਬੇਨਤੀ ਆ, ਚੰਗਾ ਲੱਗਾ ਸ਼ੇਅਰ ਕਰ ਦਿਓ, ਤੇ ਆਪਣੇ ਵਿਚਾਰ ਤੁਸੀਂ ਕਮੈਂਟਾਂ ਵਿੱਚ ਦੇ ਦਿਓ। ਤੇ ਜਿਹਨਾਂ ਸਾਥੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਸ਼ੇਅਰ ਕੀਤਾ ਹੈਗਾ, ਕਮੈਂਟ ਕੀਤੇ ਹੈਗੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਬਹੁਤ ਸਾਰੇ ਸਾਥੀਆਂ ਦੇ ਵਿਚਾਰ ਆਏ, ਤੇ ਬਹੁਤ ਬਹੁਤ ਧੰਨਵਾਦ ਜੀ। ਜੈ ਭੀਮ ਜੀ।